ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਕਰਨ ਗੁੰਬਰ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹਾਂ। ਆਪਣੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਹਾਊ ਟੂ ਸਿਲੈਕਟ ਬੈਸਟ ਇੰਸਟੀਚਿਊਟ ਫॉर PSSB ਐਂਡ PPSC ਕੋਚਿੰਗ। ਅੱਜ ਦੀ ਆਪਣੀ ਵੀਡੀਓ ਬਹੁਤ ਹੀ ਇੰਪੋਰਟੈਂਟ ਤੇ ਇੰਟਰਸਟਿੰਗ ਰਹਿਣ ਵਾਲੀ ਆ। ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਬਹੁਤ ਹੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਵੈਸੇ ਵੀ ਸੋਸ਼ਲ ਮੀਡੀਆ ਤੇ ਆਪਾਂ ਘੰਟੇ ਦੇ ਘੰਟੇ ਖਰਾਬ ਕਰ ਹੀ ਦਿੰਨੇ ਆ, ਤਾਂ ਇਸ ਵੀਡੀਓ ਦੇ 15-20 ਮਿੰਟ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦਿਓ, ਪੂਰਾ ਐਂਡ ਤੱਕ ਦਿਓ। ਮੈਂ ਪ੍ਰੋਮਿਸ ਕਰਦਾ ਕਿ ਤੁਹਾਡੇ ਚੋਂ ਇੱਕ ਵੀ ਬੰਦਾ ਡਿਸਅਪੁਆਇੰਟ ਹੋ ਕੇ ਨਹੀਂ ਜਾਊਗਾ। ਤੁਹਾਨੂੰ ਲਾਈਫ ਚੇਂਜਿੰਗ ਐਕਸਪੀਰੀਅੰਸ ਮਿਲੂਗਾ ਇਸ ਵੀਡੀਓ ਦੇ ਵਿੱਚ। ਇਸ 15-20 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਿੰਦਗੀ ਦਾ ਉਹ ਤਜਰਬਾ ਮਿਲ ਜਾਊਗਾ ਜੋ ਕਈ ਸਾਲ ਧੱਕੇ ਖਾ ਕੇ ਵੀ ਸਟੂਡੈਂਟਸ ਨੂੰ ਨਹੀਂ ਮਿਲ ਪਾਉਂਦਾ। ਬਹੁਤ ਸਾਰੇ ਸਕਸੈਸਫੁਲ ਤੇ ਮੈਚੁਰ ਸਟੂਡੈਂਟਸ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਤੇ ਕੁਝ ਅਜਿਹੇ ਸਟੂਡੈਂਟਸ ਨਾਲ ਵੀ ਡਿਸਕਸ਼ਨ ਕਰਨ ਤੋਂ ਬਾਅਦ ਜੋ ਕਿਸੇ ਕਾਰਨਾਂ ਕਰਕੇ ਐਗਜ਼ਾਮ ਵਿੱਚ ਸਕਸੈਸਫੁਲ ਨਹੀਂ ਹੋ ਪਾਏ, ਮੈਂ ਕੁਝ ਤੱਤ ਕੱਢੇ ਕੋਚਿੰਗ ਇੰਸਟੀਚਿਊਟਸ ਨੂੰ ਲੈ ਕੇ, ਤੇ ਇਸ ਵੀਡੀਓ ਦੇ ਵਿੱਚ ਮੈਂ ਉਹ ਤੱਤ ਐਜ਼ ਇਟ ਇਜ਼ ਹੀ ਤੁਹਾਨੂੰ ਦੇ ਦਊਂਗਾ। ਤੇ ਨਾਲ ਹੀ ਇਸ ਵੀਡੀਓ ਦੇ ਵਿੱਚ ਮੈਂ ਇੱਕ ਰੀਅਲ ਲਾਈਫ ਐਕਸਪੀਰੀਅੰਸ ਸਟੋਰੀ ਦੀ ਫਾਰਮ ਵਿੱਚ ਸ਼ੇਅਰ ਕਰੂੰਗਾ ਜੋ ਤੁਹਾਨੂੰ ਬਹੁਤ ਹੀ ਮਜ਼ੇਦਾਰ ਲੱਗੂਗਾ ਤੇ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਊਗਾ ਜੋ ਕਨਫਿਊਜ਼ਨਸ ਤੁਹਾਡੇ ਮਨ ਵਿੱਚ ਹੁੰਦੀਆਂ ਨੇ ਤਿਆਰੀ ਨੂੰ ਲੈ ਕੇ ਤੇ ਕੋਚਿੰਗ ਇੰਸਟੀਚਿਊਟਸ ਨੂੰ ਲੈ ਕੇ। ਤਾਂ ਆਓ ਕਰਦੇ ਹਾਂ ਵੀਡੀਓ ਸ਼ੁਰੂ। ਪੰਜਾਬ ਵਿੱਚ PSSB ਤੇ PPSC ਦੇ ਐਗਜ਼ਾਮਸ ਨੂੰ ਲੈ ਕੇ ਸਟੂਡੈਂਟਸ ਵਿੱਚ ਬਹੁਤ ਕਿਉਰਿਓਸਿਟੀ ਰਹਿੰਦੀ ਆ। ਬਹੁਤ ਸਾਰੇ ਸਟੂਡੈਂਟਸ ਇਹਨਾਂ ਐਗਜ਼ਾਮ ਦੀ ਤਿਆਰੀ ਕਰਦੇ ਆ ਤਾਂ ਕਿ ਉਹ ਇੱਕ ਗਵਰਨਮੈਂਟ ਜੋਬ ਲੈ ਪਾਉਣ, ਪਰ ਅਕਸਰ ਹੀ ਸਟੂਡੈਂਟਸ ਦੇ ਵਿੱਚ ਇਹ ਕਨਫਿਊਜ਼ਨ ਬਣੀ ਹੀ ਰਹਿੰਦੀ ਆ ਕਿ ਇਹਨਾਂ ਐਗਜ਼ਾਮਸ ਦੀ ਕੋਚਿੰਗ ਲਈ ਕਿਹੜਾ ਇੰਸਟੀਚਿਊਟ ਬੈਸਟ ਹੈ ਤੇ ਕਿਹੜਾ ਬੈਸਟ ਨਹੀਂ ਆ, ਜਿਹੜਾ ਉਹਨਾਂ ਨੂੰ ਸਹੀ ਪੜ੍ਹਾਈ ਸਹੀ ਤਰੀਕੇ ਨਾਲ ਸਹੀ ਸਮੇਂ ਦੇ ਵਿੱਚ ਕਰਾ ਦੇਵੇ ਤੇ ਉਹ ਸਹੀ ਸਮੇਂ ਤੇ ਇੱਕ ਗਵਰਨਮੈਂਟ ਜੋਬ ਲੈ ਕੇ ਆਪਣੀ ਲਾਈਫ ਨੂੰ ਅੱਗੇ ਚਲਾ ਪਾਉਣ। ਦੇਖੋ, ਮੈਂ ਕਿਸੇ ਕੋਚਿੰਗ ਇੰਸਟੀਚਿਊਟ ਦਾ ਨਾਮ ਤਾਂ ਨਹੀਂ ਲਵਾਂਗਾ, ਬਟ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਪਰ ਪ੍ਰੈਕਟੀਕਲ ਪੁਆਇੰਟਸ ਦੱਸੂਗਾ, ਜਿਹੜੇ ਪੁਆਇੰਟਸ ਦੀ ਅਗਰ ਤੁਸੀਂ ਚੈੱਕਲਿਸਟ ਪ੍ਰਿਪੇਅਰ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਈਜ਼ੀਲੀ ਫਾਈਂਡ ਆਊਟ ਕਰ ਲਓਗੇ ਕਿ ਕਿਹੜਾ ਕੋਚਿੰਗ ਇੰਸਟੀਚਿਊਟ ਤੁਹਾਡੇ ਲਈ ਠੀਕ ਹੈ ਤੇ ਕਿਹੜਾ ਤੁਹਾਡੇ ਲਈ ਬਿਲਕੁਲ ਵੀ ਠੀਕ ਨਹੀਂ ਆ। ਅਗਰ ਤੁਸੀਂ ਆਲਰੇਡੀ ਕਿਸੇ ਕੋਚਿੰਗ ਇੰਸਟੀਚਿਊਟ ਦਾ ਪਾਰਟ ਹੋ ਤਾਂ ਇਹ ਚੈੱਕਲਿਸਟ ਤੁਹਾਨੂੰ ਇਹ ਬਹੁਤ ਹੈਲਪ ਕਰੂਗੀ ਇਹ ਫਾਈਂਡ ਆਊਟ ਕਰਨ ਵਿੱਚ ਕਿ ਤੁਸੀਂ ਸਹੀ ਕੋਚਿੰਗ ਇੰਸਟੀਚਿਊਟ ਦਾ ਪਾਰਟ ਹੋ ਜਾਂ ਨਹੀਂ। ਤਾਂ ਚਲੋ ਜਾਣਦੇ ਹਾਂ ਇਹ ਪੁਆਇੰਟਸ ਕਿਹੜੇ ਆ। ਦੇਖੋ, ਪਹਿਲਾ ਪੁਆਇੰਟ ਇਸ ਵਿੱਚ ਕੁਝ ਇਸ ਤਰ੍ਹਾਂ ਕਿ ਕੋਈ ਵੀ ਕੰਪੀਟੀਟਿਵ ਐਗਜ਼ਾਮ ਹੋਵੇ, ਭਾਵੇਂ ਉਹ PSSB ਦਾ ਹੋਵੇ ਭਾਵੇਂ ਉਹ PPSC ਦਾ ਹੋਵੇ, ਉਹਦਾ ਇੱਕ ਡਿਫਾਈਨਡ ਸਿਲੇਬਸ ਹੁੰਦਾ ਤੇ ਉਹ ਡਿਫਾਈਨਡ ਸਿਲੇਬਸ ਡਿਫਾਈਨਡ ਟਾਈਮ ਦੇ ਵਿੱਚ ਹੀ ਖਤਮ ਹੋਣਾ ਚਾਹੀਦਾ ਹੈ ਤਾਂ ਹੀ ਐਗਜ਼ਾਮ ਕਲੀਅਰ ਹੋ ਪਾਉਂਦਾ ਹੈ। ਤਾਂ ਕੋਈ ਵੀ ਇੰਸਟੀਚਿਊਟ ਨੂੰ ਜੁਆਇਨ ਕਰਨ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਕਲੀਅਰ ਕਰ ਲਓ ਕਿ ਉਹ ਇੰਸਟੀਚਿਊਟ ਕਿੰਨੇ ਸਮੇਂ ਦੇ ਵਿੱਚ ਸਿਲੇਬਸ ਖਤਮ ਕਰਵਾਉਣ ਦਾ ਕਲੇਮ ਕਰ ਰਿਹਾ ਹੈ, ਕਿਉਂਕਿ ਤੁਸੀਂ ਇਹ ਮੰਨ ਕੇ ਚੱਲੋ ਕਿ ਜਿੰਨਾ ਸਮਾਂ ਇੱਕ ਟੀਚਰ ਨੂੰ ਲੱਗਣਾ ਸਿਲੇਬਸ ਕਵਰ ਕਰਵਾਉਣ ਦੇ ਵਿੱਚ, ਤੁਹਾਨੂੰ ਉਸ ਤੋਂ ਜ਼ਿਆਦਾ ਸਮਾਂ ਲੱਗਣਾ, ਕਿਉਂਕਿ ਇੱਕ ਤਾਂ ਤੁਸੀਂ ਸਟੂਡੈਂਟ ਹੋ, ਪਹਿਲੀ ਵਾਰ ਉਹ ਚੀਜ਼ ਕਰ ਰਹੇ ਹੋ, ਮਾਈਂਡ ਹੌਲੀ ਅਡੈਪਟੇਬਲ ਹੋਏਗਾ, ਸਮਝੇਗਾ, ਤੁਹਾਨੂੰ ਮਲਟੀਪਲ ਵਾਰ ਉਹ ਲੈਕਚਰ ਸੁਣਨਾ ਪੈਣਾ, ਫਿਰ ਤੁਸੀਂ ਬੁੱਕਸ ਪੜ੍ਹੋਗੇ, ਫਿਰ ਤੁਸੀਂ ਰਿਵੀਜ਼ਨਸ ਕਰੋਗੇ, ਫਿਰ ਤੁਸੀਂ ਟੈਸਟ ਵਗੈਰਾ ਦਓਗੇ, ਤਾਂ ਇਹ ਮੰਨ ਕੇ ਹੀ ਚੱਲੋ ਕਿ ਤੁਹਾਨੂੰ ਸਮਾਂ ਜ਼ਿਆਦਾ ਲੱਗਣ ਵਾਲਾ ਹੈ। ਤਾਂ ਐਟਲੀਸਟ ਕੋਚਿੰਗ ਇੰਸਟੀਚਿਊਟ ਦੇ ਲੈਵਲ ਤੇ ਸਮੇਂ ਡਿਫਾਈਨਡ ਹੋਣਾ ਚਾਹੀਦਾ, ਟਾਈਮ ਡਿਫਾਈਨਡ ਹੋਣਾ ਚਾਹੀਦਾ ਕਿ ਅਸੀਂ ਇੰਨੇ ਸਮੇਂ ਦੇ ਵਿੱਚ ਪੱਕਾ ਸਿਲੇਬਸ ਖਤਮ ਕਰਵਾ ਦਾਂਗੇ ਤਾਂ ਕਿ ਇੱਕ ਬੱਚਾ ਉਸ ਤੋਂ ਬਾਅਦ ਸੈਲਫ ਸਟੱਡੀ ਕਰਕੇ ਥੋੜੇ ਹੋਰ ਸਮੇਂ ਦੇ ਵਿੱਚ ਆਪਣਾ ਸਿਲੇਬਸ ਕੰਪਲੀਟ ਕਰਕੇ ਪੇਪਰ ਦੇਣ ਲਈ ਐਲੀਜੀਬਲ ਹੋ ਪਾਵੇ, ਇੱਕ ਰੈਲੀਵੈਂਟ ਪਲੈਨਿੰਗ ਕਰ ਪਾਵੇ ਕਿ ਮੈਂ ਕਦੋਂ ਕੁ ਤੱਕ ਐਗਜ਼ਾਮ ਦੇ ਕੇ ਕਲੀਅਰ ਕਰ ਪਾਵਾਂਗਾ। ਜਿਹੜਾ ਕੋਚਿੰਗ ਇੰਸਟੀਚਿਊਟ ਸਿੰਪਲੀ ਇਹ ਕਵੇ ਕਿ ਯਾਰ ਬੈਚ ਚੱਲ ਰਹੇ ਹੈ, ਆ ਜਾਓ ਜੁਆਇਨ ਕਰ ਲਓ, ਕਰਾ ਦਾਂਗੇ ਸਿਲੇਬਸ ਖਤਮ, ਸਾਡਾ ਵੀ ਏਮ ਇਹੀ ਹੈ, ਬਹੁਤ ਜਲਦੀ ਸਿਲੇਬਸ ਖਤਮ ਕਰਵਾ ਦਾਂਗੇ, ਤੁਸੀਂ ਜੁਆਇਨ ਤਾਂ ਕਰੋ, ਤਾਂ ਮੰਨ ਕੇ ਚੱਲੋ ਕਿ ਜਿਹੜੇ ਕੋਚਿੰਗ ਇੰਸਟੀਚਿਊਟ ਖੁਦ ਹੀ ਡਿਸਿਪਲਿਨਡ ਹੈ ਨਹੀਂ, ਜਿਹਨੂੰ ਖੁਦ ਹੀ ਨਹੀਂ ਪਤਾ ਕਿ ਮੈਂ ਕਿੰਨੇ ਕੁ ਸਮੇਂ 'ਚ ਸਿਲੇਬਸ ਕਵਰ ਕਰਾ ਦੂੰਗਾ, ਬਸ ਇੱਕ ਖੁੱਲਾ ਬੈਚ ਚਲਾ ਕੇ ਬੈਠਾ ਹੋਇਆ ਕਿ ਆ ਜਾਓ ਚੱਲੋ ਕਰੀ ਜਾਵਾਂਗੇ, ਪੜ੍ਹਾਈ ਤਾਂ ਕਰ ਰਹੇ ਹਾਂ, ਤਾਂ ਜਿਹੜਾ ਕੋਚਿੰਗ ਇੰਸਟੀਚਿਊਟ ਖੁਦ ਦਾ ਡਿਸਿਪਲਿਨ ਨਹੀਂ ਮੇਨਟੇਨ ਕਰ ਪਾਇਆ, ਉਹ ਬੱਚਿਆਂ ਦਾ ਕਿੱਦਾਂ ਮੇਨਟੇਨ ਕਰਾਊਗਾ। ਬੱਚੇ ਵੀ ਹੌਲੀ ਅਡਾਪਟ ਹੋ ਜਾਣਗੇ ਉਵੇਂ ਕਿ ਬਸ ਚੱਲੋ ਕਰ ਲਾਂਗੇ, ਅਗਲੇ ਸਾਲ ਕਰ ਲਾਂਗੇ, ਤਾਂ ਇਹਦੇ ਨਾਲ ਉਹ ਜਿਹੜਾ ਡਿਫਾਈਨਡ ਟਾਈਮ ਆ ਉਹ ਹੱਥੋਂ ਨਿਕਲ ਜਾਊਗਾ ਤੇ ਐਗਜ਼ਾਮ ਕਲੀਅਰ ਹੋਣਾ ਬਹੁਤ ਔਖਾ ਹੋ ਜਾਊਗਾ। ਤਾਂ ਇਸ ਕਰਕੇ ਐਦਾਂ ਦਾ ਹੀ ਕੋਚਿੰਗ ਇੰਸਟੀਚਿਊਟ ਜੁਆਇਨ ਕਰਨਾ ਚਾਹੀਦਾ ਹੈ ਜਿਹਦਾ ਐਗਜ਼ਾਮ ਨੂੰ ਲੈ ਕੇ ਸਿਲੇਬਸ ਖਤਮ ਕਰਾਉਣ ਦਾ ਸਮਾਂ ਡਿਫਾਈਨਡ ਹੋਵੇ, ਟਾਈਮ ਡਿਫਾਈਨਡ ਹੋਵੇ, ਤੇ ਉਹ ਕੋਚਿੰਗ ਇੰਸਟੀਚਿਊਟ ਬਿਲਕੁਲ ਨਹੀਂ ਜੁਆਇਨ ਕਰਨਾ ਚਾਹੀਦਾ ਜਿਹਦਾ ਕੋਈ ਟਾਈਮ ਸੈੱਟ ਨਾ ਹੋਵੇ ਕਿ ਮੈਂ ਕਿੰਨੇ ਸਮੇਂ ਵਿੱਚ ਸਿਲੇਬਸ ਖਤਮ ਕਰਾ ਦਊਂਗਾ। ਤੇ ਇੱਕ ਗੱਲ ਹੋਰ, ਅੱਜ ਕੱਲ੍ਹ ਮਾਰਕੀਟ ਦੇ ਵਿੱਚ ਇੱਕ ਨਵਾਂ ਸਕੈਮ ਆਇਆ ਹੈ। ਅੱਜ ਕੱਲ੍ਹ ਕੋਚਿੰਗ ਇੰਸਟੀਚਿਊਟਸ ਨੇ ਆਪਣੀਆਂ ਕਲਾਸਿਸ ਰਿਕਾਰਡਡ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਤੇ ਜਦੋਂ ਸਟੂਡੈਂਟਸ ਉਹਨਾਂ ਤੋਂ ਪੁੱਛਦਾ ਕਿ ਸਰ ਕਿੰਨੇ ਸਮੇਂ ਦੇ ਵਿੱਚ ਸਿਲੇਬਸ ਕਰਾ ਦਿਓਗੇ, ਤਾਂ ਅੱਗੋਂ ਸਰ ਦਾ ਜਵਾਬ ਆਉਂਦਾ ਕਿ ਯਾਰ ਸਾਡੀਆਂ ਤਾਂ ਸਾਰੀਆਂ ਕਲਾਸਿਸ ਰੈਡੀ ਪਈਆਂ, ਅਸੀਂ ਤਾਂ ਇੱਕ ਦਿਨ 'ਚ ਹੀ ਸਿਲੇਬਸ ਕਰਾ ਦਿਆਂਗੇ, ਤੁਸੀਂ ਕਰਨ ਵਾਲੇ ਬਣੋ। ਤਾਂ ਇਸ ਕੇਸ ਦੇ ਵਿੱਚ ਬਹਿਕਾਵੇ ਦੇ ਵਿੱਚ ਨਹੀਂ ਆਉਣਾ, ਤੁਸੀਂ ਠੋਕ ਕੇ ਇੱਕ ਸਵਾਲ ਪੁੱਛਣਾ ਕਿ ਸਰ ਤੁਸੀਂ ਇਹ ਦੱਸੋ ਕਿ ਕਿੰਨੀਆਂ ਰਿਕਾਰਡਡ ਕਲਾਸਿਸ ਨੇ ਤੇ ਉਹ ਰਿਕਾਰਡਡ ਕਲਾਸਿਸ ਨੂੰ ਬਣਾਉਣ ਦੇ ਵਿੱਚ ਤੁਹਾਡਾ ਕਿੰਨਾ ਸਮਾਂ ਲੱਗਿਆ, ਕਿਉਂਕਿ ਤੁਸੀਂ ਇਹ ਜਾਣਦੇ ਹੋ ਕਿ ਜਿੰਨਾ ਸਮਾਂ ਟੀਚਰ ਨੂੰ ਲੱਗਿਆ ਤਾਂ ਇੱਕ ਬੱਚੇ ਨੂੰ ਉਸ ਤੋਂ ਜ਼ਿਆਦਾ ਹੀ ਸਮਾਂ ਲੱਗਣ ਵਾਲਾ ਹੈ। ਕਿਤੇ ਇਹ ਨਾ ਹੋਵੇ ਕਿ ਉਹ ਕਲਾਸਿਸ ਬਣਾਉਣ 'ਚ ਇੱਕ ਟੀਚਰ ਨੂੰ ਹੀ 4-5 ਸਾਲ ਲੱਗ ਗਏ ਤਾਂ ਫਿਰ ਇੱਕ ਬੱਚੇ ਨੂੰ ਤਾਂ ਉਸ ਤੋਂ ਜ਼ਿਆਦਾ ਹੀ ਲੱਗਣਗੇ। ਨਾਲੇ ਇਹ ਵੀ ਧਿਆਨ ਰੱਖਿਓ ਕਿਉਂਕਿ ਇਹ ਮਾਰਕੀਟ ਆ, ਹੋ ਸਕਦਾ ਤੁਹਾਡੇ ਸਵਾਲ ਦਾ ਜਵਾਬ ਹੀ ਉਹ ਝੂਠ ਦੇ ਦੇਣ, ਉਹ ਕਹਿ ਦੇਣ ਕਿ ਅਸੀਂ ਤਾਂ ਜੀ 6 ਮਹੀਨਿਆਂ 'ਚ ਇਹ ਕਲਾਸਾਂ ਬਣਾਤੀਆਂ ਸੀ, ਤੁਸੀਂ ਵੀ ਕਰ ਲਓਗੇ, ਚਿੰਤਾ ਨਾ ਕਰੋ। ਤਾਂ ਕਲੀਅਰਲੀ ਇਹ ਪੁੱਛੋ ਕਿ ਸਰ ਸਾਨੂੰ ਇਹ ਦੱਸੋ ਕਿ ਕਿੰਨੀ ਗਿਣਤੀ ਹੈ ਉਹ ਕਲਾਸਾਂ ਦੀ ਤੇ ਕਿੰਨੇ ਸਮੇਂ ਦੀ ਇੱਕ ਕਲਾਸ ਹੈ। ਮਤਲਬ ਕਹਿਣ ਤੋਂ ਭਾਵ ਆ ਕਿ ਤੁਸੀਂ ਜਦੋਂ ਕੁਆਂਟੀਟੀ ਪੁੱਛ ਲਓਗੇ
ਤਾਂ ਇੱਕ ਡੀਸੈਂਟ ਜਿਹਾ ਆਈਡੀਆ ਖੁਦ ਲਾ ਲਓਗੇ। ਫੋਰ ਐਗਜ਼ਾਮਪਲ ਮੰਨ ਲਓ ਜੇ 500 ਲੈਕਚਰ ਨੇ ਤੇ ਇੱਕ ਲੈਕਚਰ ਦੀ ਡਿਊਰੇਸ਼ਨ ਹੈ 1.5 ਘੰਟਾ, ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਇੱਕ ਬੱਚਾ ਪਹਿਲੀ ਵਾਰ ਕੋਚਿੰਗ ਦੇ ਵਿੱਚ ਆਉਂਦਾ 1.5 ਘੰਟੇ ਦਾ ਲੈਕਚਰ ਖਤਮ ਕਰਨ ਲਈ ਉਹਨੂੰ 5 ਤੋਂ 6 ਘੰਟੇ ਲੱਗਣੇ ਹੀ ਲੱਗਣੇ ਆ, ਕਿਉਂਕਿ ਇੱਕ ਤਾਂ ਉਹ ਪਹਿਲੀ ਵਾਰ ਸੁਣ ਰਿਹਾ, ਉਹ ਬ੍ਰੇਕ ਲੈ ਲੈ ਕੇ ਸੁਣੂਗਾ, ਹੌਲੀ ਹੌਲੀ ਸਮਝੂਗਾ। ਦੂਜਾ ਹੋ ਸਕਦਾ ਉਹਨੂੰ ਉਹ ਲੈਕਚਰ ਦੁਬਾਰਾ ਵਿਜ਼ਿਟ ਕਰਨਾ ਪਵੇ, ਕੁਝ ਡਾਊਟਸ ਆ ਜਾਣ, ਫਿਰ ਉਹਨੂੰ ਬੁੱਕ ਪੜ੍ਹਨੀ ਪਊਗੀ, ਫਿਰ ਉਹਨੂੰ ਦੁਬਾਰਾ ਵੀ ਬੁੱਕ ਪੜ੍ਹਨੀ ਪੈ ਸਕਦੀ ਹੈ ਕੁਝ ਪੁਆਇੰਟਸ ਨੂੰ ਹੋਰ ਕਲੀਅਰ ਕਰਨ ਲਈ, ਥੋੜਾ ਬਹੁਤ ਨੈਟ ਤੇ ਵੀ ਸਰਚ ਕਰਨਾ ਪੈ ਸਕਦਾ। ਤਾਂ ਮੰਨ ਕੇ ਚੱਲੋ ਕਿ ਇੱਕ ਦਿਨ ਦੇ ਵਿੱਚ ਉਹ ਇੱਕ ਲੈਕਚਰ ਹੀ ਨਿਪਟਾ ਪਾਊਗਾ, ਤਾਂ ਫਿਰ 500 ਲੈਕਚਰ 500 ਦਿਨ ਮਿਨੀਮਮ ਇੱਕ ਵਾਰ ਕਰਨ ਦੇ ਵਿੱਚ ਹੀ ਲੱਗ ਜਾਣਗੇ। ਤਾਂ ਉਸ ਤੋਂ ਜ਼ਿਆਦਾ ਟਾਈਮ ਹੀ ਲੱਗ ਜਾਊਗਾ ਇੱਕ ਸਟੂਡੈਂਟ ਨੂੰ ਪੂਰਾ ਸਿਲੇਬਸ ਕਵਰ ਕਰਨ ਦੇ ਵਿੱਚ। ਇਹ ਸਮੇਂ ਜ਼ਿਆਦਾ ਹੈ ਘੱਟ ਹੈ ਮੈਂ ਇਹ ਕਮੈਂਟ ਨਹੀਂ ਕਰ ਰਿਹਾ, ਕਿਉਂਕਿ ਡਿਪੈਂਡ ਕਰਦਾ ਉਹ ਕਿਹੜੇ ਪੇਪਰ ਦੀ ਤਿਆਰੀ ਕਰ ਰਿਹਾ, ਬਟ ਐਟਲੀਸਟ ਉਹਨੂੰ ਸਮੇਂ ਰਿਵੀਲ ਤਾਂ ਹੋ ਗਿਆ ਨਾ। ਜੋ ਇੱਕ ਟੀਚਰ ਡਿਸੀਵ ਕਰ ਰਿਹਾ ਸੀ, ਇੱਕ ਤਰੀਕੇ ਨਾਲ ਉਹਨੂੰ ਮੈਨੀਪੂਲੇਟ ਕਰ ਰਿਹਾ ਸੀਗਾ ਕਿ ਸਮਾਂ ਨਾ ਦੱਸਾਂ, ਕਿਉਂਕਿ ਜੇ 3 ਸਾਲ ਦੱਸਤੇ ਤਾਂ ਫਿਰ ਇਹ ਡਰ ਜੂਗਾ ਤੇ ਇਹਨੇ ਸ਼ੁਰੂਆਤ ਨਹੀਂ ਕਰਨੀ। ਇੱਕ ਵਾਰੀ ਇਹ ਕਹਿ ਕੇ ਕਿ ਅਸੀਂ ਤਾਂ ਇੱਕ ਦਿਨ 'ਚ ਹੀ ਸਿਲੇਬਸ ਕਵਰ ਕਰਾ ਦਾਂਗੇ, ਤੂੰ ਲੈਣ ਵਾਲਾ ਬਣ, ਇਹਨੂੰ ਐਂਟਰ ਕਰਾ ਲਓ, ਫਿਰ ਹੌਲੀ ਹੌਲੀ ਬੰਦਾ ਅਡੈਪਟੇਬਲ ਹੋ ਜਾਂਦਾ ਹੈ। ਜਦੋਂ ਤੱਕ ਸੁਰਤ ਆਉਂਦੀ ਹੈ ਉਦੋਂ ਤੱਕ 1.5-2 ਸਾਲ ਬੀਤ ਜਾਂਦੇ ਆ, ਤੇ ਇੰਨੇ ਵਿੱਚ ਕੋਚਿੰਗ ਇੰਸਟੀਚਿਊਟ ਅੱਛੀਆਂ ਐਡਮਿਸ਼ਨਾਂ, ਮੰਨ ਲਓ 1.5-2 ਸਾਲ ਵਾਲੇ ਬੱਚੇ 50 ਵੀ ਇੱਦਾਂ ਮਿਲ ਗਏ ਜਿਹੜਿਆਂ ਨੂੰ ਟਾਈਮ ਨਾ ਪਤਾ ਹੋਣ ਕਰਕੇ ਜਿਨ੍ਹਾਂ ਨੇ ਜੁਆਇਨ ਕਰ ਲਿਆ, ਜਿਨ੍ਹਾਂ ਨੂੰ ਸ਼ਾਇਦ ਇਹ ਪਹਿਲੇ ਦਿਨ ਦੱਸ ਦਿੰਦੇ ਕਿ 3-4 ਸਾਲ ਲੱਗਣੇ, ਉਹ ਜੁਆਇਨ ਨਾ ਕਰਦੇ ਹੋ ਸਕਦਾ, ਤਾਂ ਇੱਦਾਂ ਦੇ 50 ਬੱਚੇ ਕਿੰਨੀ ਫੀਸ ਦੇ ਜਾਣਗੇ। ਤਾਂ ਅਗਲੇ ਦਾ ਤਾਂ ਦੇਖੋ ਇਹ ਬਿਜ਼ਨਸ ਮਾਡਲ ਆ, ਉਹਨੇ ਤਾਂ ਇਹ ਅਲੱਗ-ਅਲੱਗ ਤਰੀਕੇ ਅਜ਼ਮਾ ਕੇ ਤੁਹਾਨੂੰ ਵੇਚਣਾ ਕਿ ਯਾਰ ਇੱਕ ਦਿਨ 'ਚ ਕਰ ਦਾਂਗੇ, ਕਿੱਡੀ ਗੱਲ ਆ, ਸਾਰੇ ਤਿਆਰ ਪਏ ਆ, ਤੂੰ ਕਰਨ ਵਾਲਾ ਬਣ, ਦਿਨ ਰਾਤ ਇੱਕ ਕਰ ਦੇ। ਬਟ ਇੱਕ ਪ੍ਰੈਕਟੀਕਲ ਹਿਊਮਨ ਕਪੈਸਿਟੀ ਹੁੰਦੀ ਹੈ ਮਾਈਂਡ ਦੀ। ਤੁਸੀਂ ਜਿਹੜੀ ਨਵੀਂ ਚੀਜ਼ ਸਿੱਖ ਰਹੇ ਹੋ, ਤੁਸੀਂ ਇੱਕ ਦਿਨ ਦੇ ਵਿੱਚ ਉਹ ਇੱਕ ਲੈਵਲ ਤੋਂ ਜ਼ਿਆਦਾ ਨਹੀਂ ਸਿੱਖ ਸਕਦੇ, ਤੁਹਾਨੂੰ ਬ੍ਰੇਕਸ ਲੈ ਕੇ ਹੀ ਸਿੱਖਣੀ ਪਊਗੀ। ਯਾਦ ਵੀ ਤਾਂ ਰੱਖਣੀ ਆ, ਪੇਪਰ ਵੀ ਤਾਂ ਦੇਣਾ, ਕਿ ਇਕੱਲੇ ਬਸ ਪੜ੍ਹ ਕੇ ਨਿਪਟਾਉਣੀ ਆ ਤੇ ਉਸ ਤੋਂ ਬਾਅਦ ਭੁੱਲ ਜਾਣੀ ਆ। ਇਹਦੇ ਵਿੱਚ ਇੱਕ ਛੋਟੀ ਜਿਹੀ ਐਗਜ਼ਾਮਪਲ ਲਾ ਲਓ, ਮੰਨ ਲਓ ਮੈਂ ਤੁਹਾਨੂੰ 30 ਰੋਟੀਆਂ ਦੇ ਦਿੰਦਾ ਤੇ ਕਹਿੰਦਾ ਕਿ ਇਹਨੂੰ ਇੱਕ ਦਿਨ 'ਚ ਖਾ ਕੇ ਦਿਖਾਓ, ਕਿਉਂਕਿ ਰੋਟੀਆਂ ਖਾਣੀਆਂ ਹੀ ਹੁੰਦੀਆਂ, ਤੁਸੀਂ ਖਾ ਹੀ ਲੈਣੀਆਂ 30 ਰੋਟੀਆਂ ਹਫ਼ਤੇ 'ਚ, ਪਰ ਇਹਨੂੰ ਅੱਜ ਕਰੋ ਇੱਕ ਦਿਨ 'ਚ ਖਾ ਕੇ ਦਿਖਾਓ। ਕੀ ਤੁਸੀਂ ਖਾ ਪਾਓਗੇ? ਉਲਟਾ ਤੁਸੀਂ ਆਪਣਾ ਡਾਈਜੈਸਟਿਵ ਸਿਸਟਮ ਖਰਾਬ ਕਰ ਲਓਗੇ। ਤਾਂ ਇਹ ਕੁਝ ਉੱਦਾਂ ਹੀ ਆ। ਉਹ ਟੀਚਰ ਪੇਸ਼ 30 ਰੋਟੀਆਂ 30 ਲੈਕਚਰ ਕਰਦੇ ਆ ਕਿ ਜੇ ਮੰਨ ਲਓ 500 ਲੈਕਚਰ 6 ਮਹੀਨਿਆਂ 'ਚ ਮੁਕਾਣੇ ਆ, ਤਾਂ ਫਿਰ ਇੱਕ ਦਿਨ ਦੇ ਵਿੱਚ ਮਲਟੀਪਲ ਲੈਕਚਰਸ ਕਰੋ, ਜੋ ਕਿ ਪੋਸੀਬਲ ਨਹੀਂ ਹੈ। ਤਾਂ ਇਹ ਸਾਰੀਆਂ ਚਲਾਕੀਆਂ ਤੋਂ ਬਚੋ। ਕਲੀਅਰ ਕੱਟ ਉਹ ਕੋਚਿੰਗ ਇੰਸਟੀਚਿਊਟ ਜੁਆਇਨ ਕਰੋ ਜਿਹੜਾ ਕਲੀਅਰਲੀ ਤੁਹਾਨੂੰ ਇਹ ਕਹਿ ਰਿਹਾ ਕਿ ਯਾਰ ਮੈਂ ਇੰਨੇ ਸਮੇਂ ਦੇ ਵਿੱਚ ਸਿਲੇਬਸ ਮੁਕਾ ਦਊਂਗਾ, ਇੰਨੀ ਡੈਪਥ ਤੱਕ ਮੈਂ ਆ ਸਬਜੈਕਟ ਕਰਾਊਂਗਾ ਤੇ ਇੰਨੇ ਸਮੇਂ ਦੇ ਵਿੱਚ ਆ ਵਾਲੇ ਸਬਜੈਕਟਸ ਮੁਕਾਊਂਗਾ ਤੇ ਪੂਰਾ ਸਿਲੇਬਸ ਇੰਨੇ ਸਮੇਂ 'ਚ ਹੋ ਜਾਊਗਾ। ਤੇ ਜਿਹੜਾ ਰਿਕਾਰਡਡ ਕਲਾਸਿਸ ਵਾਲਾ ਸ਼ਗੂਫਾ ਛੱਡੇ, ਉਹਦੇ ਤੋਂ ਤਾਂ ਵੈਸੇ ਹੀ ਥੋੜੀ ਦੂਰੀ ਬਣਾ ਲਿਓ, ਕਿਉਂਕਿ ਇਹ ਜਿਹੜਾ ਜਵਾਬ ਹੈ ਨਾ ਕਿ ਭਾਵੇਂ ਇੱਕ ਦਿਨ 'ਚ ਹੀ ਸਿਲੇਬਸ ਕਰਾ ਦਾਂਗੇ ਅਸੀਂ, ਤੁਸੀਂ ਕਰਨ ਵਾਲੇ ਬਣੋ, ਇਹ ਜਵਾਬ ਆਪਣੇ ਆਪ 'ਚ ਹੀ ਧੋਖਾ ਹੈ। ਤੇ ਜਿੰਨੇ ਪਹਿਲੇ ਦਿਨ ਹੀ ਐਡਾ ਚਲਾਕੀ ਭਰਿਆ ਜਵਾਬ ਦੇਤਾ, ਤਾਂ ਉਹ ਅੱਗੇ ਜਾ ਕੇ ਵੀ ਚਲਾਕੀ ਕਰੂਗਾ। ਇਹ ਤਸੀਰ ਦਾ ਪਤਾ ਲੱਗ ਜਾਂਦਾ ਬੰਦੇ ਦਾ, ਕਹਿੰਦੇ ਨਾ ਮਤਲਬ ਇੱਕ ਦਾਣੇ ਨਾਲ ਹੀ ਚਾਵਲਾਂ ਦਾ ਪਤਾ ਲੱਗ ਜਾਂਦਾ। ਤਾਂ ਬੰਦੇ ਦੀ ਤਸੀਰ ਪਹਿਲੇ ਦਿਨ ਹੀ ਪਤਾ ਲੱਗ ਗਈ ਕਿ ਇਹਨੇ ਜਵਾਬ ਉਹ ਦਿੱਤਾ ਜੋ ਚਲਾਕੀ ਭਰਿਆ ਸੀ। ਇਹਨੇ ਕਲੀਅਰਲੀ ਇਹ ਨਹੀਂ ਕਿਹਾ ਕਿ ਯਾਰ 3-4-5 ਸਾਲ ਲੱਗ ਜਾਣਗੇ ਮੇਰੇ ਲੈਕਚਰਾਂ ਦੇ ਹਿਸਾਬ ਨਾਲ। ਤਾਂ ਉਹ ਕੋਚਿੰਗ ਇੰਸਟੀਚਿਊਟ ਜੁਆਇਨ ਕਰੋ ਜਿਹਦਾ ਐਗਜ਼ਾਮ ਸਿਲੇਬਸ ਕਵਰ ਕਰਨ ਦਾ ਟਾਈਮ ਡਿਫਾਈਨਡ ਆ ਤੇ ਸਾਰਾ ਕੁਝ ਕਲੀਅਰ ਆ। ਤੇ ਉਹ ਕੋਚਿੰਗ ਇੰਸਟੀਚਿਊਟ ਤੋਂ ਦੂਰੀ ਬਣਾ ਕੇ ਰੱਖੋ ਜਿਹੜਾ ਮੈਨੀਪੂਲੇਟ ਕਰਦਾ, ਜਿਹੜਾ ਸਿੱਧਾ ਜਵਾਬ ਨਹੀਂ ਦੇ ਰਿਹਾ ਤੇ ਇਹ ਚੀਜ਼ ਤੋਂ ਭੱਜ ਰਿਹਾ। ਤੇ ਹੁਣ ਚੱਲਦੇ ਹਾਂ ਆਪਾਂ ਦੂਸਰੇ ਪੁਆਇੰਟ ਵੱਲ। ਤੇ ਦੂਸਰਾ ਪੁਆਇੰਟ ਇਸ ਵਿੱਚ ਇਹ ਆ ਕਿ ਜਿਹੜੇ ਵੀ ਕੋਚਿੰਗ ਇੰਸਟੀਚਿਊਟ ਨੂੰ ਤੁਸੀਂ ਜੁਆਇਨ ਕਰਨ ਬਾਰੇ ਸੋਚ ਰਹੇ ਹੋ, ਪਹਿਲਾਂ ਇਹ ਚੰਗੀ ਤਰ੍ਹਾਂ ਪਤਾ ਕਰੋ ਕਿ ਕੀ ਉੱਥੇ ਓਪਨ ਬੈਚ ਸਿਸਟਮ ਹੈ ਜਾਂ ਕਲੋਜ਼ਡ ਬੈਚ ਸਿਸਟਮ ਹੈ। ਕਲੋਜ਼ਡ ਬੈਚ ਸਿਸਟਮ ਤੋਂ ਭਾਵ ਇਹ ਆ ਕਿ ਜਿਹੜੇ ਹਰ ਸਾਲ ਬੈਚ ਸ਼ੁਰੂ ਹੁੰਦੇ ਆ, ਬੱਚੇ ਲੈਂਦੇ ਆ, ਬੈਚ ਸ਼ੁਰੂ ਹੁੰਦਾ, ਖਤਮ ਹੁੰਦਾ, ਫਿਰ ਨਵਾਂ ਬੈਚ ਸ਼ੁਰੂ ਹੁੰਦਾ, ਉਹਦੇ ਵਿੱਚ ਫਿਰ ਨਵੇਂ ਬੱਚੇ, ਉਹ ਖਤਮ ਹੁੰਦਾ, ਇਹ ਹੁੰਦਾ ਕਲੋਜ਼ ਬੈਚ ਸਿਸਟਮ। ਓਪਨ ਬੈਚ ਸਿਸਟਮ ਇਹ ਹੁੰਦਾ ਕਿ ਇੱਕ ਇੰਸਟੀਚਿਊਟ ਦੇ ਵਿੱਚ ਇੱਕ ਬੈਚ ਚੱਲ ਰਿਹਾ, ਜਿਵੇਂ ਟਿਊਸ਼ਨ ਹੁੰਦੀ ਆ ਕਿ ਬੈਚ ਚੱਲ ਰਿਹਾ, ਉਹਦੇ ਵਿੱਚ ਹੀ ਪੁਰਾਣੇ ਬੱਚੇ ਤੁਰੇ ਫਿਰਦੇ ਆ, 6 ਮਹੀਨੇ ਪੁਰਾਣਾ ਵੀ ਬੱਚਾ ਉਹਦੇ ਵਿੱਚ ਆ, ਸਾਲ ਪੁਰਾਣਾ ਵੀ ਉਹਦੇ ਵਿੱਚ ਆ, 2 ਸਾਲ ਪੁਰਾਣਾ ਵੀ ਉਹਦੇ ਵਿੱਚ ਆ। ਤੇ ਜੇ ਅੱਜ ਦੀ ਤਰੀਕ 'ਚ ਕੋਈ ਫਰੈਸ਼ਰ ਵੀ ਐਡਮਿਸ਼ਨ ਲੈਣਾ ਚਾਹੂਗਾ ਤਾਂ ਉਹ ਆਹੀ ਬੈਚ ਵਿੱਚ ਭਰਤੀ ਹੋਊਗਾ, ਕਿਉਂਕਿ ਬੈਚ ਹੀ ਇੱਕੋ ਹੈ, ਓਪਨ ਬੈਚ ਸਿਸਟਮ ਆ, ਨਵੇਂ ਪੁਰਾਣੇ ਸਭ ਇਕੱਠੇ। ਪਰ ਇਹ ਯਾਦ ਰੱਖਿਓ ਕਿ ਇੱਕ ਸਟੂਡੈਂਟ ਲਈ ਹਮੇਸ਼ਾ ਕਲੋਜ਼ਡ ਬੈਚ ਵਾਲਾ ਸਿਸਟਮ ਹੀ ਯੂਜ਼ਫੁਲ ਤੇ ਬੈਨੀਫੀਸ਼ੀਅਲ ਹੁੰਦਾ ਹੈ। ਉਹ ਕਿਵੇਂ, ਇਹ ਸੁਣੋ। ਦੇਖੋ, ਕਲੋਜ਼ਡ ਬੈਚ ਦਾ ਮਤਲਬ ਸਾਰੇ ਫਰੈਸ਼ਰ ਭਰਤੀ ਹੋਣਗੇ, ਇੱਕੋ ਲੈਵਲ ਤੇ ਬੱਚੇ ਹੋਣਗੇ, ਤਾਂ ਟੀਚਰ ਨੂੰ ਵੀ ਕੋਈ ਕਨਫਿਊਜ਼ਨ ਨਹੀਂ ਰਹੂਗੀ ਕਿ ਮੈਂ ਕਿਵੇਂ ਪੜ੍ਹਾਉਣਾ। ਉਹ ਬਿਲਕੁਲ ਬੇਸਿਕ ਲੈਵਲ ਤੋਂ ਪੜ੍ਹਾਊਗਾ ਕਿ ਫਰੈਸ਼ਰਸ ਨੂੰ ਪੜ੍ਹਾ ਰਿਹਾ ਤੇ ਇਹਨਾਂ ਨੂੰ ਬੇਸਿਕ ਤੋਂ ਪੜ੍ਹਾਉਣਾ ਪੈਣਾ ਤੇ ਇਹਨਾਂ ਨੂੰ ਸਮਝ ਆ ਜਾਵੇ। ਦੂਸਰਾ, ਉਹ ਸਾਰੇ ਬੱਚੇ ਇੱਕੋ ਵਰਗੇ ਹੋਣਗੇ ਤੇ ਉਹਨਾਂ ਨੂੰ ਇੱਕ ਕਮਿਟਮੈਂਟ ਕੀਤੀ ਹੋਊਗੀ ਇੰਸਟੀਚਿਊਟ ਨੇ ਪਹਿਲੇ ਦਿਨ ਕਿ ਤੁਹਾਡਾ 1 ਸਾਲ ਦੇ ਵਿੱਚ ਜਾਂ 2 ਸਾਲ ਜੋ ਵੀ ਟਾਈਮ ਹੈ, ਮੰਨ ਲਓ ਸਾਲ ਕਿਹਾ ਵੀ 1 ਸਾਲ ਦੇ ਵਿੱਚ ਸਿਲੇਬਸ ਖਤਮ ਕਰਾ ਦਾਂਗੇ। ਤਾਂ ਉਹ ਬੈਚ ਐਜ਼ ਅ ਹੋਲ ਉਸ ਇੰਸਟੀਚਿਊਟ ਤੇ ਪ੍ਰੈਸ਼ਰ ਪਾਉਣ ਜੋਗਾ ਹੋਊਗਾ ਕਿ ਤੁਸੀਂ ਸਰ 1 ਸਾਲ ਦੇ ਵਿੱਚ ਸਿਲੇਬਸ ਖਤਮ ਕਰਾਉਣ ਦੀ ਗੱਲ ਕੀਤੀ ਸੀ ਤੇ ਹੁਣ ਜੇ ਥੋੜੇ ਬਹੁਤ ਵੀ ਲੇਟ ਹੁੰਦੇ ਹੋਏ ਇੰਸਟੀਚਿਊਟ ਵਾਲੇ, ਤਾਂ ਬੱਚੇ ਪ੍ਰੈਸ਼ਰ ਪਾ ਕੇ ਕਿਵੇਂ ਨਾ ਕਿਵੇਂ ਐਕਸਟਰਾ ਕਲਾਸਿਸ ਲਵਾ ਕੇ ਆਪਣਾ ਸਿਲੇਬਸ ਖਤਮ ਕਰਵਾ ਲੈਣਗੇ। ਤਾਂ ਇੰਸਟੀਚਿਊਟ ਵਾਲਿਆਂ ਤੇ ਇਹ ਕਲੋਜ਼ਡ ਬੈਚ ਐਜ਼ ਅ ਪ੍ਰੈਸ਼ਰ ਵੀ ਕੰਮ ਕਰ ਪਾਊਗਾ। ਪਲੱਸ
ਇੰਸਟੀਚਿਊਟ ਵਾਲਿਆਂ ਨੂੰ ਖੁਦ ਵੀ ਤਾਂ ਇਹ ਹੋਊਗਾ ਨਾ ਕਿ ਇਹ ਬੈਚ ਖਤਮ ਕਰਾਂਗੇ ਤਾਂ ਹੀ ਨਵਾਂ ਬੈਚ ਸ਼ੁਰੂ ਹੋਊਗਾ। ਨਵਾਂ ਬੈਚ ਮਤਲਬ ਨਵੀਂ ਫੀਸ। ਤਾਂ ਇੰਸਟੀਚਿਊਟ ਵਾਲੇ ਖੁਦ ਵੀ ਇਹ ਪੂਰੀ ਕੋਸ਼ਿਸ਼ ਕਰਨਗੇ ਕਿ ਫਟਾਫਟ ਸਾਲ ਦੇ ਵਿੱਚ ਇਹ ਬੈਚ ਟਾਈਮਲੀ ਖਤਮ ਕੀਤਾ ਜਾਵੇ ਤਾਂ ਕਿ ਨਵੇਂ ਬੈਚ ਵਿੱਚ ਨਵੀਆਂ ਐਡਮਿਸ਼ਨਾਂ ਲਈਏ, ਨਵੀਆਂ ਫੀਸਾਂ ਲਈਏ। ਤਾਂ ਇਸ ਕਰਕੇ ਉਹ ਵੀ ਫਟਾਫਟ ਸਿਲੇਬਸ ਖਤਮ ਕਰਵਾਉਣ ਵੱਲ ਹੀ ਜਾਣਗੇ। ਤੇ ਇਹ ਤਿੰਨੇ ਪੁਆਇੰਟਸ ਕਰਕੇ ਕਲੋਜ਼ਡ ਬੈਚ ਸਿਸਟਮ ਹੀ ਸਟੂਡੈਂਟਸ ਲਈ ਯੂਜ਼ਫੁਲ ਹੈ ਤਾਂ ਕਿ ਟਾਈਮਲੀ ਸਿਲੇਬਸ ਬਿਨਾਂ ਪੀਸ ਆਫ ਮਾਈਂਡ ਲੂਜ਼ ਕੀਤੇ ਖਤਮ ਹੋ ਪਾਵੇ। ਤੇ ਕਈ ਇੰਸਟੀਚਿਊਟ ਦੇ ਵਿੱਚ ਓਪਨ ਬੈਚ ਸਿਸਟਮ ਹੁੰਦਾ ਹੈ, ਮਤਲਬ ਕਿ ਇੱਕ ਬੈਚ ਪੁਰਾਣੇ ਸਮੇਂ ਤੋਂ ਚੱਲ ਰਿਹਾ, ਉਹਦੇ ਵਿੱਚ 2 ਸਾਲ ਪੁਰਾਣੇ ਬੱਚੇ ਵੀ ਆ, ਉਹਦੇ ਵਿੱਚ ਸਾਲ ਪੁਰਾਣੇ ਬੱਚੇ ਵੀ ਆ, ਉਹਦੇ ਵਿੱਚ 6 ਮਹੀਨੇ ਪੁਰਾਣਾ ਬੱਚਾ ਵੀ ਆ। ਤੇ ਅੱਜ ਦੀ ਡੇਟ ਵਿੱਚ ਜੇ ਕੋਈ ਫਰੈਸ਼ਰ ਐਡਮਿਸ਼ਨ ਲਊਗਾ ਤਾਂ ਉਹਨੂੰ ਵੀ ਇਸੇ ਬੈਚ ਵਿੱਚ ਹੀ ਐਡਮਿਸ਼ਨ ਮਿਲੂਗੀ ਤੇ ਉਹ ਵੀ ਇਸੇ ਬੈਚ ਵਿੱਚ ਹੀ ਚੱਲੂਗਾ। ਪਰ ਓਪਨ ਬੈਚ ਸਿਸਟਮ ਬਹੁਤ ਹੀ ਹਾਰਮਫੁਲ ਹੁੰਦਾ ਹੈ ਬੱਚਿਆਂ ਲਈ। ਉਹ ਸੁਣੋ ਕਿਵੇਂ। ਦੇਖੋ, ਓਪਨ ਬੈਚ ਸਿਸਟਮ ਦੇ ਵਿੱਚ ਫਰੈਸ਼ਰ ਵੀ ਬੈਠਾ ਹੈ, ਮਤਲਬ ਜਿਹਨੇ ਅੱਜ ਹੀ ਜੁਆਇਨ ਕੀਤਾ, 6 ਮਹੀਨੇ ਵਾਲਾ ਵੀ ਬੈਠਾ, ਸਾਲ ਵਾਲਾ ਵੀ ਬੈਠਾ, 2 ਸਾਲ ਵਾਲਾ ਵੀ ਬੈਠਾ। ਟੀਚਰ ਨੂੰ ਇਹੀ ਸਮਝ ਨਹੀਂ ਲੱਗਦੀ ਕਿ ਉਹ ਕਿਸ ਲੈਵਲ ਤੇ ਪੜ੍ਹਾਵੇ, ਕਿੱਦਾਂ ਪੜ੍ਹਾਵੇ, ਕਿਉਂਕਿ ਜੇ ਉਹ 2 ਸਾਲ ਦੇ ਹਿਸਾਬ ਨਾਲ ਪੜ੍ਹਾਊਗਾ ਬਹੁਤ ਸਾਰੀਆਂ ਚੀਜ਼ਾਂ ਸਕਿਪ ਕਰੂਗਾ, ਕਿਉਂਕਿ 2 ਸਾਲ ਵਾਲੇ ਬੱਚੇ ਨੂੰ ਆਉਂਦੀਆਂ ਹੁੰਦੀਆਂ ਕਿ ਉਹ 2 ਸਾਲ ਤੋਂ ਪੜ੍ਹ ਰਿਹਾ, ਤਾਂ ਉਹ ਫਰੈਸ਼ਰ ਨੂੰ ਸਮਝ ਨਹੀਂ ਆਉਣੀਆਂ। ਫਰੈਸ਼ਰ ਕਨਫਿਊਜ਼ ਹੋ ਜਾਊਗਾ ਕਿ ਯਾਰ ਇਹ ਤਾਂ ਬਹੁਤ ਉੱਤੋਂ ਪੜ੍ਹਾ ਰਹੇ ਆ। ਤੇ ਜੇ ਉਹ ਫਰੈਸ਼ਰ ਦੇ ਹਿਸਾਬ ਨਾਲ ਪੜ੍ਹਾਊਗਾ ਤਾਂ ਜਿਹੜਾ 2 ਸਾਲਾਂ ਤੋਂ ਪੜ੍ਹ ਰਿਹਾ ਉਹਨੂੰ ਲੱਗੂਗਾ ਕਿ ਯਾਰ ਇੰਨੀਆਂ ਬੇਸਿਕ ਚੀਜ਼ਾਂ ਪੜ੍ਹਾ ਰਹੇ ਆ, ਮੇਰਾ ਟਾਈਮ ਵੇਸਟ ਕਰ ਰਹੇ ਆ। ਤਾਂ ਇੱਕ ਨਾ ਰੋਲ ਗਦੋਲ ਜੀ ਹੋ ਜਾਊਗੀ, ਕਿਉਸ ਜਿਹਾ ਹੋ ਜਾਊਗਾ। ਤੇ ਇਹਦਾ ਇੱਕ ਇਹ ਵੀ ਡਿਸਐਡਵਾਂਟੇਜ ਆ ਕਿ ਜਦੋਂ ਹੁਣ 2 ਸਾਲ ਵਾਲਾ ਬੱਚਾ ਅਲੱਗ ਸਟੇਜ ਤੇ ਆ, ਉਹਦਾ ਮਾਈਂਡ ਸਟੇਟ ਅਲੱਗ ਆ, ਫਰੈਸ਼ਰ ਦਾ ਮਾਈਂਡ ਸਟੇਟ ਅਲੱਗ ਆ, ਤਾਂ ਇਹ ਕਦੀ ਵੀ ਯੂਨਾਈਟ ਹੋ ਕੇ ਟੀਚਰ ਤੇ ਪ੍ਰੈਸ਼ਰ ਨਹੀਂ ਪਾ ਸਕਣਗੇ ਸਿਲੇਬਸ ਖਤਮ ਕਰਵਾਉਣ ਲਈ, ਕਿਉਂਕਿ ਦੋਵਾਂ ਦਾ ਸਿਲੇਬਸ ਵੀ ਤਾਂ ਅਲੱਗ-ਅਲੱਗ ਚੱਲ ਰਿਹਾ ਨਾ, ਕਿਸੇ ਨੂੰ ਕੁਝ ਪਤਾ ਹੀ ਨਹੀਂ ਕਿੰਨੇ ਕੀ ਕਰ ਲਿਆ। ਤਾਂ ਇਹ ਕਦੀ ਟੀਚਰ ਤੇ ਪ੍ਰੈਸ਼ਰ ਨਹੀਂ ਪਾ ਪਾਉਣਗੇ ਕਿ ਸਰ ਤੁਸੀਂ ਸਿਲੇਬਸ ਖਤਮ ਛੇਤੀ ਕਰਵਾਓ। ਦੂਸਰਾ, ਟੀਚਰ ਨੂੰ ਕਦੀ ਸਮਝ ਨਹੀਂ ਆਉਣਾ ਕਿ ਮੈਂ ਕਿਹਦੇ ਹਿਸਾਬ ਨਾਲ ਪੜ੍ਹਾਵਾਂ, ਫਰੈਸ਼ਰ ਦੇ ਹਿਸਾਬ ਨਾਲ ਪੜ੍ਹਾਵਾਂ, 2 ਸਾਲ ਦੇ ਹਿਸਾਬ ਨਾਲ ਪੜ੍ਹਾਵਾਂ, ਕਿਉਸ ਰੋਲ ਗਦੋਲ। ਤੀਸਰਾ, ਉਹ ਟੀਚਰ ਨੂੰ ਕੋਈ ਲਾਲਚ ਵੀ ਨਹੀਂ ਹੋਊਗਾ ਨਵਾਂ ਬੈਚ ਸ਼ੁਰੂ ਕਰਨ ਦਾ, ਜਿਹਦੇ ਲਾਲਚ ਕਰਕੇ ਹੀ ਸ਼ਾਇਦ ਉਹ ਸਿਲੇਬਸ ਖਤਮ ਛੇਤੀ ਕਰਵਾ ਦਿੰਦਾ। ਬਟ ਓਪਨ ਬੈਚ ਸਿਸਟਮ ਦੇ ਵਿੱਚ ਉਹ ਟੀਚਰ ਨੂੰ ਕੋਈ ਲਾਲਚ ਨਹੀਂ ਆ। ਕਿਉਂ? ਉਹਨੂੰ ਪਤਾ ਕਿ ਮੇਰਾ ਓਪਨ ਬੈਚ ਸਿਸਟਮ ਆ, ਜਿਹੜੀਆਂ ਨਵੀਆਂ ਐਡਮਿਸ਼ਨਾਂ ਭਾਵੇਂ ਕੱਲ੍ਹ ਆਉਂਦੀਆਂ ਅੱਜ ਆ ਜਾਣ, ਮੈਂ ਤਾਂ ਇਸੇ ਬੈਚ ਵਿੱਚ ਹੀ ਲੈਣੀ ਆ, ਤਾਂ ਇਹ ਬੈਚ ਮੁਕਾਉਣਾ ਕਿਉਂ ਆ। ਸਗੋਂ ਵਧੀਆ ਜਿੰਨੇ ਬੱਚੇ ਜ਼ਿਆਦਾ ਚੱਲਣ ਦਿਓ, ਭਾਵੇਂ ਉਹ 4 ਸਾਲ ਪੁਰਾਣਾ 5 ਸਾਲ। ਤਾਂ ਜਿਹੜੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਓਪਨ ਬੈਚ ਸਿਸਟਮ ਹੁੰਦਾ ਹੈ ਉਹ ਡਿਵਾਸਟੇਟਿੰਗ ਆ, ਕਿਉਂਕਿ ਟੀਚਰ ਦੀ ਕੋਈ ਅਕਾਊਂਟੇਬਿਲਿਟੀ ਨਹੀਂ ਰਹਿੰਦੀ, ਨਾ ਇੰਸਟੀਚਿਊਟ ਦੀ ਕੋਈ ਅਕਾਊਂਟੇਬਿਲਿਟੀ ਰਹਿੰਦੀ ਆ, ਨਾ ਟਾਈਮਲੀ ਸਿਲੇਬਸ ਖਤਮ ਕਰਵਾਉਣ ਦਾ ਕੋਈ ਵਾਅਦਾ ਹੁੰਦਾ। ਖੁੱਲੀ ਪੜ੍ਹਾਈ ਚੱਲ ਰਹੀ ਆ, ਜਿਸ ਦਿਨ ਨਾ ਹੋਈ ਗੱਲਾਂ ਹੋ ਗਈਆਂ। ਜਿਸ ਦਿਨ ਕੋਈ ਟੌਪਿਕ ਬਾਹਲੀ ਡਿਟੇਲ 'ਚ ਕੀਤਾ ਉਹ ਇੰਨੀ ਡਿਟੇਲ 'ਚ ਚਲੇ ਗਏ ਕਿ ਸਿਰਫ ਇੱਕੋ ਹੀ ਟੌਪਿਕ ਕੀਤਾ ਜਿੱਥੇ 5 ਟੌਪਿਕ ਹੋ ਸਕਦੇ ਸੀ। ਇਹ ਸਭ ਦੇ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਬੱਚਿਆਂ ਦਾ। ਬੱਚਿਆਂ ਦੇ ਬਹੁਤ ਗੋਲਡਨ ਈਅਰਸ ਇਸ ਰੋਲ ਗਦੋਲ 'ਚ ਹੀ ਵੇਸਟ ਹੋ ਜਾਂਦੇ ਆ। ਕਿਉਂ? ਕਿਉਂਕਿ ਟੀਚਰ ਤੇ ਪ੍ਰੈਸ਼ਰ ਹੈ ਹੀ ਨਹੀਂ ਹੈ ਕਿ ਮੈਂ ਕੁਝ ਖਤਮ ਕਰਵਾਉਣਾ, ਪੇਪਰ ਆ ਰਿਹਾ 6 ਮਹੀਨੇ ਬਾਅਦ, ਕਿਉਂਕਿ 6 ਮਹੀਨੇ ਬਾਅਦ ਵਾਲਾ ਪੇਪਰ ਹੋ ਸਕਦਾ ਸਿਰਫ 2 ਬੱਚਿਆਂ ਨੇ ਦੇਣਾ ਹੋਵੇ ਬੈਚ ਦੇ, ਬਾਕੀ 10 ਬੱਚੇ ਤਾਂ ਹਲੇ 6 ਮਹੀਨੇ ਪੁਰਾਣੇ ਆ ਜੀ, ਉਹਨਾਂ ਦੀ ਤਾਂ ਤਿਆਰੀ ਨਹੀਂ ਹੋਈ। ਤਾਂ ਟੀਚਰ ਖੁਦ ਡਿਸਿਪਲਿਨ ਨਹੀਂ ਹੋ ਪਾਉਂਦਾ, ਅਕਾਊਂਟੇਬਲ ਹੋ ਹੀ ਨਹੀਂ ਪਾਉਂਦਾ। ਬੱਚਿਆਂ ਦੇ ਕਈ ਸਾਲ ਵੇਸਟ ਹੋ ਜਾਂਦੇ ਆ। ਤੇ ਜਦੋਂ ਤੱਕ ਬੱਚੇ ਨੂੰ ਸਮਝ ਲੱਗਦੀ ਆ ਕਿ ਯਾਰ ਆਹ ਬੈਚ ਗਲਤ ਜੁਆਇਨ ਕਰ ਲਿਆ, ਕਲੋਜ਼ ਬੈਚ ਕਰਨਾ ਚਾਹੀਦਾ ਸੀ ਜਿਹੜਾ 9 ਮਹੀਨੇ ਸਾਲ ਦੇ ਵਿੱਚ ਖਤਮ ਹੁੰਦਾ, ਉਦੋਂ ਤੱਕ ਉਹ ਬੱਚੇ ਦੇ ਆਪਦਾ ਹੀ ਟਾਈਮ ਪੀਰੀਅਡ ਖਤਮ ਹੋ ਚੁੱਕਿਆ ਹੁੰਦਾ ਜਿੰਨਾ ਉਹਨੂੰ ਤਿਆਰੀ ਕਰਨ ਲਈ ਮਿਲਿਆ ਹੁੰਦਾ। ਉਮਰ ਦਾ ਕੋਈ ਹੋ ਜਾਂਦਾ ਹਿਸਾਬ ਕਿ ਅੱਗੇ ਵਿਆਹ ਦਾ ਟਾਈਮ ਆ ਗਿਆ ਜਾਂ ਕੋਈ ਹੁਣ ਹੋਰ ਕਰੀਅਰ ਲੈਣਾ ਪਊਗਾ, ਘਰ ਵੱਲੋਂ ਪ੍ਰੈਸ਼ਰ ਆ ਗਿਆ, ਤਾਂ ਇਹ ਸਭ ਦੇ ਵਿੱਚ ਬੱਚੇ ਦਾ ਨੁਕਸਾਨ ਹੋ ਜਾਂਦਾ ਹੈ। ਓਪਨ ਬੈਚ ਸਿਸਟਮ ਦੇ ਵਿੱਚ ਬੈਚ ਦੀ ਕੋਈ ਐਂਡਿੰਗ ਡੇਟ ਨਹੀਂ ਹੁੰਦੀ, ਜਿਹਦੇ ਕਰਕੇ ਸਿਲੇਬਸ ਦੀ ਵੀ ਕੋਈ ਐਂਡਿੰਗ ਡੇਟ ਨਹੀਂ ਹੁੰਦੀ। ਤੇ ਇਹੀ ਤਬਾਹੀ ਮਚਾਉਂਦਾ ਹੈ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ, ਬਟ ਉਹਨੂੰ ਸਮਝ ਕਈ ਸਾਲਾਂ ਬਾਅਦ ਆਉਂਦਾ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਫਰਕ ਸਮਝਦੇ ਹਾਂ ਕਲੋਜ਼ਡ ਬੈਚ ਦਾ ਤੇ ਓਪਨ ਬੈਚ ਦਾ। ਮੰਨ ਲਓ 10 ਬੰਦੇ ਆ, 5 ਬੰਦੇ ਇੱਧਰ ਆ, 5 ਬੰਦੇ ਇੱਧਰ ਆ। ਇਹ ਦੋਨਾਂ 5 ਬੰਦਿਆਂ ਦੇ ਗਰੁੱਪਸ ਨੇ ਇੱਕ ਕੈਬ ਕਰਾ ਲਈ ਤੇ ਇਹਨਾਂ ਕੋਲ 7 ਦਿਨ ਦਾ ਸਮਾਂ ਸੀ ਤੇ ਇਹਨਾਂ ਨੂੰ ਟਾਸਕ ਇਹ ਦਿੱਤਾ ਗਿਆ ਕਿ ਤੁਸੀਂ ਦਿੱਲੀ ਘੁੰਮ ਕੇ ਆਉਣਾ। ਤਾਂ ਜਿਹੜੇ ਇੱਧਰ ਵਾਲੇ 5 ਜਣੇ ਸੀ, ਇਹਨਾਂ ਦੀ ਕੈਬ ਦਾ ਡਰਾਈਵਰ ਕਲੋਜ਼ਡ ਬੈਚ ਵਾਲਾ ਬੰਦਾ ਸੀਗਾ, ਉਹਨੂੰ ਡਿਸਿਪਲਿਨ ਪਸੰਦ ਸੀ। ਤਾਂ ਉਹਨੇ ਕੀ ਕੀਤਾ ਕਿ ਉਹ ਪਹਿਲੇ ਦਿਨ ਫਟਾਫਟ ਉਹਨੇ ਟਰੈਵਲ ਖਿੱਚਤਾ। 400 ਕਿਲੋਮੀਟਰ ਦੂਰ ਸੀ ਦਿੱਲੀ ਤੇ 400 ਕਿਲੋਮੀਟਰ ਇੱਕ ਦਿਨ 'ਚ ਹੀ ਲਾਤਾ ਤੇ ਉਹ ਪਹਿਲੇ ਦਿਨ ਦੀ ਰਾਤ ਤੱਕ ਉਹਨਾਂ ਨੂੰ ਦਿੱਲੀ ਲੈ ਗਿਆ। ਅਗਲੇ 5 ਦਿਨ ਉਹਨੇ ਉਹਨਾਂ ਨੂੰ ਵਧੀਆ ਦਿੱਲੀ ਘੁਮਾਇਆ, ਕੱਲੀ ਚੀਜ਼ ਦੀ ਪੂਰੀ ਡਿਟੇਲਿੰਗ ਦਿੱਤੀ ਤੇ 7ਵੇਂ ਦਿਨ ਉਹਨੇ ਦਿੱਲੀ ਤੋਂ ਗੱਡੀ ਵਾਪਸ ਆਪਦੇ ਸ਼ਹਿਰ ਨੂੰ ਪਾ ਲਈ। ਅਬੋਹਰ ਸ਼ਹਿਰ ਮੰਨ ਲਓ ਜਿੱਥੋਂ ਦਾ ਮੈਂ ਆ, ਤਾਂ ਅਬੋਹਰ ਪਹੁੰਚ ਗਏ 7ਵੇਂ ਦਿਨ। ਮਤਲਬ 7 ਦਿਨ ਦੀ ਪਹਿਲਾਂ ਤੋਂ ਪਲੈਨਿੰਗ ਸੀ, ਪਹਿਲੇ ਦਿਨ ਹੀ ਪਤਾ ਸੀ ਕਿ ਆਪਣੇ ਕੋਲ ਸਿਰਫ 7 ਦਿਨ ਨੇ ਤੇ ਆਪਾਂ ਦਿੱਲੀ ਘੁੰਮ ਕੇ ਆਉਣਾ। ਤੇ ਹੁਣ ਆ ਜਾਓ ਦੂਜੇ ਪਾਸੇ, ਇਹ ਸੀਗਾ ਓਪਨ ਬੈਚ ਗਰੁੱਪ ਵਾਲਾ ਸਿਸਟਮ। ਇਹਨਾਂ ਨੇ ਕੈਬ ਬੁੱਕ ਕਰਾਈ ਤੇ ਇਹਨਾਂ ਨੇ ਕਿਹਾ ਦਿੱਲੀ ਤਾਂ ਅਸੀਂ ਵੀ ਜਾਣਾ, ਜਿੰਨੀ ਜਲਦੀ ਹੋ ਸਕੇ ਲੈ ਚੱਲੋ। ਤੇ ਇੱਧਰ ਦਾ ਡਰਾਈਵਰ ਕਹਿੰਦਾ ਆ ਜਾਓ ਬਹਿ ਜਾਓ, ਮੇਰੇ ਕੋਲ ਹੈਗੀਆਂ ਸਵਾਰੀਆਂ ਰਸਤੇ ਦੀਆਂ ਵੀ ਥੋੜੀਆਂ, ਪਰ ਮੈਂ ਤੁਹਾਨੂੰ ਬਹੁਤ ਛੇਤੀ ਪਹੁੰਚਾ ਦੂੰਗਾ ਦਿੱਲੀ। ਤਾਂ ਇੱਧਰਲੇ ਡਰਾਈਵਰ ਨੇ ਸ਼ੁਰੂ ਕੀਤਾ, ਇੱਕ ਸਵਾਰੀ ਰਸਤੇ ਦੇ ਵਿੱਚ ਮਲੋਟ ਦੀ ਮਿਲ ਗਈ। ਉਹ ਸਵਾਰੀ ਵੀ ਜਿੱਦੀ ਸੀ, ਉਹ ਕਹਿੰਦੀ ਮੈਨੂੰ ਮਲੋਟ ਦੇ ਵਿੱਚ ਵੀ ਘਰੇ ਲਾ ਕੇ ਆਓ ਜੀ ਪੂਰਾ। ਉਹ ਡਰਾਈਵਰ ਮਜਬੂਰ ਉਹਨੂੰ ਘਰ ਤੱਕ ਲਾਣ ਗਿਆ।
ਤਾਂ ਇੱਕ ਦਿਨ ਤਾਂ ਇਹਨਾਂ ਦਾ ਮਲੋਟ ਦੇ ਵਿੱਚ ਹੀ ਬੀਤ ਬੂਤ ਗਿਆ, ਕਿਉਂਕਿ ਫਿਰ ਉੱਤਰ ਕੇ ਖਾਣ ਪੀਣ ਲੱਗ ਗਏ, ਮਲੋਟ ਦੇਖਣ ਲੱਗ ਗਏ। ਦੂਜੇ ਦਿਨ ਇਸ ਡਰਾਈਵਰ ਦਾ ਦਿਲ ਹੀ ਨਹੀਂ ਕੀਤਾ ਗੱਡੀ ਚਲਾਉਣ ਦਾ, ਕਹਿੰਦਾ ਯਾਰ ਅੱਜ ਰੈਸਟ ਕਰਦੇ ਆ, ਇੱਥੇ ਹੀ ਬਹਿੰਦੇ ਆ ਆਰਾਮ ਨਾਲ, ਕੀ ਦਿੱਕਤ ਹੈ, ਚੱਲ ਜਾਾਂਗੇ, ਦਿੱਲੀ ਤਾਂ ਜਾਣਾ, ਪਤਾ ਮੈਨੂੰ ਸਾਰਾ ਰਸਤਾ। ਤੀਜੇ ਦਿਨ ਇਹ ਫਿਰ 100 ਕਿਲੋਮੀਟਰ ਅੱਗੇ ਗਿਆ ਤੇ ਇਹਦਾ ਮੂਡ ਬਦਲ ਗਿਆ, ਉੱਥੇ ਰੈਸਟੋਰੈਂਟ ਸੋਹਣਾ ਆ ਗਿਆ ਤੇ ਕਹਿੰਦਾ ਇੱਥੇ ਬਹਿ ਕੇ ਰੋਟੀ ਖਾਂਦੇ ਆ ਤੇ ਅੱਜ ਰਾਤ ਵੀ ਇਸੇ ਹੋਟਲ 'ਚ ਹੀ ਕਮਰੇ ਲੈ ਲੈਂਦੇ ਆ। ਐਦਾਂ ਕਰਦੇ ਕਰਾਂਦੇ 7 ਦਿਨਾਂ ਦਾ ਸਮਾਂ ਪੂਰਾ ਹੋ ਗਿਆ ਤੇ ਇਹ ਰੋਹਤਕ ਤੱਕ ਹੀ ਪਹੁੰਚ ਪਾਏ, ਜਿਹੜਾ ਕਿ ਦਿੱਲੀ ਤੋਂ 70-80 ਕਿਲੋਮੀਟਰ ਪਿੱਛੇ ਆ। ਤਾਂ ਕੀ ਹੁਣ ਜੇ ਤੁਹਾਡੇ ਸਾਹਮਣੇ ਸਿਚੁਏਸ਼ਨ ਰੱਖੀ ਜਾਵੇ, ਦੋਨਾਂ ਕੋਲ 7 ਦਿਨਾਂ ਦਾ ਸਮਾਂ ਸੀ, ਇਹ ਬੰਦਿਆਂ ਤਰ੍ਹਾਂ ਗਏ ਦਿੱਲੀ ਵਰਗਾ ਸ਼ਹਿਰ ਏਡਾ ਵੱਡਾ ਘੁੰਮ ਕੇ ਤੇ ਵਾਪਸ ਘਰੇ ਆ ਗਏ, ਤੇ ਇਧਰਲੇ ਬੰਦੇ ਅਜੇ 7 ਦਿਨ ਪੂਰੇ ਹੋ ਗਏ ਤੇ ਦਿੱਲੀ ਤੱਕ ਪਹੁੰਚ ਹੀ ਨਹੀਂ ਪਾ ਰਹੇ। ਤਾਂ ਤੁਹਾਡੇ ਹਿਸਾਬ ਨਾਲ ਕਿਹੜਾ ਜ਼ਿਆਦਾ ਬੈਨੀਫੀਸ਼ੀਅਲ ਹੈ, ਕਿਹੜਾ ਜ਼ਿਆਦਾ ਤੁਹਾਨੂੰ ਸੁਣਨ 'ਚ ਵਧੀਆ ਲੱਗ ਰਿਹਾ ਕਿ ਯਾਰ ਲਾਈਫ ਹੋਵੇ ਤਾਂ ਇਦਾਂ ਦੀ ਹੋਵੇ, ਐਡੀ ਕਿਓਟਿਕ ਲਾਈਫ ਨਾ ਹੋਵੇ? ਤਾਂ ਸੇਮ ਓਪਨ ਬੈਚ ਤੇ ਕਲੋਜ਼ ਬੈਚ ਦਾ ਫਰਕ ਆ। ਜਿਹੜਾ ਕੋਚਿੰਗ ਇੰਸਟੀਚਿਊਟ ਤੁਹਾਨੂੰ ਓਪਨ ਬੈਚ ਦੀ ਆਪਸ਼ਨ ਦਿੰਦਾ ਹੈ ਤਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਉਹ ਤੁਹਾਡੇ ਲਈ ਡਿਵਾਸਟੇਟਿੰਗ ਹੋਣ ਵਾਲਾ ਹੈ। ਚੁੱਪਚਾਪ ਕਲੋਜ਼ਡ ਬੈਚ ਸਿਸਟਮ ਵਾਲੇ ਕੋਚਿੰਗ ਇੰਸਟੀਚਿਊਟ ਨੂੰ ਹੀ ਜੁਆਇਨ ਕਰਿਓ। ਇਹ ਸੀ ਆਪਣਾ ਦੂਸਰਾ ਪੁਆਇੰਟ ਤੇ ਹੁਣ ਚੱਲਦੇ ਹਾਂ ਆਪਾਂ ਤੀਸਰੇ ਪੁਆਇੰਟ ਵੱਲ। ਤਾਂ ਤੀਸਰਾ ਪੁਆਇੰਟ ਕੁਝ ਇਸ ਤਰ੍ਹਾਂ ਕਿ ਤੁਸੀਂ ਜਿਹੜਾ ਵੀ ਕੋਚਿੰਗ ਇੰਸਟੀਚਿਊਟ ਜੁਆਇਨ ਕਰਨ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪਤਾ ਕਰੋ ਕਿ ਉਸ ਕੋਚਿੰਗ ਇੰਸਟੀਚਿਊਟ ਦੀ ਪਾਸਟ ਰਿਜ਼ਲਟ ਹਿਸਟਰੀ ਕੀ ਆ। ਕਿਸੇ ਵੀ ਕੋਚਿੰਗ ਇੰਸਟੀਚਿਊਟ ਨੂੰ ਜਿਹਨੂੰ ਤੁਸੀਂ ਜੁਆਇਨ ਕਰਨਾ, ਉਹਦੀ ਪਾਸਟ ਰਿਜ਼ਲਟ ਹਿਸਟਰੀ ਜ਼ਰੂਰ ਹੋਣੀ ਚਾਹੀਦੀ ਆ, ਤੇ ਉਹ ਹੋਣੀ ਵੀ ਉਸ ਫੀਲਡ ਦੇ ਵਿੱਚ ਚਾਹੀਦੀ ਆ ਜਿਸ ਫੀਲਡ ਦੇ ਵਿੱਚ ਉਹ ਕਲੇਮ ਕਰ ਰਿਹਾ ਕਿ ਮੈਂ ਤਿਆਰੀ ਕਰਵਾ ਰਿਹਾ ਇਸ ਫੀਲਡ ਦੀ। ਜਾਣਦੇ ਆ ਕਿਉਂ? ਦੇਖੋ, ਪਾਸਟ ਰਿਜ਼ਲਟ ਹਿਸਟਰੀ ਜੇ ਹੋਊਗੀ ਤਾਂ ਤੁਹਾਨੂੰ ਪਹਿਲੇ ਦਿਨ ਹੀ ਇੱਕ ਤਸੱਲੀ ਮਿਲ ਜੂਗੀ, ਪੀਸ ਆਫ ਮਾਈਂਡ ਮਿਲ ਜੂਗਾ ਕਿ ਹਾਂ ਇਸ ਇੰਸਟੀਚਿਊਟ ਕੋਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਬੱਚੇ ਦਾ ਐਗਜ਼ਾਮ ਕਲੀਅਰ ਕਰਾਉਣ ਤੱਕ ਜੋ ਨੌਲੇਜ ਤੇ ਸਟ੍ਰੈਟਜੀ ਦਾ ਕੰਬੀਨੇਸ਼ਨ ਚਾਹੀਦਾ ਇਸ ਇੰਸਟੀਚਿਊਟ ਦੇ ਟੀਚਰ ਕੋਲ ਹੈਗਾ। ਇਹ ਸਾਡਾ ਵੀ ਪੇਪਰ ਕਲੀਅਰ ਕਰਾ ਦੂਗਾ ਜੇ ਅਸੀਂ ਮਿਹਨਤ ਕਰਾਂਗੇ। ਪਰ ਜੇ ਪਾਸਟ ਰਿਜ਼ਲਟ ਹਿਸਟਰੀ ਨਹੀਂ ਹੋਊਗੀ ਤਾਂ ਤੁਸੀਂ ਹਮੇਸ਼ਾ ਡਾਇਲਮਾ 'ਚ ਰਹੋਗੇ ਕਿ ਮੈਂ ਇਸ ਇੰਸਟੀਚਿਊਟ 'ਚ ਆਇਆ ਕਿ ਨਹੀਂ ਆਇਆ। ਤੇ ਵਾਕਈ ਜੇ ਪਾਸਟ ਰਿਜ਼ਲਟ ਹਿਸਟਰੀ ਨਹੀਂ ਹੈਗੀ ਤਾਂ ਡਾਇਲਮਾ 'ਚ ਆਉਣਾ ਬਣਦਾ ਵੀ ਆ ਕਿ ਕਿਉਂ ਨਹੀਂ ਹੈਗੀ। ਪਰ ਇਹਦਾ ਤੋੜ ਕੱਢਿਆ ਹੋਇਆ ਕੁਝ ਇੰਸਟੀਚਿਊਟਸ ਨੇ ਜਿਨ੍ਹਾਂ ਦੀ ਪਾਸਟ ਰਿਜ਼ਲਟ ਹਿਸਟਰੀ ਨਹੀਂ ਹੈਗੀ। ਉਹ ਸਿੰਪਲੀ ਇਹ ਕਹਿ ਦਿੰਦੇ ਆ ਕਿ ਰਿਜ਼ਲਟ ਦਿਖਾਣੇ ਕਿਹੜਾ ਔਖਾ ਕੰਮ ਹੈ, ਪੇਡ ਰਿਜ਼ਲਟਸ ਹੁੰਦੇ ਆ ਬਾਕੀ ਇੰਸਟੀਚਿਊਟਸ ਦੇ, ਇਹ ਪੈਸੇ ਦੇ ਕੇ ਖਰੀਦ ਲੈਂਦੇ ਆ। ਉਹ ਮੈਂ ਮੰਨਿਆ ਮਾਰਕੀਟ ਦੇ ਵਿੱਚ ਝੂਠ ਚੱਲਦਾ, ਸਭ ਕੁਝ ਚੱਲਦਾ, ਪਰ ਜੇ 100% ਸੱਚ ਕੁਛ ਨਹੀਂ ਨਾ ਤਾਂ 100% ਝੂਠ ਵੀ ਨਹੀਂ। ਹੋ ਸਕਦਾ ਕਿ ਕਿਸੇ ਇੰਸਟੀਚਿਊਟ ਨੇ 10 ਸਿਲੈਕਸ਼ਨਾਂ ਦਿਖਾਈਆਂ ਹੋਣ ਤੇ ਵਿੱਚੋਂ 6-7 ਪੇਡ ਹੋਣ, ਪਰ ਇਹ ਮੰਨ ਕੇ ਚੱਲੋ ਕੋਈ 1, 2 ਜਾਂ 3 ਉਹਦੀਆਂ ਐਕਚੁਅਲ 'ਚ ਵੀ ਹੋਣਗੀਆਂ। ਉਹਦੀ ਟੈਂਡੈਂਸੀ ਹੋਊਗੀ ਸਿਲੈਕਸ਼ਨ ਵਾਲੀ। ਹੱਥ ਪੇਡ ਨੂੰ ਵੀ ਉਹੀ ਮਾਰਦਾ ਜਿਹਨੂੰ ਮਾੜਾ ਮੋਟਾ ਲੱਗਦਾ ਕਿ ਯਾਰ ਇੰਨਾ ਕੁ ਤਾਂ ਮੈਂ ਕਰਾ ਵੀ ਸਕਦਾ। ਪਾਸਟ ਰਿਜ਼ਲਟ ਹਿਸਟਰੀ ਹੋਣੀ ਬਹੁਤ ਜ਼ਰੂਰੀ ਆ। ਤੇ ਨਾਲੇ ਫਿਰ ਜੇ ਪੇਡ ਰਿਜ਼ਲਟ ਦਿਖਾਣੇ ਐਡੇ ਹੀ ਸੌਖੇ ਆ ਤਾਂ ਉਹ ਸਵਾਲ ਕਰੋ ਉਸ ਕੋਚਿੰਗ ਇੰਸਟੀਚਿਊਟ ਨੂੰ ਜਿਹਦੀ ਪਾਸਟ ਰਿਜ਼ਲਟ ਹਿਸਟਰੀ ਨਹੀਂ ਹੈਗੀ ਤੇ ਉਹ ਇਹ ਪੁਆਇੰਟ ਦੇ ਰਿਹਾ ਕਿ ਬਾਕੀਆਂ ਦੇ ਪੇਡ ਆ, ਕਿ ਸਰ ਜੇ ਐਡਾ ਹੀ ਸੌਖਾ ਪੇਡ ਰਿਜ਼ਲਟ ਹਿਸਟਰੀ ਦਿਖਾਣਾ, ਤੁਸੀਂ ਵੀ ਦਿਖਾ ਲਓ, ਤੁਸੀਂ ਵੀ ਥੋੜਾ ਜਿਹਾ ਪੇ ਕਰ ਦਿਓ। ਜੇ ਤੁਸੀਂ ਵਧੀਆ ਕਮਾ ਰਹੇ ਹੋ, ਬੱਚੇ ਤੁਹਾਡੇ ਕੋਲ ਐਡਮਿਸ਼ਨ ਲੈ ਰਹੇ ਆ ਜਿੱਦਾਂ ਤੁਸੀਂ ਕਹਿ ਰਹੇ ਹੋ, ਤੁਸੀਂ ਵੀ ਪੇਡ ਰਿਜ਼ਲਟਸ ਖਰੀਦ ਲਓ। ਐਦਾਂ ਨਹੀਂ ਹੁੰਦਾ, ਪੇਡ ਰਿਜ਼ਲਟ ਖਰੀਦਣੇ ਐਡੇ ਵੀ ਸੌਖੇ ਨਹੀਂ ਹੁੰਦੇ ਤੇ ਸਾਰੇ ਵੀ ਝੂਠੇ ਨਹੀਂ ਹੁੰਦੇ, ਥੋੜਾ ਬਹੁਤ ਉੱਤੇ ਥੱਲੇ ਚੱਲਦਾ। ਤੇ ਦੂਜਾ ਪੁਆਇੰਟ ਨਾ ਭੁੱਲਿਓ, ਪਾਸਟ ਰਿਜ਼ਲਟ ਹਿਸਟਰੀ ਹੋਣਾ ਜਿੰਨਾ ਜ਼ਰੂਰੀ ਹੈ ਓਨਾ ਹੀ ਇਹ ਜ਼ਰੂਰੀ ਹੈ ਕਿ ਉਹ ਉਸੇ ਫੀਲਡ ਦੇ ਪੇਪਰਾਂ ਦੇ ਵਿੱਚ ਹੋਵੇ ਜਿਸ ਫੀਲਡ ਦੇ ਪੇਪਰਾਂ ਦੀ ਤਿਆਰੀ ਉਹ ਇੰਸਟੀਚਿਊਟ ਕਰਵਾ ਰਿਹਾ। ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਸਮਝਦੇ ਆ ਕਿਵੇਂ। ਦੇਖੋ, ਮੰਨ ਲਓ ਇੱਕ PCS ਦੀ ਕੋਚਿੰਗ ਦੇਣ ਵਾਲਾ ਇੰਸਟੀਚਿਊਟ ਆ, ਉਹਨੇ ਬੱਚਿਆਂ ਦੀ ਐਡਮਿਸ਼ਨ ਲਈ ਇਹ ਕਹਿ ਕੇ ਕਿ ਮੈਂ ਤੁਹਾਡਾ PCS ਦਾ ਐਗਜ਼ਾਮ ਕਲੀਅਰ ਕਰਵਾਉਂਗਾ। PCS ਦਾ ਐਗਜ਼ਾਮ ਵੱਡਾ, ਉਹਨੇ ਫੀਸ ਵੀ ਜ਼ਿਆਦਾ ਚਾਰਜ ਕੀਤੀ। ਹੁਣ ਉਹਦੇ ਵਿੱਚ ਇੱਕ ਬੱਚਾ ਪਿਛਲੇ 3-4 ਸਾਲਾਂ ਤੋਂ ਉਸ ਇੰਸਟੀਚਿਊਟ ਦੇ ਵਿੱਚ ਮਿਹਨਤ ਕਰ ਰਿਹਾ, ਰੱਜ ਕੇ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ, ਮੰਨ ਲਓ ਸਾਰਾ ਕੁਝ ਕਰ ਰਿਹਾ ਜੋ ਉਹ ਇੰਸਟੀਚਿਊਟ ਵਾਲਾ ਉਹਨੂੰ ਕਰਨ ਨੂੰ ਕਹਿ ਰਿਹਾ, ਪਰ ਹਾਂ ਉਹ ਕੁਝ ਨਹੀਂ ਕਰ ਰਿਹਾ ਜੋ ਇੰਸਟੀਚਿਊਟ ਵਾਲਾ ਕਰਨ ਨੂੰ ਕਹਿ ਹੀ ਨਹੀਂ ਰਿਹਾ। ਹੋ ਸਕਦਾ ਕਰਨਾ ਬਹੁਤ ਕੁਝ ਹੋਰ ਦੀ ਲੋੜ ਹੋਵੇ, ਪਰ ਉਹ ਕੋਚਿੰਗ ਇੰਸਟੀਚਿਊਟ ਵਾਲਾ ਨੂੰ ਕਹਿ ਹੀ ਨਹੀਂ ਰਿਹਾ ਕਰਨ ਨੂੰ। ਪਰ ਹਾਂ, ਉਹ ਬੱਚਾ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ ਤੇ ਫੀਸ ਵੀ PCS ਦੇ ਹਿਸਾਬ ਦੀ ਦੇ ਰਿਹਾ, ਅੱਛੀ ਖਾਸੀ ਫੀਸ ਦੇ ਰਿਹਾ। ਪਰ ਇਹ ਬੱਚੇ ਨੇ ਦੇਖ ਲਿਆ ਕਿ ਯਾਰ 3-4 ਸਾਲ ਹੋ ਗਏ, ਮੇਰਾ PCS ਕਲੀਅਰ ਨਹੀਂ ਹੋ ਰਿਹਾ, ਮੈਂ 1-2 ਅਟੈਂਪਟਸ ਦੇਤੇ, ਮੈਂ IAS ਦੇ ਵੀ ਅਟੈਂਪਟ ਦੇਤੇ, PCS ਤੇ IAS ਸੇਮ ਜਿਹਾ ਹੀ ਗਿਣਿਆ ਜਾਂਦਾ, ਮੇਰਾ ਨਹੀਂ ਗੱਲ ਬਣ ਰਹੀ, ਮੈਨੂੰ ਨੇੜੇ ਤੇੜੇ ਵੀ ਨਹੀਂ ਲੱਗ ਰਿਹਾ। ਤਾਂ ਇਹ ਬੱਚੇ ਨੇ ਕੀ ਕੀਤਾ ਕਿ ਬਿਨਾਂ ਉਸ ਇੰਸਟੀਚਿਊਟ ਨਾਲ ਗੱਲ ਕੀਤੇ ਵੀ ਜੁਆਇਨ ਕਰੀ ਰੱਖਿਆ ਕਿ ਚਲੋ ਇੱਕ ਲੈ ਬਣੀ ਰਵੇ, ਕਿਉਂਕਿ ਹੁਣ ਇੰਨੇ ਸਾਲਾਂ ਤੋਂ ਜੁਆਇਨ ਕੀਤਾ, ਨਾਲ ਤਿਆਰੀ ਸ਼ੁਰੂ ਕਰਤੀ ਸਬ ਇੰਸਪੈਕਟਰ ਦੀ ਤੇ PSSB ਦੇ ਐਗਜ਼ਾਮਸ ਦੀ ਆਪਣੇ ਲੈਵਲ ਤੇ, ਜਿਹਦੀ ਸਟ੍ਰੈਟਜੀ ਥੋੜੀ ਜਿਹੀ ਅਲੱਗ ਹੁੰਦੀ ਹੈ। ਨੋ ਡਾਊਟ ਨੌਲੇਜ ਕਾਫੀ ਹੱਦ ਤੱਕ ਸੇਮ ਹੁੰਦੀ ਆ, ਜਿਹੜੇ ਸਬਜੈਕਟ ਕਾਮਨ ਆ, ਬਟ ਕਾਫੀ ਸਬਜੈਕਟਸ ਡਿਫਰੈਂਟ ਹੁੰਦੇ ਆ। ਇਸ ਕਰਕੇ ਉਹਨੇ ਆਪਣੇ ਲੈਵਲ ਤੇ ਸਬ ਇੰਸਪੈਕਟਰ ਤੇ PSSB ਦੇ ਐਗਜ਼ਾਮ ਦੀ ਤਿਆਰੀ ਸ਼ੁਰੂ ਕਰਤੀ ਤੇ 6-7 ਮਹੀਨਿਆਂ 'ਚ ਉਹਨੇ ਸਬ ਇੰਸਪੈਕਟਰ ਦਾ ਐਗਜ਼ਾਮ ਕਲੀਅਰ ਕਰਤਾ। ਤਾਂ ਹੁਣ ਕੀ ਇਹ ਸਬ ਇੰਸਪੈਕਟਰ ਐਗਜ਼ਾਮ ਜਿਹੜਾ ਕਲੀਅਰ ਹੋਇਆ ਜਾਂ ਫਿਰ ਉਹਨੇ ਪਟਵਾਰੀ ਦਾ ਐਗਜ਼ਾਮ ਨਾਲ ਹੋਰ ਕਲੀਅਰ ਕਰਤਾ, 2 ਕਰਤੇ, ਕੀ ਇਹਦਾ ਕ੍ਰੈਡਿਟ ਉਸ PCS ਵਾਲੇ ਇੰਸਟੀਚਿਊਟ ਦੇ ਸਿਰ ਤੇ ਜਾਂਦਾ? ਬਿਲਕੁਲ ਨਹੀਂ, ਕਿਉਂਕਿ ਉਸ ਇੰਸਟੀਚਿਊਟ ਦਾ ਸਕਸੈਸ ਉਦੋਂ ਗਿਣਿਆ ਜਾਂਦਾ ਜਦੋਂ ਉਹ ਇਹਦੇ ਤੋਂ
PCS ਜਾਂ IAS ਦਾ ਐਗਜ਼ਾਮ ਕਲੀਅਰ ਕਰਵਾ ਕੇ ਦਿਖਾਉਂਦਾ। ਹੁਣ ਇਹ ਸਬ ਇੰਸਪੈਕਟਰ ਤੇ ਪਟਵਾਰੀ ਤਾਂ ਇਹਨੇ ਸਾਈਡ ਤੋਂ ਜੁਗਾੜ ਲਾ ਕੇ ਆਪਦੀ ਮਿਹਨਤ ਨਾਲ ਕਲੀਅਰ ਕੀਤਾ, ਤਾਂ ਇਹ ਉਸ ਇੰਸਟੀਚਿਊਟ ਦਾ ਕ੍ਰੈਡਿਟ ਕਿੱਦਾਂ ਜਾਂਦਾ। ਤੇ ਜੇ ਫਿਰ ਇਹ ਉਸ ਇੰਸਟੀਚਿਊਟ ਦਾ ਕ੍ਰੈਡਿਟ ਜਾਂਦਾ ਤਾਂ ਮਤਲਬ ਇਹ ਬੰਦੇ ਨੇ PCS ਲੈਵਲ ਦੀ ਫੀਸ ਦੇ ਕੇ ਸਬ ਇੰਸਪੈਕਟਰ ਦੀ ਕੋਚਿੰਗ ਲਈ ਤੇ ਪਟਵਾਰੀ ਦੀ ਕੋਚਿੰਗ ਲਈ। ਚੰਗਾ ਮਾੜਾ ਸਾਰੇ ਇੱਕੋ ਵਰਗੇ ਨੇ, ਮੈਂ ਉਹ ਨਹੀਂ ਕਹਿ ਰਿਹਾ, ਪਰ ਤੁਸੀਂ ਇਹ ਦੇਖੋ ਨਾ ਇੰਸਟੀਚਿਊਟ ਨੇ ਕਲੇਮ ਕੀ ਕੀਤਾ ਸੀ। ਤਾਂ ਇੰਸਟੀਚਿਊਟ ਦਾ ਕਲੇਮ ਉਦੋਂ ਹੀ ਸਹੀ ਮੰਨਿਆ ਜਾਊਗਾ ਜਦੋਂ ਉਹ ਉਸੇ ਫੀਲਡ 'ਚ ਹੋਊਗਾ ਜਿਹੜੇ ਫੀਲਡ 'ਚੋਂ ਕਹਿੰਦਾ ਕਿ ਮੈਂ ਪੇਪਰ ਕਲੀਅਰ ਕਰਵਾਊਂਗਾ। ਜਾਂ ਤਾਂ ਫਿਰ ਉਹ ਬੋਰਡ ਤੇ ਲਿਖ ਦੇਵੇ ਕਿ ਮੈਂ ਇੱਥੇ ਸਬ ਇੰਸਪੈਕਟਰ ਤੇ ਪਟਵਾਰੀ ਦੀ ਵੀ ਕੋਚਿੰਗ ਦਿੰਦਾ, ਫਿਰ ਜੇ ਇਹਦਾ ਉੱਥੋਂ ਪੜ੍ਹ ਕੇ ਹੁੰਦਾ ਤਾਂ ਇਹਦਾ ਕ੍ਰੈਡਿਟ ਉਸ ਇੰਸਟੀਚਿਊਟ ਨੂੰ ਆ। ਤਾਂ ਕੁਛ ਚਲਾਕ ਇੰਸਟੀਚਿਊਟ ਕੀ ਕਰਦੇ ਆ, ਪਾਸਟ ਰਿਜ਼ਲਟ ਹਿਸਟਰੀ ਉਹਨਾਂ ਦੀ ਉਹ ਵਾਲੇ ਫੀਲਡ ਵਿੱਚ ਤਾਂ ਹੁੰਦੀ ਨਹੀਂ ਜਿਹੜੇ ਫੀਲਡ ਦੀ ਉਹ ਤਿਆਰੀ ਕਰਵਾਉਂਦੇ ਆ, ਪਰ ਉਹ ਇਹਦੇ ਉੱਤੇ ਇੱਕ ਪਰਦਾ ਪਾਉਣ ਲਈ, ਬੱਚਿਆਂ ਨੂੰ ਮੈਨੀਪੂਲੇਟ ਕਰਨ ਲਈ, ਜਿਹੜੇ ਬੱਚੇ ਉੱਥੇ ਪੜ੍ਹ ਕੇ ਇੰਨੇ ਸਾਲ ਤੋਂ ਕੁਝ ਹੋਰ ਇੱਧਰ ਉੱਧਰ ਦੀ ਜੋਬਸ ਲੈ ਜਾਂਦੇ ਆ, ਉਹ ਜੋਬਸ ਨੂੰ ਫਲੋਂਟ ਕਰਨਾ ਸ਼ੁਰੂ ਕਰ ਦਿੰਦੇ ਆ ਹੌਲੀ ਹੌਲੀ। ਉਹ ਫਲੋਂਟ ਓਰਲੀ ਵੀ ਕਰਦੇ ਆ, ਰਿਵਿਊਜ਼ ਤੇ ਵੀ ਕਰਦੇ ਆ। ਇਹਦੇ ਨਾਲ ਉਹ ਇੰਸਟੀਚਿਊਟ ਮੋਰਲੀ ਬਿਲਕੁਲ ਗਲਤ ਹੋ ਜਾਂਦੇ ਆ, ਕਿਉਂਕਿ ਜਦੋਂ ਉਹ ਇਹ ਦੇਖਣਗੇ ਕਿ ਇਹ ਐਗਜ਼ਾਮਸ ਦਾ ਸਟ੍ਰੈਟਜੀ ਟੋਟਲੀ ਡਿਫਰੈਂਟ ਹੁੰਦੀ ਆ ਤੇ ਅਸੀਂ ਤਾਂ ਇਹ ਦੱਸੀ ਨਹੀਂ ਸੀ ਬੱਚਿਆਂ ਦਾ ਫਿਰ ਵੀ ਹੋ ਗਿਆ, ਤਾਂ ਫਿਰ ਉਹਨਾਂ ਨੂੰ ਵੀ ਇਹ ਸਮਝ ਆ ਜਾਊਗਾ ਕਿ ਉਹ ਗਲਤ ਕਿਉਂ ਨੇ। ਤਾਂ ਐਦਾਂ ਦੇ ਕੋਚਿੰਗ ਇੰਸਟੀਚਿਊਟਸ ਤੋਂ ਪਰਹੇਜ਼ ਕਰੋ। ਪਹਿਲਾਂ ਤਾਂ ਜਿਨ੍ਹਾਂ ਦੀ ਪਾਸਟ ਰਿਜ਼ਲਟ ਹਿਸਟਰੀ ਹੈ ਨਹੀਂ, ਦੂਸਰਾ ਜਿਨ੍ਹਾਂ ਦੀ ਰਿਜ਼ਲਟ ਹਿਸਟਰੀ ਉਸ ਫੀਲਡ ਦੇ ਵਿੱਚ ਹੈ ਨਹੀਂ ਜਿਸ ਫੀਲਡ ਦਾ ਉਹ ਕਲੇਮ ਕਰਦੇ ਆ, ਬੋਰਡ ਲਾਉਂਦੇ ਆ ਕਿ ਅਸੀਂ ਇਹਦੀ ਤਿਆਰੀ ਕਰਾਉਂਦੇ ਆ। ਤਾਂ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਇੰਸਟੀਚਿਊਟ ਸਿਲੈਕਸ਼ਨ 'ਚ, ਯਾਦ ਰੱਖਿਓ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਤੁਹਾਨੂੰ, ਇਹ ਪੁਆਇੰਟ ਵੀ ਬਹੁਤ ਕਲੀਅਰਲੀ ਸਮਝ ਆਊਗਾ। ਮੰਨ ਲਓ ਤੁਸੀਂ ਅਬੋਹਰ ਦੇ ਰਹਿਣ ਵਾਲੇ ਹੋ, ਤੁਸੀਂ ਦਿੱਲੀ ਜਾਣਾ, ਤੁਸੀਂ ਇੱਕ ਕੈਬ ਬੁੱਕ ਕਰਵਾਈ ਦਿੱਲੀ ਜਾਣ ਲਈ। ਡਰਾਈਵਰ ਤੁਹਾਨੂੰ ਲੈਣ ਆਇਆ, ਉਹਨੇ ਤੁਹਾਨੂੰ ਘਰੋਂ ਚੱਕ ਲਿਆ ਤੇ ਤੁਹਾਨੂੰ ਦਿੱਲੀ ਦੀ ਬਜਾਏ ਉਹਨੇ ਬਠਿੰਡੇ ਹੀ ਉਤਾਰਤਾ ਤੇ ਕਹਿਤਾ ਕਿ ਮੈਂ ਇਸ ਤੋਂ ਅੱਗੇ ਨਹੀਂ ਲੈ ਕੇ ਜਾਊਂਗਾ, ਤੁਸੀਂ ਇੱਥੇ ਹੀ ਉਤਰੋ, ਮੈਂ ਚੱਲਿਆ, ਟਾਟਾ ਬਾਏ ਬਾਏ। ਤਾਂ ਹੁਣ ਕੀ ਤੁਸੀਂ ਇਸ ਡਰਾਈਵਰ ਨੂੰ ਚੰਗਾ ਡਰਾਈਵਰ ਗਿਣੋਗੇ? ਕਿਉਂ? ਇਹਨੇ ਤੁਹਾਨੂੰ ਵਾਅਦਾ ਕੀਤਾ ਸੀ ਮੈਂ ਤੁਹਾਨੂੰ ਦਿੱਲੀ ਤੱਕ ਲੈ ਕੇ ਜਾਊਂਗਾ, ਤੁਸੀਂ ਜਾਣਾ ਵੀ ਦਿੱਲੀ ਸੀ, ਤੁਹਾਡਾ ਕੰਮ ਵੀ ਦਿੱਲੀ ਸੀ, ਤੁਹਾਡਾ ਦਿਲ ਵੀ ਦਿੱਲੀ ਸੀ, ਤੁਹਾਡਾ ਪੈਸ਼ਨ ਵੀ ਦਿੱਲੀ ਜਾਣਾ ਸੀ, ਪਰ ਇਹਨੇ ਤੁਹਾਨੂੰ ਰਾਹ 'ਚ ਬਠਿੰਡੇ ਆ ਕੇ ਉਤਾਰਦਾ। ਪਰ ਇਹ ਡਰਾਈਵਰ ਦੀ ਤੁਸੀਂ ਅੱਤ ਦਾ ਲੈਵਲ ਚੈੱਕ ਕਰੋ ਕਿ ਇਹ ਬਾਹਰ ਆ ਕੇ ਫਲੋਂਟ ਕਰ ਰਿਹਾ ਕਿ ਮੈਂ ਇਸ ਬੰਦੇ ਨੂੰ ਬਠਿੰਡੇ ਤੱਕ ਡ੍ਰੌਪ ਕਰਕੇ ਆਇਆ ਸੇਫਲੀ। ਤਾਂ ਤੁਸੀਂ ਦੱਸੋ ਕਿ ਇਹ ਡਰਾਈਵਰ ਆਪਣੇ ਹੋਸ਼ੋ ਹਵਾਸ ਦੇ ਵਿੱਚ ਹੈ? ਕੀ ਇਹ ਡਰਾਈਵਰ ਵਾਈਜ਼ ਹੈ? ਤੇ ਕੀ ਤੁਸੀਂ ਇਸ ਡਰਾਈਵਰ ਦੀ ਸਲਾਹ ਫਿਰ ਕਿਸੇ ਹੋਰ ਨੂੰ ਫਿਊਚਰ 'ਚ ਦਵੋਗੇ? ਤੁਸੀਂ ਨਾ ਆਪ ਇਸ ਡਰਾਈਵਰ ਨੂੰ ਦੁਬਾਰਾ ਬੁਲਾਓਗੇ, ਨਾ ਕਿਸੇ ਹੋਰ ਨੂੰ ਸਲਾਹ ਦਵੋਗੇ। ਯਾਰ ਤੂੰ ਕਿਆ ਦਿੱਲੀ ਦਾ ਸੀ, ਲਾ ਬਠਿੰਡੇ ਦਿੱਤਾ, ਕਿਆ ਤੂੰ PCS IAS ਸੀ, ਲਾ ਤੂੰ ਸਬ ਇੰਸਪੈਕਟਰ ਤੇ ਹੀ ਦਿੱਤਾ, ਤੇ ਉਹ ਵੀ ਮੈਂ ਅੱਧਾ ਰਸਤਾ ਆਪ ਹੀ ਤੁਰ ਕੇ ਆਇਆ, ਤੂੰ ਗੱਡੀ ਚਲਾ ਹੀ ਨਹੀਂ ਰਿਹਾ ਸੀ, ਮੈਂ ਤੁਰ ਕੇ ਆਇਆ, ਤੂੰ ਮੇਰੇ ਮਗਰ ਗੱਡੀ ਲੈ ਕੇ ਆ ਰਿਹਾ ਸੀ ਮੈਨੂੰ ਛੇੜਨ ਲਈ। ਤਾਂ ਇਹ ਕੁਝ ਇਸ ਕੇਸ ਦੇ ਇਕੁਇਵਲੈਂਟ ਹੀ ਕੇਸ ਆ, ਪਾਸਟ ਰਿਜ਼ਲਟ ਹਿਸਟਰੀ ਵਾਲਾ। ਤਾਂ ਹੁਣ ਆਪਾਂ ਚੱਲਦੇ ਹਾਂ ਅਗਲੇ ਪੁਆਇੰਟ ਵੱਲ। ਤੇ ਚੌਥਾ ਪੁਆਇੰਟ ਕੁਝ ਇਸ ਤਰ੍ਹਾਂ ਕਿ ਤੁਸੀਂ ਜਿਹੜਾ ਵੀ ਕੋਚਿੰਗ ਇੰਸਟੀਚਿਊਟ ਜੁਆਇਨ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲੇ ਦਿਨ ਜਾ ਕੇ ਉਹਦੇ ਤੋਂ ਪੂਰਾ ਰੋਡ ਮੈਪ ਮੰਗੋ। ਪੂਰਾ ਰੋਡ ਮੈਪ ਮਤਲਬ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰਾ ਜਰਨੀ ਤੁਹਾਡੀ ਕਿਵੇਂ ਰਹਿਣ ਵਾਲੀ ਆ, ਇਹ ਕੋਚਿੰਗ ਇੰਸਟੀਚਿਊਟ ਤੁਹਾਨੂੰ ਪਹਿਲੇ ਦਿਨ ਸਮਝਾਊਗਾ ਕਿ ਹਾਂਜੀ ਦੇਖੋ ਜੀ ਆਹ ਸਿਲੇਬਸ ਹੈ ਜੀ, ਆਹ 5 ਸਬਜੈਕਟ ਨੇ, ਆਹ ਵਾਲੇ ਸਾਡੇ ਟੀਚਰ ਨੇ, ਇਹ ਇੰਨੇ ਸਮਿਆਂ ਵਿੱਚ ਇਹ ਸਬਜੈਕਟ ਮੁਕਾ ਦੇਣਗੇ, ਇੰਨੇ ਲੈਵਲ ਤੇ ਕਰਾਵਾਂਗੇ, ਆਹ ਵਾਲੀ ਕਿਤਾਬ ਫੋਲੋ ਹੋਊਗੀ ਤੇ ਆਹ ਕਿਤਾਬ ਤੁਹਾਡੀ ਇੰਨੇ ਸਮੇਂ 'ਚ ਮੁਕਾ ਦਾਂਗੇ ਜੀ, ਇਸ ਤੋਂ ਬਾਅਦ ਤੁਹਾਡਾ ਟੈਸਟ ਲਵਾਂਗੇ ਤੇ ਇੰਨੇ ਸਮੇਂ ਵਿੱਚ ਅਸੀਂ ਸਿਲੇਬਸ ਮੁਕਾ ਦੇਵਾਂਗੇ, ਪਰ ਤੁਹਾਡੇ ਨਾਲ ਅਸੀਂ ਜੁੜੇ ਰਵਾਂਗੇ, ਫਿਰ ਤੁਹਾਡੀ ਅਸੀਂ ਰਿਵੀਜ਼ਨ ਕਰਵਾਵਾਂਗੇ, ਫਿਰ ਤੁਹਾਡਾ ਅਸੀਂ ਮੌਕ ਟੈਸਟ ਲਵਾਂਗੇ ਤੇ ਇਸ ਦਿਨ ਜਾ ਕੇ ਤੁਸੀਂ ਐਲੀਜੀਬਲ ਹੋ ਜਾਓਗੇ ਪੇਪਰ ਦੇਣ ਲਈ। ਤੇ ਉਦੋਂ ਤੱਕ ਤੁਹਾਡਾ ਆਹ ਵਾਲਾ ਸਬਜੈਕਟ ਇਸ ਲੈਵਲ ਤੇ ਸਿਲੇਬਸ ਸਬਜੈਕਟ ਸਭ ਕੁਝ ਮੁੱਕ ਚੁੱਕਿਆ ਹੋਊਗਾ, ਟੈਸਟ ਮੁੱਕ ਚੁੱਕੇ ਹੋਣਗੇ। ਇਹ ਹੁੰਦਾ ਪੂਰਾ ਰੋਡ ਮੈਪ। ਜਦੋਂ ਬੰਦੇ ਨੂੰ ਪਹਿਲੇ ਦਿਨ ਹੀ ਪੂਰਾ ਰੋਡ ਮੈਪ ਐਂਡ ਦਿਖਾ ਦਿੱਤਾ ਜਾਂਦਾ ਹੈ ਨਾ, ਸਟਾਰਟਿੰਗ ਤੇ ਤਾਂ ਬੰਦਾ ਖੜਾ ਹੁੰਦਾ ਹੈ, ਉਹਨੂੰ ਪਹਿਲੇ ਦਿਨ ਹੀ ਐਂਡ ਦਿਖਾਤਾ ਤਾਂ ਉਹਨੂੰ ਸਾਰੇ ਰਸਤੇ ਦਾ ਪਤਾ ਲੱਗ ਜਾਂਦਾ ਕਿ ਰਸਤਾ ਕਿੰਨਾ ਕੁ ਔਖਾ, ਕਿੰਨਾ ਕੁ ਲੰਬਾ, ਕਿਵੇਂ ਜਾਣਾ। ਤਾਂ ਬੱਚਾ ਚੰਗੀ ਤਰ੍ਹਾਂ ਦੇਖ ਲੈਂਦਾ ਕਿ ਯਾਰ ਮੈਂ ਇਹ ਰਸਤੇ ਤੇ ਜਾਣਾ ਕਿ ਨਹੀਂ ਜਾਣਾ, ਤੇ ਜਾਣਾ ਤਾਂ ਮੈਂ ਕਿੱਦਾਂ ਦੀ ਪਲੈਨਿੰਗ ਕਰਨੀ ਆ। ਰੈਲੀਵੈਂਟ ਪਲੈਨਿੰਗ ਕਰਕੇ ਬੱਚਾ ਨਾਲ ਤੁਰ ਪਾਉਂਦਾ ਤੇ ਉਹਨੂੰ ਸਮਝ ਵੀ ਆ ਰਿਹਾ ਹੁੰਦਾ ਕਿ ਮੈਂ ਇਹ ਪਲੈਨਿੰਗ ਕਿਉਂ ਕਰ ਰਿਹਾ। ਜਦੋਂ ਤੱਕ ਤੁਸੀਂ ਉਹਨੂੰ ਐਂਡ ਨਹੀਂ ਨਾ ਦਿਖਾਉਂਦੇ ਪਹਿਲੇ ਦਿਨ ਪੂਰਾ ਰੋਡ ਮੈਪ, ਉਦੋਂ ਤੱਕ ਉਹ ਤੁਰ ਪਿਆ, ਉਹਨੂੰ ਪਤਾ ਹੈ ਨਹੀਂ ਮੈਂ ਕਿੱਥੇ ਤੱਕ ਜਾਣਾ, ਤਾਂ ਉਹ ਕਦੀ ਵੀ ਰੈਲੀਵੈਂਟ ਪਲੈਨਿੰਗ ਨਹੀਂ ਕਰ ਪਾਊਗਾ। ਯਾਰ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਆਪਾਂ ਕਦੀ ਬਾਜ਼ਾਰ ਜਾਣਾ ਹੁੰਦਾ ਜਾਂ ਕਿਸੇ ਮਹੱਲੇ 'ਚ ਜਾਣਾ ਹੁੰਦਾ ਜਾਂ ਕਿਸੇ ਦੂਜੇ ਸ਼ਹਿਰ 'ਚ ਜਾਣਾ ਹੁੰਦਾ ਤਾਂ ਆਪਾਂ ਪਹਿਲਾਂ GPS ਤੇ ਵੀ ਰਸਤਾ ਦੇਖ ਲੈਂਦੇ ਹਾਂ, ਪਲੱਸ ਓਰਲੀ ਵੀ ਪੁੱਛ ਲੈਂਦੇ ਹਾਂ ਕਿ ਕਿੱਦਾਂ ਦੀ ਸੜਕ ਹੈ। ਕਿਉਂਕਿ ਆਪਾਂ ਨੂੰ ਹੁੰਦਾ ਕਿ ਯਾਰ ਜੇ ਤਾਂ ਭੀੜ ਭੜੱਕੇ ਵਾਲੀ ਸੜਕ ਹੈ ਤਾਂ ਆਪਾਂ 2 ਵੀਲਰ ਲੈ ਜਾਾਂਗੇ, ਜੇ ਸੋੜੀ ਸੜਕ ਹੈ ਤਾਂ 2 ਵੀਲਰ ਲੈ ਜਾਾਂਗੇ, ਜੇ ਚੌੜੀ ਸੜਕ ਹੈ ਆਪਾਂ ਦੂਰ ਜਾਣਾ ਤਾਂ ਆਪਾਂ ਗੱਡੀ ਲੈ ਜਾਾਂਗੇ। ਤਾਂ ਪਲੈਨਿੰਗ ਆਪਾਂ ਪਹਿਲਾਂ ਕਰਦੇ ਹਾਂ ਨਾ ਚੱਲਣ ਤੋਂ। ਕਿਵੇਂ, ਕਿਸ ਬੇਸ ਤੇ ਕਰਦੇ ਹਾਂ ਕਿ ਆਪਾਂ ਜਾਣਾ ਕਿੱਥੇ ਆ, ਮਤਲਬ ਐਂਡ ਆਪਾਂ ਨੂੰ ਚੱਲਣ ਤੋਂ ਪਹਿਲਾਂ ਹੀ ਪਤਾ ਹੁੰਦਾ। ਤਾਂ ਇਹ ਵਾਲਾ ਰੋਡ ਮੈਪ ਜਦੋਂ ਆਪਾਂ ਨੋਰਮਲ ਲਾਈਫ ਵਿੱਚ ਆਪਾਂ ਜ਼ਰੂਰੀ ਸਮਝਦੇ ਹਾਂ ਤਾਂ ਕੋਚਿੰਗ ਲੈਣਾ ਵੀ ਤਾਂ ਇੱਕ ਲਾਈਫ ਦਾ ਪਾਰਟ ਹੈ ਨਾ। ਤਾਂ ਕੋਚਿੰਗ ਇੰਡਸਟਰੀ ਦੇ ਵਿੱਚ ਜਾਣ ਤੋਂ ਪਹਿਲਾਂ, ਇੰਸਟੀਚਿਊਟ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਰੋਡ ਮੈਪ ਤੁਹਾਨੂੰ ਉਹ ਇੰਸਟੀਚਿਊਟ ਦੇਗਾ। ਪਰ ਇੱਕ ਗੱਲ ਦਾ ਖਿਆਲ ਰੱਖਿਓ,
ਬਹੁਤ ਹੀ ਸਪੈਸ਼ਲ ਕੁਝ ਕੋਚਿੰਗ ਇੰਸਟੀਚਿਊਟਸ ਹੈਗੇ ਆ ਜਿਹੜੇ ਇਹ ਰੋਡ ਮੈਪ ਨਾ ਤਾਂ ਦਿਖਾਉਂਦੇ ਆ ਤੇ ਨਾ ਉਹ ਇਹ ਰੋਡ ਮੈਪ ਨੂੰ ਪ੍ਰਮੋਟ ਕਰਦੇ ਆ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਤੁਸੀਂ ਆ ਜਾਓ, ਬੈਚ ਚੱਲ ਰਿਹਾ, ਤੁਹਾਨੂੰ ਲੈ ਜਾਾਂਗੇ, ਬਹੁਤ ਛੇਤੀ ਲੈ ਜਾਾਂਗੇ, ਤੁਸੀਂ ਆਓ, ਫਟਾਫਟ ਲੇਟ ਨਾ ਹੋਵੋ, ਪੜ੍ਹਾਈ 'ਚ ਪਿੱਛੇ ਰਹਿ ਜਾਓਗੇ, ਸਾਡਾ ਓਪਨ ਬੈਚ ਸਿਸਟਮ ਚੱਲ ਰਿਹਾ, ਅਸੀਂ ਲੈ ਹੀ ਜਾਵਾਂਗੇ ਸਾਡਾ ਰੋਡ ਮੈਪ, ਤੁਸੀਂ ਕੀ ਪੁੱਛਦੇ ਹੋ, ਸਾਨੂੰ ਹੀ ਨਹੀਂ ਪਤਾ। ਉਹ ਰੋਡ ਮੈਪ ਦੇ ਹੀ ਤਾਂ ਨਹੀਂ ਪਾਉਂਦੇ ਕਿ ਉਹਨਾਂ ਨੂੰ ਆਪਦਾ ਰੋਡ ਮੈਪ ਆਪ ਨਹੀਂ ਪਤਾ ਹੁੰਦਾ ਕਿ ਅਸੀਂ ਕਦੋਂ ਕੁ ਤੱਕ ਸਿਲੇਬਸ ਮੁਕਾ ਲਾਂਗੇ, ਕਿਵੇਂ ਕਿਵੇਂ ਮੁਕਾਵਾਂਗੇ, ਪਤਾ ਨਹੀਂ ਇਹ ਸਬਜੈਕਟ ਪੜ੍ਹਾਵਾਂਗੇ ਨਹੀਂ ਪੜ੍ਹਾਵਾਂਗੇ। ਤਾਂ ਹੁੰਦਾ ਕੀ ਆ, ਬੱਚਾ ਬਿਨਾਂ ਰੋਡ ਮੈਪ ਤੋਂ ਉਹਨਾਂ ਨਾਲ ਸਵਾਰ ਹੋ ਗਿਆ ਕਿਸੇ ਟਰਸਟ ਦੇ ਬੇਸ 'ਤੇ ਜਾਂ ਕੁਦਰਤੀ ਕਿਸੇ ਰੈਫਰੈਂਸ ਦੇ ਬੇਸ 'ਤੇ, ਤਾਂ ਉਹ ਬੱਚੇ ਨੂੰ ਹੋ ਗਿਆ ਕਿ ਯਾਰ ਮੈਂ ਚੱਲੀ ਜਾਂਦਾ, ਤਾਂ ਉਹਨੇ ਵਿਸ਼ਵਾਸ ਕਰ ਲਿਆ ਕਿ ਯਾਰ ਆ ਸਰ ਚਲਾ ਰਿਹਾ ਨਾ ਰੋਡ ਮੈਪ, ਸਾਨੂੰ ਤਾਂ ਦੱਸਿਆ ਨਹੀਂ, ਹੁਣੇ ਸਰ ਦੀ ਜ਼ਿੰਮੇਵਾਰੀ ਆ, ਇਹ ਆਪੇ ਲੈ ਜਾਊਗਾ। ਤਾਂ ਉਹ ਸਰ ਦੇ ਮਗਰ ਤੁਰ ਰਹੇ ਆ, ਪਰ ਇਹ ਸਭ ਦੇ ਦੌਰਾਨ ਉਹਨਾਂ ਨੂੰ ਹਰ ਟਾਈਮ ਇਹ ਉਮੀਦ ਹੈ ਕਿ ਬਸ ਖਤਮ ਹੋਣ ਹੀ ਵਾਲਾ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਨਾ ਕਿ ਕਿੰਨਾ ਟੋਟਲ ਸੀ। ਤਾਂ ਕਾਫੀ ਸਾਲ ਨਿਕਲ ਜਾਂਦੇ ਉਹਨਾਂ ਦੀ ਲਾਈਫ ਦੇ ਇੱਕ એનર્ਜੈਟਿਕ ਵੇ 'ਚ, ਪਰ ਉਹਨਾਂ ਦੇ ਦਿਮਾਗ 'ਚੋਂ ਮੋਟੀਵੇਸ਼ਨ ਨਹੀਂ ਆ ਪਾਉਂਦੀ ਕਿ ਯਾਰ ਮੁੱਕਣ ਵਾਲਾ, ਮੈਂ ਥੋੜਾ ਤਗੜੇ ਤਰੀਕੇ ਨਾਲ ਕਰ ਪਾਂ। ਉਹਦੀ ਰੂਟੀਨ ਬਣ ਜਾਂਦੀ ਆ ਕਿ ਯਾਰ ਚੱਲ ਰਹੇ ਆ, ਕਰ ਰਹੇ ਆ, ਪੜ੍ਹ ਲਿਆ, ਅੱਜ ਵੀ ਪੜ੍ਹ ਲਿਆ, 2 ਘੰਟੇ 4 ਘੰਟੇ ਪੜ੍ਹ ਲਿਆ, ਕੋਈ ਨਾ ਕੱਲ ਕਰ ਲਾਂਗੇ, ਇਹ ਕਿਹੜਾ ਕੋਈ ਪਰਸੋਂ ਮੁੱਕ ਚੱਲਿਆ। ਉਹਦੇ ਮਨ ਵਿੱਚੋਂ ਇਹ ਫੀਲ ਹੀ ਕੱਢ ਲਈ ਜਾਂਦੀ ਆ ਕਿ ਤੇਰਾ ਇੰਨੇ ਸਮੇਂ 'ਚ ਮੁੱਕਣਾ ਚਾਹੀਦਾ। ਉਹਨੂੰ ਆਦਤ ਪਾ ਦਿੱਤੀ ਜਾਂਦੀ ਹੈ ਕਿ ਕਰੀ ਚੱਲ ਬਹੁਤ ਸਮਾਂ ਤੇਰੇ ਕੋਲ। ਤੇ ਜਦੋਂ ਤੱਕ ਬੱਚੇ ਨੂੰ ਸੁਰਤ ਆਉਂਦੀ ਆ ਉਦੋਂ ਤੱਕ ਕਾਫੀ ਸਾਲ ਨਿਕਲ ਚੁੱਕੇ ਹੁੰਦੇ ਆ। ਉਸ ਤੋਂ ਬਾਅਦ ਵੀ ਜੇ ਮੁਕਾ ਦੇਣ ਤਾਂ ਬੜੀ ਵੱਡੀ ਗੱਲ ਹੋ ਜੇ, ਪਰ ਇਹ ਵਿੱਚ ਵਿਚਾਲੇ ਲਿਆ ਕੇ ਛੱਡ ਦਿੰਦੇ ਹੈ, ਕਿਉਂਕਿ ਇਹਨਾਂ ਕੋਲ ਰੋਡ ਮੈਪ ਪਹਿਲੇ ਦਿਨ ਤੋਂ ਆਪ ਹੀ ਨਹੀਂ ਸੀਗੀ, ਅਸੀਂ ਕਦੋਂ ਕੀ ਖਤਮ ਕਰਾਂਗੇ ਤੇ ਕੀ ਨਹੀਂ ਕਰ ਪਾਵਾਂਗੇ। ਤਾਂ ਇੰਨੇ ਸਾਲਾਂ ਬਾਅਦ ਬੱਚਾ ਜਦੋਂ ਵਿੱਚ ਵਿਚਾਲੇ ਆ ਕੇ ਕੱਲਾ ਹੋ ਜਾਂਦਾ ਤਾਂ ਉਹ ਦੇਖਦਾ ਕਿ ਯਾਰ ਮੈਂ ਤਾਂ ਸਿਰਫ 50-60% ਸਿਲੇਬਸ ਹੀ ਕਵਰ ਕਰ ਪਾਇਆ, ਪਰ ਸਾਲ ਮੈਂ ਬਾਕੀਆਂ ਨਾਲੋਂ ਬਹੁਤ ਜ਼ਿਆਦਾ ਲਾਤੇ। ਤਾਂ ਫਿਰ ਇਹ ਕੋਚਿੰਗ ਇੰਸਟੀਚਿਊਟ ਹਜੇ ਵੀ ਹਟਦੇ ਨਹੀਂ, ਇਹ ਉਹਨਾਂ ਨੂੰ ਹੌਸਲਾ ਦਿੰਦੇ ਆ ਬਿਠਾ ਕੇ ਕਿ ਦੇਖੋ ਮੈਂ ਤੁਹਾਨੂੰ 50% ਸਿਲੇਬਸ ਕਰਾਤਾ ਹੈ, ਪਰ ਮੈਂ ਕਰਾਇਆ ਬਹੁਤ ਘੈਂਟ ਤਰੀਕੇ ਨਾਲ ਹੈ। ਆਪਾਂ ਜਿੱਥੇ ਲੋਕੀ ਇੱਕ ਦਿਨ 'ਚੋਂ ਚੀਜ਼ ਮੁਕਾ ਰਹੇ ਸੀ, ਆਪਾਂ 1 ਮਹੀਨੇ 'ਚ ਮੁਕਾਈ ਆ। ਉਹਦੇ ਪਿੱਛੇ ਰੀਜ਼ਨਸ ਕਈ ਨੇ, ਪਰ ਹਾਂ ਮੈਂ ਤੁਹਾਨੂੰ ਵਧੀਆ ਕਰਾਇਆ। ਤਾਂ ਹੁਣ ਜਦੋਂ ਤੁਸੀਂ ਪੇਪਰ ਦੇਣ ਜਾਓਗੇ, ਮੰਨ ਲਓ 100 ਕੁਐਸਚਨ ਆਣੇ ਆ, 5 ਸਬਜੈਕਟ ਦੇ 20 ਕੁਐਸਚਨ, ਮੈਂ ਤੁਹਾਨੂੰ 3 ਸਬਜੈਕਟ ਕਰਾਤੇ ਨਾ, ਮਤਲਬ ਕਿ 60 ਕੁਐਸਚਨਸ ਉਹ 3 ਸਬਜੈਕਟਾਂ 'ਚੋਂ ਆਉਣੇ ਆ। ਤਾਂ ਤੁਸੀਂ ਕੀ ਕਰਿਓ, 60 ਦੇ ਵਿੱਚੋਂ ਘੱਟੋ ਘੱਟ 58-59, ਵੈਸੇ ਤਾਂ ਤੁਹਾਨੂੰ 60 'ਚੋਂ 60 ਹੀ ਕਰ ਦੇਣੇ ਚਾਹੀਦੇ ਆ। ਤੇ ਜੇ ਤੁਸੀਂ 60 ਕਰ ਰਹੇ, 100 ਦੇ ਵਿੱਚੋਂ 60 ਤੁਹਾਡੇ ਠੀਕ ਆ, ਤੁਹਾਡੀ ਐਕਿਊਰੇਸੀ 100% ਆਣੀ ਚਾਹੀਦੀ ਆ, ਤਾਂ ਤੁਹਾਡੀ ਕੱਟ ਆਫ ਪੱਕਾ ਕਲੀਅਰ ਆ। ਪਰ ਇਹ ਇਤਿਹਾਸ ਗਵਾਹ ਹੈ, ਜਿੰਨਾ ਮਰਜ਼ੀ ਪੜ੍ਹ ਲਓ, ਟੋਪਰ ਤੋਂ ਵੀ ਪੁੱਛ ਲਿਓ, ਇੱਕ ਜਾਇਜ਼ ਲੈਵਲ ਦੇ ਪੇਪਰ ਤੇ 100% ਐਕਿਊਰੇਸੀ ਆਉਣਾ ਆਲਮੋਸਟ ਇੰਪੋਸੀਬਲ ਆ। ਪੇਪਰ ਦੇ ਪ੍ਰੈਸ਼ਰ ਕਰਕੇ ਉਸ ਦਿਨ ਕੋਈ ਹੋਰ ਗੜਬੜ ਹੋ ਗਈ, ਗਲਤੀਆਂ ਹੋਣੀਆਂ ਤੈਅ ਹੁੰਦੀਆਂ। ਪੇਪਰ ਕਲੀਅਰ ਕਰਨ ਦਾ ਇੱਕੋ ਇੱਕ ਫੰਡਾ ਹੁੰਦਾ ਕਿ ਜੇ 100 ਕੁਐਸਚਨ ਆਉਣੇ ਆ, 5 ਸਬਜੈਕਟ 'ਚ ਆਉਣੇ ਆ, ਤੁਸੀਂ 5 ਸਬਜੈਕਟ ਖਤਮ ਕਰਨੇ ਆ। ਉਹ ਕੋਚਿੰਗ ਇੰਸਟੀਚਿਊਟ ਦਾ ਫਰਜ਼ ਬਣਦਾ ਕਿ ਉਹ ਪਹਿਲੇ ਦਿਨ ਰੋਡ ਮੈਪ ਦੇਵੇ ਕਿ ਇਹ 5 ਸਬਜੈਕਟਸ ਅਸੀਂ ਕਿਵੇਂ ਖਤਮ ਕਰਾਂਗੇ। ਉਹ 5 ਸਬਜੈਕਟਸ ਖਤਮ ਹੋਣਗੇ, ਪੇਪਰ ਦੇ ਵਿੱਚੋਂ ਤੁਸੀਂ 100 ਦੇ ਵਿੱਚੋਂ 20 ਕੁਐਸਚਨਾਂ 'ਚ ਤੁਸੀਂ 10-15 ਜਦੋਂ ਕਰੋਗੇ ਨਾ, ਤਾਂ ਉਦੋਂ ਤੁਹਾਡੀ 100 ਦੇ ਵਿੱਚੋਂ 65-70 ਵਾਲੀ ਕੱਟ ਆਫ ਕਲੀਅਰ ਹੋਊਗੀ। ਪਰ ਜੇ ਤੁਸੀਂ ਤਿਆਰ ਹੀ 60 ਕੁਐਸਚਨ ਕਰਕੇ ਗਏ ਹੋ, ਤਾਂ ਤੁਸੀਂ ਆਲਰੇਡੀ ਕੰਪੀਟੀਸ਼ਨ ਵਿੱਚ ਪਹਿਲੇ ਸੱਟੇ ਹੀ ਸਭ ਤੋਂ ਪਿੱਛੇ ਰਹਿ ਗਏ, ਕਿਉਂਕਿ ਜਿਹੜਾ ਬੱਚਾ 5 ਸਬਜੈਕਟ ਕਰਕੇ ਆਇਆ ਉਹ 100 ਕੁਐਸਚਨਾਂ ਤੇ ਗੇਮ ਖੇਡੂਗਾ, ਤੁਸੀਂ ਸਬਜੈਕਟ ਹੀ 3 ਕੀਤੇ ਆ, ਤੁਸੀਂ ਗੇਮ ਹੀ 60 ਕੁਐਸਚਨਾਂ 'ਚ ਖੇਡੋਗੇ, ਤੁਹਾਡੇ ਸਹੀ ਹੋਣਗੇ 40-45 ਤੇ ਤੁਹਾਡੀ ਕੱਟ ਆਫ ਕਲੀਅਰ ਕਦੀ ਨਹੀਂ ਹੋਣੀ, ਨਾ ਪੇਪਰ ਕਲੀਅਰ ਹੋਣਾ। ਪਰ ਉਹ ਟੀਚਰ ਪੇਪਰ ਕਲਾਸ ਵਿੱਚ ਡਿਸਕਸ ਕਰਕੇ ਵਾਰ-ਵਾਰ ਇਹ ਪ੍ਰੂਵ ਕਰੂਗਾ ਕਿ ਦੇਖੋ ਕੱਟ ਆਫ ਗਈ ਹੈ 60, ਮੇਰੇ ਪੜ੍ਹਾਈ 'ਚੋਂ ਕੁਐਸਚਨ ਆਏ 61, ਤਾਂ 61 'ਚੋਂ 61 ਕੁਐਸਚਨ ਜੇ ਕਰੇ ਆਂਦੇ ਤਾਂ ਪੇਪਰ ਕਲੀਅਰ ਹੋ ਜਾਂਦਾ। ਗਲਤੀ ਮੇਰੀ ਨਹੀਂ, ਗਲਤੀ ਬੱਚਿਆਂ ਦੀ ਹੈ। ਇਹਨਾਂ ਨੇ 61 'ਚੋਂ 61 ਕੁਐਸਚਨ ਕਿਉਂ ਨਹੀਂ ਕੀਤੇ, ਇਹਨਾਂ ਦੀ 100% ਐਕਿਊਰੇਸੀ ਕਿਉਂ ਨਹੀਂ ਕੀਤੀ। ਤਾਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਜਿਹੜੇ ਤਜਰਬੇਕਾਰ ਹੋ ਕਿ ਕੀ ਇਹ ਟੀਚਰ ਦਾ ਪੁਆਇੰਟ ਠੀਕ ਆ, ਇਹ ਬਿਲਕੁਲ ਗਲਤ ਆ। ਤਾਂ ਬਿਨਾਂ ਰੋਡ ਮੈਪ ਤੋਂ ਅੱਗੇ ਵਧਾਉਣ ਵਾਲੇ ਟੀਚਰਾਂ ਤੋਂ ਤੇ ਕੋਚਿੰਗ ਇੰਸਟੀਚਿਊਟਸ ਤੋਂ ਗੁਰੇਜ਼ ਕਰੋ। ਬਿਗ ਨੋ ਸ਼ਰੇਆਮ ਪਾਓ, ਭਾਵੇਂ ਉਹਦੀ ਰੈਪੂਟੇਸ਼ਨ ਤੁਸੀਂ ਜੋ ਮਰਜ਼ੀ ਸੁਣੀ ਆ। ਇਹ ਬਹੁਤ ਤਜਰਬੇ ਨਾਲ ਪੁਆਇੰਟ ਦੱਸ ਰਿਹਾ ਮੈਂ, ਪਰਸਨਲ ਤੇ ਪਲੱਸ ਜਿਨ੍ਹਾਂ ਦੇ ਪਰਸਨਲ ਹੋਏ ਆ ਉਹਨਾਂ ਤੋਂ ਪੁੱਛ ਕੇ। ਤਾਂ ਬਿਨਾਂ ਰੋਡ ਮੈਪ ਵਾਲੇ ਕੋਚਿੰਗ ਇੰਸਟੀਚਿਊਟਸ ਦਾ ਟੋਟਲ ਫੇਲੀਅਰ। ਰੋਡ ਮੈਪ ਪਹਿਲੇ ਦਿਨ ਦਵੇ, ਠੀਕ ਆ, ਦਿੱਤੇ ਬਾਅਦ ਚੈੱਕ ਕਰੋ ਸਹੀ ਆ, ਠੀਕ ਆ, ਜੇ ਨਹੀਂ ਸਹੀ ਜਾਂ ਨਹੀਂ ਦੇ ਰਿਹਾ ਕਾਂਟਾ ਮਾਰੋ, ਇੰਸਟੀਚਿਊਟ ਦੀ ਕੋਈ ਕਮੀ ਨਹੀਂ, ਦੂਜੇ ਇੰਸਟੀਚਿਊਟ ਵੱਲ ਜਾਓ, ਤਾਂ ਹੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਪੇਪਰ ਕਲੀਅਰ ਹੋਊਗਾ। ਇੱਥੇ ਮੈਂ ਇੱਕ ਛੋਟੀ ਜਿਹੀ ਰੀਅਲ ਲਾਈਫ ਐਗਜ਼ਾਮਪਲ ਦਿੰਦਾ ਤੁਹਾਨੂੰ, ਇਹ ਬਿਲਕੁਲ ਰੀਅਲ ਲਾਈਫ ਹੈ, ਧਿਆਨ ਨਾਲ ਸੁਣਿਓ। ਮੇਰਾ ਇੱਕ ਦੋਸਤ PCS ਦੀ ਤਿਆਰੀ ਕਰ ਰਿਹਾ ਸੀ, ਪਿਛਲੇ 4 ਸਾਲਾਂ ਤੋਂ ਤਿਆਰੀ ਕਰ ਰਿਹਾ ਸੀ। ਉਹਨੇ ਜਿਹੜੇ ਕੋਚਿੰਗ ਇੰਸਟੀਚਿਊਟ ਨੂੰ ਜੁਆਇਨ ਕੀਤਾ ਸੀ, ਮੈਂ ਉਹਦਾ ਨਾਮ ਨਹੀਂ ਲੈਂਦਾ, ਪਰ ਮੈਂ ਤੁਹਾਨੂੰ ਉਹਨਾਂ ਦੀ ਕਰਤੂਤ ਦੱਸ ਦਿੰਦਾ। ਉਹ ਕੋਚਿੰਗ ਇੰਸਟੀਚਿਊਟ ਸਟੈਟਿਕ ਸਿਲੇਬਸ ਕਰਵਾਈ ਜਾ ਰਿਹਾ ਸੀ, ਓਪਨ ਬੈਚ ਸਿਸਟਮ ਸੀ, ਸਿਲੇਬਸ ਖਤਮ ਹੋਣ ਦੀ ਕੋਈ ਡੇਟ ਨਹੀਂ ਸੀ, ਕੋਈ ਰੋਡ ਮੈਪ ਨਹੀਂ ਸੀ ਕਿ ਕਦੋਂ ਤੱਕ ਕੀ ਕਰਵਾ ਦੇਵਾਂਗੇ। ਬਸ ਉਹ ਬੱਚੇ ਨੇ ਜੁਆਇਨ ਕਰ ਲਿਆ ਟਰਸਟ ਬੇਸਿਸ ਤੇ, ਇਮੈਚਿਓਰਿਟੀ ਸੀ, ਲੈਕ ਆਫ ਐਕਸਪੀਰੀਅੰਸ ਸੀ, ਮਾਰਕੀਟ ਐਕਸਪਲੋਰ ਨਹੀਂ ਸੀ ਕੀਤੀ, ਪਤਾ ਕੁਝ ਨਹੀਂ ਸੀ, ਬਸ ਸਾਫ ਜਿਹਾ ਬੰਦਾ ਸੀ, ਟਰਸਟ ਕਰ ਲਿਆ ਤੇ ਜੁਆਇਨ ਕਰ ਲਿਆ। 4 ਸਾਲ ਪੜ੍ਹਾਈ ਬਹੁਤ ਸੋਹਣੀ ਕਰਵਾਈ, ਨੌਲੇਜ ਦਿੱਤੀ, ਪੇਪਰ ਦੇ ਹਿਸਾਬ ਨਾਲ ਕਰਵਾਈ ਨਹੀਂ ਉਹ ਅਲੱਗ ਚੀਜ਼ ਆ, ਨੌਲੇਜ ਦਿੱਤੀ।
ਬਟ ਜਦੋਂ ਉਹਨੇ 4 ਸਾਲ ਬਾਅਦ ਪੀਸੀਐਸ ਦੇਣਾ ਸੀ ਤਾਂ ਉਹਨੇ ਇਹ ਫਾਈਂਡ ਆਊਟ ਕੀਤਾ ਕਿ ਯਾਰ ਮੈਂ ਕਰੰਟ ਅਫੇਅਰ ਸੈਕਸ਼ਨ ਨੂੰ ਤਾਂ ਹੱਥ ਵੀ ਨਹੀਂ ਲਾਇਆ। ਤਾਂ ਫਿਰ ਉਹ ਆਪਦੇ ਕੋਚਿੰਗ ਇੰਸਟੀਚਿਊਟ ਵਾਲੇ ਟੀਚਰ ਕੋਲ ਗਿਆ ਕਿ ਸਰ ਮੈਂ ਕਰੰਟ ਅਫੇਅਰ ਤਾਂ ਕੀਤੇ ਨਹੀਂ। ਤਾਂ ਉਹ ਸਰ ਨੇ ਅੱਗੋਂ ਇਹ ਸਲਾਹ ਦਿੱਤੀ ਕਿ ਯਾਰ ਦੇਖੋ ਹਾਲੇ ਤਾਂ 4 ਸਾਲ ਹੀ ਹੋਏ ਨੇ, ਤੁਸੀਂ ਪਹਿਲੀ ਵਾਰ ਪੇਪਰ ਦੇਣ ਲੱਗੇ ਹੋ, ਤਾਂ ਕਰੰਟ ਅਫੇਅਰ ਵੈਸੇ ਵੀ ਇੱਕ ਬਹੁਤ ਹੀ ਬੇਕਾਰ ਜਿਹਾ ਸਬਜੈਕਟ ਹੈ। ਕਰੰਟ ਅਫੇਅਰ ਇੰਨਾ ਕੋਈ ਇੰਪੋਰਟੈਂਟ ਨਹੀਂ ਹੁੰਦਾ, ਪੇਪਰ ਸਟੈਟਿਕ ਦੇ ਸਿਰ ਤੇ ਬੜੇ ਆਰਾਮ ਨਾਲ ਕਲੀਅਰ ਹੁੰਦੇ ਆ, ਅਸੀਂ ਵੀ ਕੀਤੇ ਹੋਏ ਆ, ਤੁਸੀਂ ਵੀ ਕਰ ਲਓਗੇ। ਤਾਂ ਕਰੰਟ ਅਫੇਅਰ ਛੱਡੋ, ਤੁਹਾਨੂੰ ਜੋ 3 ਸਬਜੈਕਟ ਮੈਂ ਕਰਵਾਏ ਆ ਨਾ ਉਹ 5 ਦੇ ਵਿੱਚੋਂ ਤੁਸੀਂ ਉਹ ਪੂਰੇ ਕਰ ਜੋ, 100% ਐਕਿਊਰੇਸੀ ਆ ਜਾਊਗੀ, ਤੁਹਾਡਾ ਪੇਪਰ ਕਲੀਅਰ ਹੋ ਜਾਊਗਾ। ਤਾਂ ਜਦੋਂ ਬੱਚਾ ਪੀਸੀਐਸ ਦਾ ਐਗਜ਼ਾਮ ਦੇ ਕੇ ਆਇਆ ਤਾਂ ਉਹਨੇ ਮੇਰੇ ਨਾਲ ਪਰਸਨਲ ਐਕਸਪੀਰੀਅੰਸ ਇਹ ਸ਼ੇਅਰ ਕੀਤਾ ਕਿ ਯਾਰ ਜਿਹੜਾ ਸ਼ਾਇਦ 2020 ਚ ਹੋਇਆ ਸੀ ਕਿ ਯਾਰ 100 ਦੇ ਵਿੱਚੋਂ ਨਾ ਮੇਰੇ ਹਿਸਾਬ ਨਾਲ ਤਾਂ 30 ਤੋਂ ਲੈ ਕੇ 40 ਕੁਐਸਚਨ ਕਰੰਟ ਅਫੇਅਰ ਦੇ ਆਏ ਹੋਏ ਸੀ। ਮਤਲਬ ਜੇ ਕੁਐਸਚਨ ਜਿੰਨੇ ਵੀ ਸੀ ਮਤਲਬ 30-40% ਕਰੰਟ ਅਫੇਅਰ ਸੀਗਾ ਡਾਇਰੈਕਟ ਇਨਡਾਇਰੈਕਟ ਵੇ ਦੇ ਵਿੱਚ। ਤਾਂ ਹੁਣ ਤੁਸੀਂ ਦੱਸੋ ਕਿ ਜਿਹੜੇ ਪੇਪਰ ਦੇ ਵਿੱਚ 30-40% ਡਾਇਰੈਕਟ ਕਰੰਟ ਅਫੇਅਰ ਆ ਰਿਹਾ, ਨਾ ਤਾਂ ਉਸ ਇੰਸਟੀਚਿਊਟ ਨੇ ਉਹਨੂੰ ਕਰੰਟ ਅਫੇਅਰ ਆਪ ਕਰਵਾਏ ਤੇ ਨਾ ਉਸ ਇੰਸਟੀਚਿਊਟ ਨੇ ਗਾਈਡ ਕੀਤਾ ਕਿ ਯਾਰ ਤੂੰ ਕਰੰਟ ਅਫੇਅਰ ਇੱਥੋਂ ਕਰ ਲੈ, ਉਲਟਾ ਇਹ ਗਾਈਡ ਕੀਤਾ ਕਿ ਕਰੰਟ ਅਫੇਅਰ ਕਰਨ ਦੀ ਲੋੜ ਨਹੀਂ। ਤੇ ਇੱਕ ਬੱਚਾ ਕਦੀ ਵੀ ਮੂਰਖ ਨਹੀਂ ਹੁੰਦਾ, ਬੱਚਾ ਟੀਚਰ ਦੇ ਪਿੱਛੇ ਲੱਗਦਾ, ਗੱਲ ਮੰਨਦਾ, ਉਹਨੇ ਕਰੰਟ ਅਫੇਅਰ ਨਹੀਂ ਕੀਤੇ। ਸਟੈਟਿਕ ਦੇ ਹਿਸਾਬ ਨਾਲ ਉਹ ਵਧੀਆ ਪਰਫਾਰਮ ਕਰ ਰਿਹਾ ਪਰ ਕੱਟ ਆਫ ਤੋਂ 10-15 ਨੰਬਰ ਤੋਂ ਰਹਿ ਗਿਆ, ਮਤਲਬ ਕਿ 5-7 ਕੁਐਸਚਨਾਂ ਤੋਂ ਰਹਿ ਗਿਆ। ਕਿਉਂ? ਕਿਉਂਕਿ ਉਹਨੇ ਕਰੰਟ ਅਫੇਅਰ ਦੇ ਤੁੱਕੇ ਤਾਕੇ ਮਾਰੇ, ਨੈਗੇਟਿਵ ਮਾਰਕਿੰਗ ਨਹੀਂ ਸੀ ਤਾਂ ਉਹਦੇ ਥੋੜੇ ਬਹੁਤ ਲੱਗ ਗਏ। ਤਾਂ ਕਿੰਨਾ ਵੱਡਾ ਬਲੰਡਰ ਸੀ। ਪਰ ਉਸ ਕੋਚਿੰਗ ਇੰਸਟੀਚਿਊਟ ਵਾਲੇ ਨੇ ਕਰੰਟ ਅਫੇਅਰ ਗਾਈਡ ਪਤਾ ਕਿਉਂ ਨਹੀਂ ਕੀਤੇ ਇਹਨੂੰ? ਕਿਉਂਕਿ ਉਹਨੂੰ ਸੀ ਜੇ ਮੈਂ ਗਾਈਡ ਕਰਤਾ ਕਿ ਕਰੰਟ ਅਫੇਅਰ ਆਹ ਵਾਲੇ ਇੰਸਟੀਚਿਊਟ ਦੇ ਕਰ ਲਾ, ਇੱਕ ਤਾਂ ਇਹ ਕਿਸੇ ਹੋਰ ਇੰਸਟੀਚਿਊਟ ਨੂੰ ਐਕਸਪਲੋਰ ਕਰੂਗਾ ਤਾਂ ਉੱਥੇ ਸ਼ਾਇਦ ਇਹ ਉੱਧਰ ਨਾ ਜੁੜ ਜੇ, ਦੂਸਰਾ ਇੱਕ ਇਹ ਰਿਵੀਲ ਹੋ ਜਾਊਗਾ ਬੱਚਿਆਂ ਸਾਹਮਣੇ ਕਿ ਕੋਈ ਕਮੀ ਪੇਸ਼ੀ ਹੈ ਮੇਰੇ ਇੰਸਟੀਚਿਊਟ ਦੇ ਵਿੱਚ ਜਿਹਦੇ ਕਰਕੇ ਬੱਚੇ ਨੂੰ ਕੁਝ ਸਬਜੈਕਟਾਂ ਲਈ ਕਿਤੇ ਹੋਰ ਜਾਣਾ ਪੈ ਰਿਹਾ। ਤੇ ਉਹਨਾਂ ਨੇ ਫਿਰ ਉਹਨੂੰ ਰੈਫਰ ਕਰਨਾ ਹੀ ਠੀਕ ਨਹੀਂ ਸਮਝਿਆ, ਉਹਨਾਂ ਨੇ ਸੋਚਿਆ ਕਿ ਮੈਂ ਮਾਈਂਡ ਹੀ ਵੇਵ ਕਰ ਦਿਆਂ ਕਿ ਕਰੰਟ ਅਫੇਅਰ ਕਰਨੇ ਹੀ ਨਹੀਂ ਹੁੰਦੇ। ਤੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਕਿ ਕਰੰਟ ਅਫੇਅਰ ਬਿਨਾਂ ਅੱਜ ਦੀ ਡੇਟ ਵਿੱਚ ਤੁਸੀਂ PSSS ਵੀ ਛੱਡੋ, PPSC ਤੇ UPSC ਵੀ ਨਹੀਂ ਕਰ ਸਕਦੇ ਤੁਸੀਂ। ਕਰੰਟ ਅਫੇਅਰਾਂ ਦੇ ਇੰਨੇ ਕੋਰਸ ਕੋਈ ਬੇਵਕੂਫ ਥੋੜੀ ਹੈ ਜਿਹੜੇ ਚਲਾਈ ਬੈਠੇ ਆ। ਪਰ ਜੇ ਇਸ ਇੰਸਟੀਚਿਊਟ ਨੇ ਪਹਿਲੇ ਦਿਨ ਰੋਡ ਮੈਪ ਦਿੱਤਾ ਹੁੰਦਾ ਤੇ ਇਸ ਬੱਚੇ ਨੇ ਮੰਗਿਆ ਹੁੰਦਾ ਤੇ ਉਸ ਇੰਸਟੀਚਿਊਟ ਦੇ ਵਿੱਚ ਜੇ ਇਹ ਟੀਚਰ ਕਹਿੰਦਾ ਕਿ ਮੈਂ ਕਰੰਟ ਅਫੇਅਰ ਨਾਮ ਦਾ ਟੌਪਿਕ ਨਹੀਂ ਕਰਵਾਉਂਗਾ, ਪਹਿਲੇ ਦਿਨ ਹੀ ਇਸ ਬੱਚੇ ਦੇ ਦਿਮਾਗ ਵਿੱਚ ਸਟ੍ਰਾਈਕ ਕਰ ਜਾਂਦਾ ਨਾ ਕਿ ਕਰੰਟ ਅਫੇਅਰ ਨਾਮ ਦਾ ਟੌਪਿਕ ਨਹੀਂ ਹੋਣਾ, ਤਾਂ ਇਹ ਸਲਾਹਾਂ ਮਸ਼ਵਰੇ ਕੁਦਰਤੀ ਕਰਦਾ ਕਿ ਯਾਰ ਕਰੰਟ ਅਫੇਅਰ ਨਹੀਂ ਜ਼ਰੂਰੀ ਗੇ, ਤਾਂ ਸ਼ਾਇਦ ਇਹ ਫਾਈਂਡ ਆਊਟ ਕਰ ਲੈਂਦਾ ਕਿ ਕਰੰਟ ਅਫੇਅਰ ਬਹੁਤ ਜ਼ਰੂਰੀ ਆ ਤੇ ਇਹ ਉਹਨੂੰ ਕਰ ਲੈਂਦਾ। ਬਟ ਰੋਡ ਮੈਪ ਨਾ ਇਹਨੇ ਮੰਗਿਆ ਨਾ ਉਹਨਾਂ ਨੇ ਦਿੱਤਾ, ਵਿਸ਼ਵਾਸ ਦੇ ਸਿਰ ਤੇ ਗੇਮ ਖੇਡੀ ਤੇ ਇਹ ਹਾਲ ਹੋਇਆ। ਤਾਂ ਇਸ ਚੀਜ਼ ਕਰਕੇ ਬਿਨਾਂ ਰੋਡ ਮੈਪ ਤੋਂ ਕਿਸੇ ਕੋਚਿੰਗ ਇੰਸਟੀਚਿਊਟ ਨੂੰ ਜੁਆਇਨ ਕਦੇ ਵੀ ਨਹੀਂ ਕਰਨਾ। ਇਹ ਸੀ ਆਪਣਾ ਪੁਆਇੰਟ ਤੇ ਹੁਣ ਚੱਲਦੇ ਆਪਾਂ ਅਗਲੇ ਪੁਆਇੰਟ ਵੱਲ। ਤਾਂ ਹੁਣ 5ਵਾਂ ਪੁਆਇੰਟ ਇਹ ਆ ਕਿ ਜਿਹੜੇ ਵੀ ਤੁਸੀਂ ਕੋਚਿੰਗ ਇੰਸਟੀਚਿਊਟ ਨੂੰ ਜੁਆਇਨ ਕਰਨ ਲਈ ਸੋਚ ਰਹੇ ਹੋ, ਸਭ ਤੋਂ ਪਹਿਲਾਂ ਇਹ ਪਤਾ ਕਰੋ ਕਿ ਕੀ ਉੱਥੇ ਰੈਗੂਲਰ ਟੈਸਟ ਹੁੰਦੇ ਆ। ਰੈਗੂਲਰ ਮਤਲਬ ਰੈਗੂਲਰ ਵੀਕਲੀ ਹੋਣੇ ਚਾਹੀਦੇ ਆ। ਕੀ ਉਹ ਟੈਸਟ ਇਵੈਲੂਏਟ ਵੀ ਹੁੰਦੇ ਆ? ਟੈਸਟ ਲੈਣਾ ਹੀ ਇਕੱਲਾ ਇਨਫ ਨਹੀਂ ਹੁੰਦਾ, ਟੈਸਟ ਇਵੈਲੂਏਟ ਕਰਨਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦਾ। ਕੀ ਉਹ ਇਵੈਲੂਏਟਿਡ ਟੈਸਟ ਕਲਾਸ ਵਿੱਚ ਡਿਸਕਸ ਵੀ ਹੁੰਦੇ ਆ? ਕੀ ਕਲਾਸ ਦੇ ਵਿੱਚ ਕੰਪੀਟੀਸ਼ਨ ਵਾਲੀ ਫੀਲ ਇੰਡਿਊਸ ਕਰਨ ਲਈ ਰੈਂਕਿੰਗ ਵੀ ਬਣਦੀ ਆ ਕਿ ਜੇ 50 ਬੱਚਿਆਂ ਨੇ ਟੈਸਟ ਦਿੱਤਾ ਸੀ ਤੇ 50 ਵਿੱਚੋਂ ਕਿਹਦਾ ਕੀ ਰੈਂਕ ਆਇਆ? ਤੇ ਜੇ ਇਹ ਸਭ ਨਹੀਂ ਆ ਤਾਂ ਤੁਸੀਂ ਇਹ ਮੰਨ ਹੀ ਲਓ ਕਿ ਪੇਪਰ ਕਲੀਅਰ ਕਰਨਾ ਇੰਪੋਸੀਬਲ ਆ। ਕਿਉਂ? ਕਿਉਂਕਿ ਪੇਪਰ ਕਲੀਅਰ ਕਰਨ ਦੇ ਵਿੱਚ ਦੇਖੋ ਲੰਬੀ ਜਰਨੀ ਹੁੰਦੀ ਹੈ, 1-2 ਸਾਲ ਦਾ ਟਾਈਮ ਲੱਗ ਜਾਂਦਾ। ਜੇ ਛੋਟਾ ਪੇਪਰ ਆ 6 ਮਹੀਨੇ ਸਾਲ ਦਾ ਟਾਈਮ ਲੱਗ ਜਾਊਗਾ। ਇਸ ਦੌਰਾਨ ਮੋਟੀਵੇਟ ਰਹਿਣਾ ਜ਼ਰੂਰੀ ਹੈ ਬੱਚੇ ਲਈ। ਭਾਵੇਂ ਬੱਚਾ ਜਿੰਨਾ ਮਰਜ਼ੀ ਇੰਟੈਲੀਜੈਂਟ ਹੋਵੇ ਤੇ ਉਹਨੂੰ ਮੋਟੀਵੇਟ ਰੱਖਣ ਦਾ ਤਰੀਕਾ ਇਹ ਆ ਕਿ ਉਹਨੂੰ ਟੈਸਟ ਦੇ ਵਿੱਚ ਪਾਈ ਰੱਖੋ। ਜਦੋਂ ਉਹਦਾ ਰੈਂਕ ਆਊਗਾ ਨਾ, ਉਹਦੇ ਵਿੱਚ ਜੇ ਰੈਂਕ ਪਿੱਛੇ ਆਊਗਾ ਤਾਂ ਇਹ ਮੋਟੀਵੇਸ਼ਨ ਆਊਗੀ ਕਿ ਮੈਂ ਅਗਲੀ ਵਾਰੀ ਰੈਂਕ ਇੰਪਰੂਵ ਕਰਨਾ, ਤੇ ਜੇ ਰੈਂਕ ਵਧੀਆ ਆਊਗਾ ਤਾਂ ਇਹ ਮੋਟੀਵੇਸ਼ਨ ਆਊਗੀ ਕਿ ਮੈਂ ਰੈਂਕ ਮੇਨਟੇਨ ਰੱਖਣਾ। ਇਹਦੇ ਹਿਸਾਬ ਨਾਲ ਹਰ ਬੱਚਾ ਇੱਕ ਦੂਜੇ ਨਾਲ ਕੰਪੀਟ ਕਰੂਗਾ। ਇੱਕ ਪੋਜ਼ਿਟਿਵ ਕੰਪੀਟੀਸ਼ਨ ਕਦੀ ਵੀ ਮਾੜਾ ਨਹੀਂ ਹੁੰਦਾ, ਇਹਦੇ ਨਾਲ ਪ੍ਰੋਗਰੈਸ ਹੀ ਹੁੰਦੀ ਆ। ਦੇਸ਼ਾਂ 'ਚ ਵੀ ਕਿਹਾ ਜਾਂਦਾ ਕਿ ਕੰਪੀਟੀਸ਼ਨ ਹੋਣਾ ਚਾਹੀਦਾ, ਤਾਂ ਇਹ ਕੰਪੀਟੀਸ਼ਨ ਵਾਲੀ ਫੀਲ ਬਹੁਤ ਜ਼ਰੂਰੀ ਆ। ਬਟ ਕੁਝ ਮਹਾਨ ਇੰਸਟੀਚਿਊਟਾਂ ਦੇ ਵਿੱਚ ਤੁਹਾਨੂੰ ਇਹ ਸਿਸਟਮ ਮਿਲੂਗਾ ਕਿ ਨਾ ਤਾਂ ਉਹ ਆਪ ਕੋਈ ਟੈਸਟ ਲੈਂਦੇ ਆ, ਤੇ ਜੇ ਕੁਦਰਤੀ ਕੋਈ ਟੈਸਟ ਸਾਲ ਦੇ ਵਿੱਚ ਇੱਕ ਦਾ ਲੈ ਲੈਣ ਜਸਟ ਟੂ ਪ੍ਰੂਵ ਕਿ ਟੈਸਟ ਨਾਮ ਦਾ ਕੁਝ ਹੁੰਦਾ, ਤਾਂ ਇਵੈਲੂਏਟ ਨਹੀਂ ਕਰਦੇ। ਤੇ ਇਵੈਲੂਏਟ ਕਰਨ ਤੋਂ ਬਾਅਦ ਕੰਪੀਟੀਸ਼ਨ ਵਾਲਾ ਤਾਂ ਕੋਈ ਸਿਸਟਮ ਹੈ ਹੀ ਨਹੀਂ। ਉੱਥੇ ਬੱਚਿਆਂ ਨੂੰ ਇੱਕ ਕਮਿਊਨਿਟੀ ਦੀ ਤਰ੍ਹਾਂ ਰੱਖਿਆ ਜਾਂਦਾ ਕਿ ਬਸ ਪੜ੍ਹੀ ਜਾਓ, ਕੋਈ ਚੈੱਕ ਨਹੀਂ ਆ, ਕੋਈ ਟੈਸਟ ਨਹੀਂ ਆ। ਬੱਚਿਆਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਦੇਖੋ ਆਹ ਵਾਲੀ ਟੈਸਟ ਅਰੀਹੰਤ ਦੀ ਟੈਸਟ ਦੀ ਕਿਤਾਬ ਹੈ ਜਾਂ ਫਿਰ ਕੋਈ ਹੋਰ ਪਬਲਿਸ਼ਰ ਦੀ ਟੈਸਟ ਦੀ ਕਿਤਾਬ ਹੈ, ਤੁਸੀਂ ਆਪਣੇ ਘਰੇ ਖਰੀਦ ਲਓ, ਜੋ ਪੜ੍ਹਦੇ ਹੋ ਉਹ ਉੱਥੋਂ ਅਟੈਂਪਟ ਕਰ ਲਓ, ਆਪੇ ਹੀ ਇਵੈਲੂਏਟ ਕਰ ਲਓ। ਤੇ ਇਹਦੇ ਨਾਲ ਨੁਕਸਾਨ ਇਹ ਆ ਕਿ ਜਦੋਂ ਬੱਚੇ ਨੇ ਟੈਸਟ ਆਪ ਦੇਣਾ, ਪਹਿਲਾਂ ਤਾਂ ਉਹਦੇ ਵਿੱਚ ਡਿਸਿਪਲਿਨ ਨਹੀਂ ਆ ਪਾਊਗਾ, ਕਿਉਂਕਿ ਬੱਚਾ ਹੈ ਯਾਰ, ਉਹਨੇ ਫੀਸ ਦਿੱਤੀ ਹੈ, ਉਹਨੇ ਫੀਸ ਹੀ ਤਾਂ ਦਿੱਤੀ ਹੈ ਨਾ। ਜੇ ਉਹ ਇੰਨਾ ਡਿਸਿਪਲਿਨਡ ਹੁੰਦਾ ਤਾਂ ਉਹ ਫਿਰ YouTube ਤੇ 36 ਫ੍ਰੀ ਕੋਰਸਿਸ ਪਏ ਆ, ਉੱਥੋਂ ਪੜ੍ਹਾਈ ਕਰ ਲੈਂਦਾ।
ਉਹਨੇ ਇੰਸਟੀਚਿਊਟ ਜੁਆਇਨ ਕੀਤਾ ਸੀ ਕਿ ਮੈਨੂੰ ਸਾਰਾ ਕੁਝ ਚਾਹੀਦਾ ਪੇਪਰ ਕਲੀਅਰ ਕਰਨ ਲਈ, ਨੌਲੇਜ, ਸਟ੍ਰੈਟਜੀ, ਡਿਸਪਲਿਨ, ਮੋਟੀਵੇਸ਼ਨ ਤੇ ਹੋਰ ਵੀ ਜੋ ਕੁਝ ਹੁੰਦਾ, ਮੈਂ ਪੈਸੇ ਦਿੰਨਾ, ਤੁਸੀਂ ਮੈਨੂੰ ਉਹ ਦਿਓ। ਉਹਨੇ ਪੈਸੇ ਤਾਂ ਦਿੱਤੇ, ਪਰ ਕੀ ਇੰਸਟੀਚਿਊਟ, ਕੁਝ ਜਿਹੜੇ ਇੰਸਟੀਚਿਊਟਸ ਨੇ ਉਹਨੇ ਵਾਪਸ ਉਹਨੂੰ ਇਹ ਸਾਰਾ ਕੁਝ ਦਿੱਤਾ? ਨਹੀਂ ਦਿੱਤਾ। ਉਹਨੇ ਆਪਣੇ ਹਿਸਾਬ ਨਾਲ ਜੋ ਜੋ ਦੇ ਸਕਦਾ ਸੀ ਉਹ ਦਿੱਤਾ, ਬਾਕੀ ਸਭ ਦੱਸਿਆ ਹੀ ਨਹੀਂ, ਹਾਈਡ ਕਰਕੇ ਰੱਖ ਲਿਆ ਕਿ ਇਹ ਵੀ ਜ਼ਰੂਰੀ ਆ। ਜਦ ਕਿ ਟੈਸਟ ਤੋਂ ਬਿਨਾ ਕੋਈ ਪੇਪਰ ਨਹੀਂ ਹੋ ਸਕਦਾ। ਇਹ ਗੱਲ ਪੱਲੇ ਬੰਨ ਲਓ, ਜੇ ਤੁਸੀਂ ਟੈਸਟ ਨਹੀਂ ਦੇ ਰਹੇ ਪੇਪਰ ਨਾ ਕਲੀਅਰ ਹੋਵੇ ਅੱਜ ਤੇ ਨਾ ਹੋਵੇ ਕੱਲ, ਜੇ ਭਲੇਖਾ ਆਪਣੇ ਸਾਲ ਖਰਾਬ ਕਰਕੇ ਦੇਖ ਲਓ। ਤੇ ਜਿਹੜਾ ਕੋਚਿੰਗ ਇੰਸਟੀਚਿਊਟ ਤੁਹਾਨੂੰ ਕੰਪੀਟੀਸ਼ਨ ਵਾਲੀ ਫੀਲ ਨਹੀਂ ਦੇ ਰਿਹਾ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ ਕਿ ਕੁਝ ਕੋਚਿੰਗ ਇੰਸਟੀਚਿਊਟ ਕਹਿੰਦੇ ਕਿ ਘਰੇ ਬਹਿ ਕੇ ਟੈਸਟ ਦੇ ਲਓ, ਘਰੇ ਬਹਿ ਕੇ ਆਪ ਹੀ ਵੈਲਿਊਏਟ ਕਰ ਲਓ। ਉਹ ਬੱਚਾ ਆਪ ਹੀ ਟੈਸਟ ਦੇ ਰਿਹਾ, ਆਪਦੇ ਹਿਸਾਬ ਨਾਲ ਹੀ ਵੈਲਿਊਏਸ਼ਨ ਕਰ ਰਿਹਾ, ਜਿੱਥੇ ਉਹਨੂੰ ਲੱਗਦਾ ਕਿ ਯਾਰ ਮਾੜੀ ਜਿਹੀ ਗਲਤੀ ਸੀ, ਯਾਰ ਇਹ ਤਾਂ ਮੈਂ ਸਹੀ ਕਰ ਰਿਹਾ ਸੀ, ਮੈਂ ਸਹੀ ਸੋਚ ਰਿਹਾ ਸੀ, ਉਹ ਉਹਨੂੰ ਸਹੀ ਵੀ ਕਰ ਰਿਹਾ। ਤਾਂ ਉਹ 90% ਲੈਣ ਦਾ ਵੀ ਕੀ ਫਾਇਦਾ? ਤੇ ਜੇ ਬੱਚਾ ਇੱਥੇ ਝੂਠ ਮਾਰ ਕੇ 90% ਲੈ ਰਿਹਾ, ਤੇ ਗਲਤੀ ਬੱਚੇ ਦੀ ਨਹੀਂ, ਇਹ ਗਲਤੀ ਟੀਚਰ ਦੀ ਆ। ਕਿਉਂ ਨਹੀਂ ਕਲਾਸ ਵਿੱਚ ਟੈਸਟ ਲਏ? ਕਿਉਂ ਨਹੀਂ ਵੈਲਿਊਏਸ਼ਨ ਖੁਦ ਕਰਕੇ ਦਿੱਤੀ? ਕਿਉਂ ਨਹੀਂ ਕੰਪੀਟੀਸ਼ਨ ਵਾਲੀ ਫੀਲਿੰਗ ਦਿੱਤੀ? ਫੀਸ ਲਈ ਸੀ ਨਾ। ਕੋਚਿੰਗ ਇੰਸਟੀਚਿਊਟ ਦਾ ਕੰਮ ਹੁੰਦਾ ਹੈ ਨਾ ਬੱਚਿਆਂ ਦਾ ਪੇਪਰ ਕਲੀਅਰ ਕਰਾਉਣਾ। ਤਾਂ ਐਦਾਂ ਦੇ ਕੋਚਿੰਗ ਇੰਸਟੀਚਿਊਟ ਤੋਂ ਸਖਤ ਦੂਰੀ ਬਣਾ ਕੇ ਰੱਖੋ। ਮੈਂ ਵਾਰ-ਵਾਰ ਰਿਪੀਟ ਇਹ ਵਾਲਾ ਪੁਆਇੰਟ ਤਾਂ ਕਰ ਰਿਹਾ, ਇਹ ਪੁਆਇੰਟ ਛੋਟਾ ਹੈ, ਟੈਸਟ ਇੱਕ ਛੋਟੀ ਜਿਹੀ ਚੀਜ਼ ਆ, ਬਟ ਇਹ ਇੰਨੀ ਕੁ ਵੱਡੀ ਬਣ ਜਾਂਦੀ ਆ ਕਿ ਇਹਦੇ ਬਿਨਾ ਕੋਈ ਪੇਪਰ ਨਹੀਂ ਕਰ ਸਕਦੇ, ਨਾ PSSB, ਨਾ PPSC ਤੇ ਨਾ UPSC। ਤਾਂ ਜਿਹੜੇ ਕੋਚਿੰਗ ਇੰਸਟੀਚਿਊਟ 'ਚ ਟੈਸਟ ਇਵੈਲਿਊਏਸ਼ਨ, ਟੈਸਟ ਟੇਕਿੰਗ ਤੇ ਟੈਸਟ ਰੈਂਕਿੰਗ ਦੀ ਫੈਸਿਲਿਟੀ ਨਹੀਂ, ਜਾਂ ਫਿਰ ਉਹ ਕਿੱਥੋਂ ਹੋਰ ਪ੍ਰੋਵਾਈਡ ਕਰਾ ਕੇ ਨਹੀਂ ਦੇ ਰਿਹਾ, ਉਹ ਕੋਚਿੰਗ ਇੰਸਟੀਚਿਊਟ ਤੋਂ ਡਿਸਟੈਂਸ ਬਣਾ ਕੇ ਰੱਖਿਓ, ਉਹਦੇ ਨੇੜੇ ਦੀ ਵੀ ਨਾ ਲੰਘਿਓ, ਬਹੁਤ ਸਾਲ ਖਰਾਬ ਹੋ ਜਾਣਗੇ। ਤਾਂ ਹੁਣ ਚੱਲਦੇ ਆਪਾਂ ਅਗਲੇ ਪੁਆਇੰਟ ਵੱਲ। ਤਾਂ 6ਵਾਂ ਪੁਆਇੰਟ ਇਹ ਆ ਕਿ ਹੁਣ ਜਦੋਂ ਉਤਲੇ ਤੁਸੀਂ 5 ਪੁਆਇੰਟ ਚੈੱਕਲਿਸਟ ਤੇ ਟਿਕ ਕਰ ਲਏ ਕਿਸੇ ਕੋਚਿੰਗ ਇੰਸਟੀਚਿਊਟ ਦੇ, ਮਤਲਬ ਤੁਸੀਂ ਕਿਸੇ ਕੋਚਿੰਗ ਇੰਸਟੀਚਿਊਟ ਗਏ, ਤੁਸੀਂ ਪਹਿਲੇ 5 ਪੁਆਇੰਟ ਮੈਚ ਕਰ ਲਏ ਕਿ ਯਾਰ ਆ 5 ਤਾਂ ਪੂਰੇ ਮੈਚ ਹੋ ਗਏ, ਸਾਰਾ ਕੁਝ ਠੀਕ ਆ। ਤਾਂ 6ਵਾਂ ਪੁਆਇੰਟ ਫਿਰ ਇਹ ਆ ਕਿ ਤੁਸੀਂ ਉਸ ਕੋਚਿੰਗ ਇੰਸਟੀਚਿਊਟ ਦਾ ਇੱਕ ਡੈਮੋ ਲੈਕਚਰ ਜ਼ਰੂਰ ਲਓ। ਉਹ ਡੈਮੋ ਲੈਕਚਰ ਤੋਂ ਤੁਹਾਨੂੰ ਇਹ ਕਲੀਅਰ ਹੋ ਜਾਊਗਾ ਕਿ ਚਲੋ ਪੁਆਇੰਟਸ ਤਾਂ ਠੀਕ ਹੈ ਉਤਲੇ ਪੂਰੇ ਆ, ਪਰ ਕੀ ਤੁਹਾਨੂੰ ਉਹਨਾਂ ਦਾ ਪੜ੍ਹਾਇਆ ਸਮਝ ਵੀ ਆ ਰਿਹਾ, ਕੀ ਤੁਹਾਨੂੰ ਉਹਨਾਂ ਦਾ ਪੜ੍ਹਾਇਆ ਠੀਕ ਲੱਗ ਰਿਹਾ, ਸਾਰਾ ਕੁਝ ਚੈੱਕ ਹੋ ਜਾਊਗਾ। ਤਾਂ 6ਵਾਂ ਪੁਆਇੰਟ ਇਹ ਆ ਕਿ ਡੈਮੋ ਲੈਕਚਰ। ਪਰ ਇਹ ਡੈਮੋ ਲੈਕਚਰ ਲੈਣਾ ਕਦੋਂ ਆ? ਜਦੋਂ ਪਹਿਲੇ 5 ਪੁਆਇੰਟਸ ਪੂਰੇ ਹੋ ਜਾਣ। ਤੇ ਜਿਹੜੇ ਕੋਚਿੰਗ ਇੰਸਟੀਚਿਊਟ ਡੈਮੋ ਲੈਕਚਰ ਤੋਂ ਸਖਤ ਗੁਰੇਜ਼ ਕਰਦੇ ਆ, ਉਹ ਕੋਚਿੰਗ ਇੰਸਟੀਚਿਊਟਸ ਤੋਂ ਦੂਰੀ ਬਣਾਈ ਹੀ ਠੀਕ ਆ, ਭਾਵੇਂ ਉਹ ਵਧੀਆ ਹੀ ਹੋਣ। ਕਿਉਂ? ਕਿਉਂਕਿ ਬਿਨਾਂ ਡੈਮੋ ਲੈਕਚਰ ਤੋਂ ਇੱਕ ਲਿਟਰਲੀ ਗੈਂਬਲ ਹੋ ਜਾਊਗਾ ਕਿ ਤੁਹਾਨੂੰ ਚੀਜ਼ ਸਮਝ ਆਉਣ ਵਾਲੀ ਹੈ ਕਿ ਨਹੀਂ ਆਉਣ ਵਾਲੀ। ਤੁਹਾਡੇ ਪੈਸੇ ਬਹੁਤ ਇੰਪੋਰਟੈਂਟ ਹੈ, ਤੁਹਾਡਾ ਸਮਾਂ ਬਹੁਤ ਇੰਪੋਰਟੈਂਟ ਹੈ। ਤਾਂ ਬੈਟਰ ਉਹ ਥਾਂ ਤੇ ਜਾਓ ਜਿਹੜੀ ਠੋਕ ਕੇ ਕਹਿੰਦੀ ਹੈ ਕਿ ਲੈ ਲਓ ਸਾਡਾ ਡੈਮੋ ਲੈਕਚਰ, ਚੰਗੀ ਤਰ੍ਹਾਂ ਸਮਝਾਵਾਂਗੇ। ਇੱਕ ਛੱਡ ਕੇ ਤੁਸੀਂ 4 ਲੈਕਚਰ ਲੈ ਲਓ, ਤਾਂ ਉਹਨੂੰ ਕੌਨਫੀਡੈਂਸ ਹੈ ਆਪਣੇ ਆਪ ਤੇ ਉਹਦਾ 5ਵੇਂ ਪੁਆਇੰਟ ਤੁਸੀਂ 5 ਪੁਆਇੰਟ ਟਿਕ ਕੀਤੇ ਹੀ ਆ, ਤਾਂ ਫਿਰ ਉਹ ਇੱਕ ਅੱਛੀ ਚੋਇਸ ਹੋ ਸਕਦੀ ਆ। ਤੁਸੀਂ ਉਹਦੇ ਤੇ ਰਿਲਾਈ ਕਰੋ, ਲੌਜਿਕਸ ਦੇ ਬੇਸ ਤੇ ਰਿਲਾਈ ਕਰਨਾ ਹੁੰਦਾ, ਫੀਲਿੰਗ ਦੇ ਬੇਸ ਤੇ ਘੱਟ ਕਰਿਆ ਕਰੋ। ਗੈਂਬਲ ਨਹੀਂ ਖੇਡਣਾ, ਜਦੋਂ ਲੌਜਿਕਸ ਪਏ ਆ ਗੈਂਬਲ ਨਹੀਂ ਖੇਡਣਾ, ਜਦੋਂ ਲੌਜਿਕਸ ਖਤਮ ਹੋ ਜਾਣਗੇ ਉਦੋਂ ਗੈਂਬਲ ਖੇਡਾਂਗੇ। ਤਾਂ 6ਵਾਂ ਪੁਆਇੰਟ ਹੈ ਡੈਮੋ ਲੈਕਚਰ, ਇਹਨੂੰ ਧਿਆਨ 'ਚ ਰੱਖਣਾ ਹੈ। ਤਾਂ ਹੁਣ ਚੱਲਦੇ ਹਾਂ ਆਪਾਂ ਆਪਣੇ 7ਵੇਂ ਪੁਆਇੰਟ ਵੱਲ। ਤਾਂ ਦੇਖੋ, ਜਦੋਂ ਤੁਸੀਂ ਇੱਕ ਕੋਚਿੰਗ ਇੰਸਟੀਚਿਊਟ ਜੁਆਇਨ ਕਰ ਵੀ ਲਿਆ ਨਾ, ਤਾਂ ਬਲਾਈਂਡ ਫੇਥ ਨਾਮ ਦਾ ਵਰਡ ਆਪਣੀ ਡਿਕਸ਼ਨਰੀ 'ਚੋਂ ਕੱਢ ਕੇ ਪਹਿਲੇ ਦਿਨ ਹੀ ਬਾਹਰ ਮਾਰ ਦਿਓ। ਦੇਖੋ, ਬਾਬੇ ਨਾਨਕ ਦਾ ਜਿਹੜਾ ਵੇਲਾ ਸੀ ਉਹ ਬੜਾ ਅਲੱਗ ਸੀ। ਉਦੋਂ ਗੁਰੂ ਸ਼ਿਸ਼ਿਆ ਦਾ ਰਿਲੇਸ਼ਨ ਬਹੁਤ ਅਲੱਗ ਹੁੰਦਾ ਸੀ। ਗੁਰੂ ਮੋਹ ਮਾਇਆ ਤੋਂ ਬਹੁਤ ਦੂਰ ਹੁੰਦੇ ਸੀ। ਮੈਜੋਰਿਟੀ ਗੁਰੂ ਤਾਂ ਸੰਨਿਆਸੀ ਟਾਈਪ ਹੁੰਦੇ ਸੀ, ਤੇ ਉਹਨਾਂ ਦਾ ਇੱਕੋ ਇੱਕ ਏਮ ਹੁੰਦਾ ਸੀ ਕਿ ਤਨ ਮਨ ਤੇ ਧਨ ਨਾਲ ਆਪਣੇ ਜਿਹੜਾ ਸਟੂਡੈਂਟ ਆ ਉਹਨੂੰ ਐਜੂਕੇਟ ਕਰਨਾ, ਉਹਨੂੰ ਸਿੱਖਿਆ ਦੇਣਾ, ਤੇ ਉਹਨੂੰ ਜਿਹੜਾ ਸਕਿੱਲ ਉਹ ਲੈਣ ਆਇਆ ਉਹ ਸਕਿੱਲ ਦੇਣਾ, ਤੇ ਉਹਨੂੰ ਇੱਕ ਚੰਗਾ ਇਨਸਾਨ ਬਣਨ ਲਈ ਮੋਰਲ ਵੈਲਿਊਜ਼ ਦੇਣਾ। ਬਟ ਅੱਜ ਦਾ ਸਮਾਂ ਕਲਯੁੱਗ ਪੀਕ ਤੇ ਆ। ਹੁਣ ਐਜੂਕੇਸ਼ਨ ਕੱਲੀ ਐਜੂਕੇਸ਼ਨ ਨਹੀਂ ਅਖਵਾਉਂਦੀ, ਇਹਦੇ ਨਾਲ ਇੰਡਸਟਰੀ ਵਰਡ ਲੱਗ ਗਿਆ। ਕਿਉਂਕਿ ਆਫਲਾਈਨ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਹੁਣ ਕੋਚਿੰਗ ਲੈਣਾ ਚਾਹੁੰਦੇ ਆ, ਪੈਸੇ ਦੇਣ ਨੂੰ ਤਿਆਰ ਆ, ਤੇ ਹੁਣ ਆਨਲਾਈਨ ਇੰਟਰਨੈਟ ਆਉਣ ਕਰਕੇ ਕੋਰਸ ਦੂਰ ਦੂਰ ਤੱਕ ਵਿਕਣ ਲੱਗ ਗਏ। ਤਾਂ ਹੁਣ ਇਹ ਐਜੂਕੇਸ਼ਨ ਇੰਡਸਟਰੀ ਬਣ ਚੁੱਕੀ ਆ, ਇਹਦੇ ਵਿੱਚ ਪੈਸਾ ਬਹੁਤ ਹੱਦ ਤੱਕ ਵੜ ਚੁੱਕਿਆ। ਤਾਂ ਹੁਣ ਇੱਕ ਟੀਚਰ ਇਕੱਲਾ ਟੀਚਰ ਨਹੀਂ, ਉਹ ਟੀਚਰ ਬਿਜ਼ਨਸਮੈਨ ਹੋ ਗਿਆ। ਮੈਂ ਸਾਰੇ ਟੀਚਰਾਂ ਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੇ ਟੀਚਰ ਅਜੇ ਵੀ ਬੜੀ ਇਮਾਨਦਾਰੀ ਨਾਲ, ਤਨਦੇਹੀ ਨਾਲ ਆਪਣੀ ਸੇਵਾ ਕਰ ਰਹੇ ਆ ਬੱਚਿਆਂ ਨੂੰ ਪੜ੍ਹਾਉਣ ਦੀ। ਬਟ ਬਹੁਤ ਸਾਰੇ ਪ੍ਰਾਈਵੇਟ ਕੋਚਿੰਗ ਇੰਡਸਟਰੀ ਦੇ ਜਿਹੜੇ ਟੀਚਰ ਆ, ਉਹ ਹੁਣ ਟੀਚਰ ਬਿਜ਼ਨਸਮੈਨ ਬਣ ਚੁੱਕੇ ਆ। ਪੈਸਾ ਮੇਨ ਏਮ ਹੋ ਗਿਆ, ਸਟੂਡੈਂਟ ਨੂੰ ਐਜੂਕੇਟ ਕਰਕੇ ਸਕਸੈਸਫੁਲ ਬਣਾਉਣਾ ਸੈਕੰਡਰੀ ਹੋ ਗਿਆ। ਗੁਰੂ ਹੁਣ ਉਵੇਂ ਸੰਨਿਆਸੀ ਨਹੀਂ ਰਹੇ, ਗੁਰੂ ਬੜੇ ਮਾਡਰਨ ਹੋ ਗਏ। ਮਾਡਰਨ ਹੋਣਾ ਮੇਨ ਗੱਲ ਨਹੀਂ ਆ, ਮਾਡਰਨ ਹੋਣਾ ਠੀਕ ਆ, ਮਾਡਰਨ ਤੁਸੀਂ ਹੋ ਸਕਦੇ ਹੋ, ਪਰ ਜਦੋਂ ਤੁਸੀਂ ਇੱਕ ਪਾਇਸ ਪ੍ਰੋਫੈਸ਼ਨ ਆਪਣੇ ਹਿਸਾਬ ਨਾਲ ਚੂਜ਼ ਕੀਤਾ, ਉਹਦੇ ਕੁਝ ਪ੍ਰਿੰਸੀਪਲਸ ਇੰਟੈਕਟ ਰੱਖਣਾ ਤਾਂ ਤੁਹਾਡਾ ਫਰਜ਼ ਹੈ। ਦੇਖੋ, ਹੁਣ ਜਿਹੜਾ ਕੋਈ ਇੰਟੈਲੀਜੈਂਸ ਸਰਵਿਸਿਜ਼ ਦੇ ਵਿੱਚ ਆ, ਉਹਨੂੰ ਬਹੁਤ ਸਾਰੇ ਸੀਕ੍ਰੇਟ ਰੱਖਣੇ ਪੈਣਗੇ, ਉਹਦਾ ਫਰਜ਼ ਆ। ਉਵੇਂ ਜਿਹੜਾ ਟੀਚਿੰਗ ਲਾਈਨ 'ਚ ਆ, ਉਹਦੇ ਵੀ ਬਹੁਤ ਸਾਰੇ ਮੋਰਲ ਪ੍ਰਿੰਸੀਪਲਸ ਬਣ ਹੀ ਜਾਂਦੇ ਆ, ਉਹਨੂੰ ਉਹ ਇੰਟੈਕਟ ਰੱਖਣੇ ਪਾਉਂਦੇ ਆ। ਬਟ ਅੱਜ ਕੱਲ੍ਹ ਬਹੁਤ ਸਾਰੇ ਟੀਚਰ ਜਿਹੜੇ ਬਿਜ਼ਨਸਮੈਨ ਆ, ਟੀਚਰ ਬਿਜ਼ਨਸਮੈਨ, ਉਹ ਇਹ ਮੋਰਲ ਪ੍ਰਿੰਸੀਪਲਸ ਦੀਆਂ ਧੱਜੀਆਂ ਉਡਾਉਂਦੇ ਆ। ਮੇਨ ਏਮ ਹੋ ਗਿਆ ਪੈਸਾ ਕਿੱਦਾਂ ਖਿੱਚਣਾ, ਇਹ ਇੰਡਸਟਰੀ ਨੂੰ ਚਲਾਉਣਾ ਕਿੱਦਾਂ। ਬੱਚੇ ਹੁਣ ਗੁੱਡਸ ਬਣ ਗਏ, ਜਿਵੇਂ ਇੰਡਸਟਰੀ ਦੇ ਵਿੱਚ ਗੁੱਡਸ ਹੁੰਦੇ ਆ ਨਾ, ਹੁਣ ਬੱਚਿਆਂ ਦੀ ਸੇਲ ਪਰਚੇਜ਼ ਹੁੰਦੀ ਆ, ਰਿਜ਼ਲਟ ਸੇਲ ਪਰਚੇਜ਼ ਹੁੰਦੇ ਆ। ਤਾਂ ਇਹ ਟੀਚਰ ਬਿਜ਼ਨਸਮੈਨ ਬਣ ਚੁੱਕੇ ਆ।
ਤਾਂ ਇਸ ਕਰਕੇ ਜਿਹੜੇ ਵੀ ਕੋਚਿੰਗ ਇੰਸਟੀਚਿਊਟ ਨੂੰ ਜੁਆਇਨ ਕਰੋ, ਲੋਇਲਟੀ ਨਾਮ ਦੇ ਵਰਡ ਨੂੰ ਇਹਦੇ ਨਾਲ ਰਿਲੇਟ ਨਾ ਕਰਿਓ। ਲੋਇਲਟੀ ਹੁੰਦੀ ਹੈ ਇਮੋਸ਼ਨਸ ਨਾਲ, ਫੀਲਿੰਗਸ ਨਾਲ। ਜਿੱਥੇ ਤੁਸੀਂ ਕੋਈ ਇਮੋਸ਼ਨਲ ਕਮਿਟਮੈਂਟ ਦਿੱਤਾ, ਫੀਲਿੰਗ ਵਾਲਾ ਕਮਿਟਮੈਂਟ ਦਿੱਤਾ, ਅਰੇ ਜਿੱਥੇ ਤੁਸੀਂ ਫੀਸ ਦੇ ਕੇ ਇੱਕ ਚੀਜ਼ ਲੈਣੀ ਆ, ਰਿਸਪੈਕਟ ਕਰੋ। ਟੀਚਰ ਦੀ ਬਹੁਤ ਰਿਸਪੈਕਟ ਕਰਨੀ ਚਾਹੀਦੀ ਆ। ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਟੀਚਰਸ ਪਰਖਣੇ ਕਿਵੇਂ ਹੁੰਦੇ ਆ, ਰਿਸਪੈਕਟ ਨਾਲ ਹੀ ਪਰਖਣੇ ਚਾਹੀਦੇ ਆ। ਰਿਸਪੈਕਟ ਦਿਓ। ਫੀਸ ਦੇ ਕੇ ਤੁਸੀਂ ਐਜੂਕੇਸ਼ਨ ਲੈ ਰਹੇ ਹੋ ਤਾਂ ਇਹ ਕੋਈ ਇਮੋਸ਼ਨਲ ਕਮਿਟਮੈਂਟ ਨਹੀਂ ਆ। ਤਾਂ ਲੋਇਲਟੀ ਨਾਮ ਦਾ ਵਰਡ ਇੱਥੇ ਕਨਫਿਊਜ਼ ਨਾ ਕਰਿਓ। ਤੁਸੀਂ ਬਿਲਕੁਲ ਕਿਸੇ ਦੇ ਲੋਇਲ ਨਹੀਂ, ਤੁਸੀਂ ਲੋਇਲ ਹੋ ਸਿਰਫ ਆਪਣੇ ਕਰੀਅਰ ਦੇ, ਆਪਣੇ ਆਪ ਦੇ, ਆਪਣੇ ਮਾਪਿਓ ਦੇ, ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਪੈਸਾ ਕਮਾ ਕੇ ਤੁਹਾਨੂੰ ਉਸ ਕੋਚਿੰਗ ਇੰਸਟੀਚਿਊਟ ਦੇ ਵਿੱਚ ਲਾਇਆ। ਤੁਸੀਂ ਪਹਿਲਾਂ ਆਪਣੇ ਪੈਰਾਂ 'ਤੇ ਖੜੇ ਹੋਵੋ ਨੌਕਰੀ ਲੈ ਕੇ, ਫਿਰ ਤੁਸੀਂ ਸਮਾਜ ਸੇਵਾ ਕਰਿਓ। ਉਦੋਂ ਤੱਕ ਤੁਸੀਂ ਸਿਰਫ ਤੇ ਸਿਰਫ ਆਪਣੇ ਆਪ ਨੂੰ ਲੋਇਲ ਰਹਿਣਾ। ਤਾਂ ਇਹ ਲੋਇਲਟੀ ਵਰਡ ਨੂੰ ਪਾਸੇ ਸੱਟੋ, ਬਲਾਈਂਡ ਫੇਥ ਵਰਡ ਨੂੰ ਪਾਸੇ ਸੱਟੋ ਤੇ ਬਿਲਕੁਲ YouTube ਤੇ ਬਾਕੀ ਕੈਂਡੀਡੇਟਸ ਦੂਜੇ ਇੰਸਟੀਚਿਊਟਸ ਨਾਲ ਗੱਲ ਕਰਦੇ ਰਹੋ ਐਕਟਿਵ ਮੋਡ ਦੇ ਵਿੱਚ ਕਿ ਬਈ ਕਿਹਦਾ ਸਿਲੇਬਸ ਕਿੰਨੇ ਸਮੇਂ 'ਚ ਖਤਮ ਹੋ ਰਿਹਾ, ਕੌਣ ਟੈਸਟ ਵਧੀਆ ਲੈ ਰਿਹਾ, ਕਿਹੜਾ ਇੰਸਟੀਚਿਊਟ ਟੈਸਟ ਸਹੀ ਨਹੀਂ ਲੈ ਰਿਹਾ, ਕਿਹੜੇ ਇੰਸਟੀਚਿਊਟ 'ਚ ਕੀ ਕਮੀਆਂ ਰੱਜ ਕੇ ਕੱਢੋ। ਜਿਵੇਂ ਡੈਮੋਕ੍ਰੇਸੀ 'ਚ ਆਪਾਂ ਕੱਢਦੇ ਹਾਂ ਨਾ, ਉਵੇਂ ਇੱਥੇ ਵੀ ਕੱਢੋ, ਸਰਕਾਰਾਂ 'ਚ ਨਹੀਂ, ਇਹਦੇ 'ਚ ਵੀ ਕੱਢੋ। ਤਾਂ ਇਹ ਜਦੋਂ ਤੱਕ ਤੁਸੀਂ ਐਕਟਿਵ ਰਹੋਗੇ, ਤੁਸੀਂ ਆਪਣੀਆਂ ਗਲਤੀਆਂ ਸੁਧਾਰਦੇ ਆਪੇ ਹੀ ਰਹੋਗੇ। ਬਹੁਤ ਵਾਰ ਤੁਹਾਨੂੰ ਗਲਤੀਆਂ ਸੁਧਾਰਨ ਨੂੰ ਕਿਸੇ ਨੇ ਕਹਿਣਾ ਨਹੀਂ, ਤੇ ਇਹ ਜੇ ਕਰੋਗੇ ਤਾਂ ਹੀ ਪੇਪਰ ਸਹੀ ਤਰੀਕੇ ਨਾਲ ਸਹੀ ਸਮੇਂ 'ਚ ਕਲੀਅਰ ਕਰ ਪਾਓਗੇ। ਜੇ ਬਲਾਈਂਡ ਫੇਥ ਕੀਤਾ, ਲੋਇਲਟੀ ਵਾਲੇ ਚੱਕਰਾਂ 'ਚ ਪਏ ਤੇ ਸਾਹਮਣੇ ਖੜਾ ਬਿਜ਼ਨਸਮੈਨ, ਉਹਨੂੰ ਤਾਂ ਇਹ ਚਾਹੀਦਾ ਕਿ ਇਹ ਬੰਦਾ ਮਾਰਕੀਟ 'ਚ ਆਇਆ, ਇਮੋਸ਼ਨਲ ਇਹਦੇ ਸਿਰ ਤੇ ਚੜੇ, ਇਮੋਸ਼ਨੈਲਿਟੀ ਇਹਦੇ ਸਿਰ ਤੇ ਚੜੀ ਆ, ਲੋਇਲ ਹੈ ਪੂਰਾ। ਤੇ ਇਹਦੀ ਲੋਇਲਟੀ ਨੂੰ ਹੁਣ ਮੈਂ ਐਸਾ ਵਰਤੂੰਗਾ ਕਿ 5-6 ਸਾਲ ਤੱਕ ਇਹਨੂੰ ਖਿੱਚਾਂਗੇ ਚੰਗੀ ਤਰ੍ਹਾਂ, ਤੇ ਇਹਦੇ ਥਰੂ ਹੋਰ ਵੀ ਬੰਦੇ ਖਿੱਚਾਂਗੇ। ਤਾਂ ਇਹਦੇ ਵਿੱਚ ਨੁਕਸਾਨ ਕਿਹਦਾ? ਸਿਰਫ ਤੇ ਸਿਰਫ ਬੱਚੇ ਦਾ। ਇੱਕ ਤਾਂ ਉਹਦਾ ਨੁਕਸਾਨ ਇਹ ਹੈ ਕਿ ਉਹਦੀ ਨੌਕਰੀ ਨਹੀਂ ਲੱਗਣੀ ਕਿਉਂਕਿ ਇੰਸਟੀਚਿਊਟ ਉਹ ਦੂਜੇ 'ਚ ਆ ਗਿਆ। ਤੇ ਦੂਸਰਾ ਨੁਕਸਾਨ ਕੀ ਆ? ਦਿਲ ਵੀ ਤੜਾ ਕੇ ਆਊਗਾ, ਘਰਦਿਆਂ ਸਾਹਮਣੇ ਬੇਇੱਜ਼ਤੀ ਵੀ ਵੱਖਰੀ ਕਰਾਊਗਾ ਕਿ ਤੂੰ ਬੰਦਾ ਨਹੀਂ ਪਰਖ ਸਕਿਆ, ਤੇ ਲਾਈਫ ਦੇ ਵਿੱਚ ਆਪਦੇ ਆਪ ਨੂੰ ਕਿਓਸ 'ਚ ਪਾਊਗਾ, ਰੁਲਦਾ ਹੋਇਆ ਪਾਊਗਾ। ਤੇ ਫਿਰ ਇਹ ਬਿਜ਼ਨਸਮੈਨ ਟੀਚਰ ਨੇ ਨੇੜੇ ਤੇੜੇ ਵੀ ਨਹੀਂ ਫੜਕਣਾ। ਪਰ ਹਾਂ, ਇਹ ਬਿਜ਼ਨਸਮੈਨ ਟੀਚਰ ਆਪਣੇ ਇੰਸਟੀਚਿਊਟ 'ਚ ਸੇਮ ਸਟ੍ਰੈਟਜੀਜ਼ ਅਪਣਾ ਕੇ ਆਪਣੀ ਗੱਲ ਨੂੰ ਪ੍ਰੂਵ ਕਰਦਾ ਹੀ ਰਹੂਗਾ ਇੱਕ ਵਨ ਸਾਈਡ ਫਲੋ ਨਾਲ ਕਿ ਮੈਂ ਇੱਦਾਂ ਮੈਂ ਉੱਦਾਂ। ਤਾਂ ਧਿਆਨ ਰੱਖਿਓ, ਕੋਈ ਵੀ ਕੋਚਿੰਗ ਇੰਸਟੀਚਿਊਟ ਜੁਆਇਨ ਕਰ ਲਓ, ਕੋਈ ਵੀ ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ, ਬਲਾਈਂਡ ਫੇਥ ਇਜ਼ ਅ ਬਿਗ ਨੋ, ਲੋਇਲਟੀ ਇਜ਼ ਅ ਬਿਗ ਨੋ। ਤੇ ਜੇ ਮੰਨ ਲਓ ਤੁਹਾਡੇ ਤੋਂ ਕੋਈ ਗਲਤ ਚੋਇਸ ਵੀ ਹੋਗੀ ਇੰਸਟੀਚਿਊਟ ਦੇ ਵਿੱਚ, ਤੁਸੀਂ ਕੋਈ ਹੋਰ ਇੰਸਟੀਚਿਊਟ ਜੁਆਇਨ ਕਰ ਚੁੱਕੇ ਹੋ ਆਲਰੇਡੀ, ਜਦੋਂ ਤੱਕ ਤੁਸੀਂ ਮੇਰੀ ਇਹ ਵੀਡੀਓ ਦੇਖ ਰਹੇ ਹੋ, ਤੇ ਤੁਸੀਂ ਓਪਨ ਬੈਚ ਸਿਸਟਮ ਦੇ ਵਿੱਚ ਫਾਲ ਕਰ ਰਹੇ ਹੋ, ਤਾਂ ਆਪਣੇ ਨਾਲ ਦੇ ਬੱਚਿਆਂ ਨਾਲ ਗੱਲ ਕਰੋ ਜਿਹੜੇ ਤੁਹਾਡੇ ਬਾਕੀ ਕੈਂਡੀਡੇਟਸ ਨੇ ਬੈਚ ਦੇ ਵਿੱਚ, ਸੀਨੀਅਰ ਵੀ ਹੋਣਗੇ ਕਿਉਂਕਿ ਓਪਨ ਬੈਚ ਆ। ਤੇ ਜੇ ਤੁਹਾਨੂੰ ਲੱਗਦਾ ਕਿ ਉਹ ਸੀਨੀਅਰ ਕਾਫੀ ਵਿੱਚੋਂ ਤੁਹਾਨੂੰ ਪਤਾ ਲੱਗ ਜਾਏਗਾ ਦੇਖ ਕੇ ਕਿ ਕਿਹੜੇ ਇੰਟੈਲੀਜੈਂਟ ਆ ਯਾਰ, ਉਹਨਾਂ ਦੀ ਕੁਆਲੀਫਿਕੇਸ਼ਨ ਪਿਛਲੀ ਦੇਖ ਲਓ, ਗ੍ਰੈਜੂਏਸ਼ਨ ਕਿੰਨੀ ਕੀਤੀ ਆ, ਕਿੱਥੋਂ ਕੀਤੀ ਆ। ਤਾਂ ਜੇ ਉੱਥੋਂ ਇਹ ਪ੍ਰੂਵ ਹੁੰਦਾ ਕਿ ਬੱਚਾ ਇੰਟੈਲੀਜੈਂਟ ਸੀ ਪਰ ਪਿਛਲੇ 3-4 ਸਾਲਾਂ ਤੋਂ ਹੱਲੇ ਇੱਥੇ ਹੀ ਪੜ੍ਹ ਰਿਹਾ, ਕੁਝ ਨਹੀਂ ਹੋ ਪਾ ਰਿਹਾ, ਤਾਂ ਫਿਰ ਇਹ ਮੰਨ ਕੇ ਚੱਲੋ ਕਿ ਜੇ ਉਹਦਾ ਨਹੀਂ ਹੋ ਪਾਇਆ, ਚਲੋ ਇੱਕ ਬੱਚਾ ਐਕਸੈਪਸ਼ਨ ਹੋ ਸਕਦਾ। ਸਾਰਿਆਂ ਤੋਂ ਪੁੱਛੋ, ਜਿਹੜੇ ਸਾਰੇ ਪੁਰਾਣੇ ਬੱਚੇ ਤੁਹਾਨੂੰ ਐਂ ਲੱਗਦਾ ਕਿ ਯਾਰ ਇਹ ਕਾਫੀ ਸਮਿਆਂ ਤੋਂ ਬੈਠੇ ਆ ਤੇ ਅਜੇ ਤੱਕ ਇਹਨਾਂ ਦਾ ਸਿਲੇਬਸ ਹੀ ਨਹੀਂ ਮੁੱਕਿਆ ਤੇ ਨਾ ਇਹਨਾਂ ਦਾ ਪੇਪਰ ਹੁੰਦਾ ਲੱਗ ਰਿਹਾ, ਉਹਨਾਂ ਨਾਲ ਗੱਲਾਂ ਕਰੋ ਨਾ, ਸ਼ੇਅਰ ਕਰੋ, ਉਹਨਾਂ ਤੋਂ ਗੱਲਾਂ ਕਢਾਓ। ਤਾਂ ਫਿਰ ਤੁਸੀਂ ਇਹ ਮੰਨ ਲਓ ਕਿ ਤੁਸੀਂ ਗਲਤ ਥਾਂ ਤੇ ਆ ਗਏ ਹੋ ਤੇ ਆਪਣਾ ਬੋਲਡ ਡਿਸੀਜਨ ਲੈ ਕੇ ਟਾਈਮਲੀ ਡਿਸੀਜਨ ਸਹੀ ਕਰੋ, ਚੇਂਜ ਕਰ ਲਓ। ਕਿਉਂਕਿ ਜਾਦੂ ਤਾਂ ਨਹੀਂ ਹੋ ਜਾਣਾ। ਜੇ ਇੰਨੇ ਜਣਿਆਂ ਦਾ ਨਹੀਂ ਹੋਇਆ ਤਾਂ ਤੁਸੀਂ ਕਿਹੜਾ ਕਿਸੇ ਹੋਰ ਯੂਨੀਵਰਸ ਤੋਂ ਆਏ ਹੋ, ਇੱਥੋਂ ਦੇ ਹੀ ਹੋ ਨਾ, ਤਾਂ ਜਾਦੂ ਨਹੀਂ ਹੋ ਜਾਣਾ। ਲੌਜੀਕਲੀ ਪੇਪਰ ਕਲੀਅਰ ਹੁੰਦੇ ਆ, ਅਸਮਾਨ 'ਚ ਕੋਈ ਸ਼ਕਤੀ ਨਹੀਂ ਉਤਰੇਗੀ, ਬਾਬਾ ਉਹਦੇ ਤੇ ਹੀ ਕਿਰਪਾ ਕਰੂਗਾ ਜਿਹਨੇ ਮਿਹਨਤ ਸਹੀ ਕੀਤੀ ਹੈ, ਤੇ ਬਾਬਾ ਸਹੀ ਰਸਤੇ ਤੇ ਵੀ ਕਿਸਮਤ ਵਾਲੇ ਨੂੰ ਹੀ ਪਾਉਂਦਾ। ਤੇ ਚਲੋ, ਪਰ ਤੁਸੀਂ ਕੋਸ਼ਿਸ਼ਾਂ ਕਰਦੀਆਂ ਰਹਿਣੀਆਂ ਆਪਣੀ ਗਲਤੀ ਸੁਧਾਰਨ ਦੀਆਂ। ਤਾਂ ਬਾਕੀ ਬੱਚਿਆਂ ਤੋਂ ਪੁੱਛੋ, ਬੈਚਮੇਟਸ ਨਾਲ ਇੰਟਰੈਕਟ ਕਰੋ। ਤੇ ਜੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਆ ਬੈਚਮੇਟਸ ਨਾਲ ਇੰਟਰੈਕਸ਼ਨ ਕਰਨਾ ਇੱਕ ਗਲਤ ਚੀਜ਼ ਗਿਣੀ ਜਾਂਦੀ ਆ, ਤਾਂ ਅਲਰਟ ਹੋ ਜਾਓ ਕਿ ਐਦਾਂ ਕਿਉਂ ਹੈ, ਕੀ ਡਰ ਹੈ। ਇਸ ਬੱਚੇ ਨਾਲ ਮੈਂ ਗੱਲ ਕਰਾਂ ਤਾਂ ਕੀ ਡਰ ਹੈ ਭਾਈ, ਮੈਂ 4 ਸਾਲ ਪੁਰਾਣੇ ਬੱਚੇ ਨਾਲ ਗੱਲ ਕਰ ਰਿਹਾ। ਇਫ ਯੂ ਆਰ ਕੌਨਫੀਡੈਂਟ ਇਨਫ ਕਿ ਮੇਰੇ 'ਚ ਕੋਈ ਗਲਤੀ ਨਹੀਂ ਆ, ਤਾਂ ਫਿਰ ਤੁਸੀਂ ਬੱਚੇ ਨੂੰ ਨਹੀਂ ਰੋਕ ਸਕਦੇ ਗੱਲ ਕਰਨ ਤੋਂ। ਇਹ ਚੀਜ਼ ਦਾ ਖਾਸ ਖਿਆਲ ਰੱਖਿਓ। ਨੋ ਬਲਾਈਂਡ ਫੇਥ, ਨੋ ਲੋਇਲਟੀ, ਫੁੱਲ ਔਨ ਇੰਟਰੈਕਸ਼ਨ, ਫੁੱਲ ਔਨ ਐਕਟਿਵਨੈਸ। ਪਰਖਦੇ ਰਹਿਣਾ। ਤੁਹਾਡਾ ਪੈਸਾ, ਤੁਹਾਡਾ ਸਮਾਂ, ਤੁਸੀਂ ਫੀਸ ਦੇ ਰਹੇ ਹੋ, ਤੁਹਾਡਾ ਸਮਾਂ। ਕਿਸੇ ਹੋਰ ਦੇ ਪੁੱਤ ਦਾ ਤੁਹਾਡੇ ਸਮੇਂ ਤੇ ਤੁਹਾਡੇ ਪੈਸੇ ਤੇ ਕੋਈ 1 ਰੁਪਈਏ ਦਾ ਵੀ ਅਧਿਕਾਰ ਨਹੀਂ। ਤੇ ਜੇ ਕੋਈ ਅਧਿਕਾਰ ਜਤਾਉਣ ਦੀ ਕੋਸ਼ਿਸ਼ ਕਰੇ, ਚੱਕ ਕੇ ਬਾਹਰ ਮਾਰੋ ਤੇ ਡਿਸੀਜਨ ਬਦਲੋ ਤੇ ਦੂਜੀ ਥਾਂ ਤੇ ਜਾਓ। ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ ਤੇ ਟਾਈਮਲੀ ਹੋਵੋਗੇ। ਤੇ ਹੁਣ ਚੱਲਦੇ ਹਾਂ ਆਪਾਂ ਆਪਣੇ ਅਗਲੇ ਪੁਆਇੰਟ ਵੱਲ। ਤੇ 9ਵਾਂ ਪੁਆਇੰਟ ਇਸ ਸੀਰੀਜ਼ ਦੇ ਵਿੱਚ ਕੁਝ ਇਸ ਤਰ੍ਹਾਂ ਕਿ ਦੇਖੋ, ਤੁਸੀਂ ਜਦੋਂ ਇੱਕ ਕੋਚਿੰਗ ਇੰਸਟੀਚਿਊਟ ਜੁਆਇਨ ਕਰਦੇ ਹੋ ਤਾਂ ਇੱਕ ਸਟੂਡੈਂਟ ਤੇ ਟੀਚਰ ਦਾ ਰਿਲੇਸ਼ਨ ਫਾਰਮਲ ਹੋਣਾ ਚਾਹੀਦਾ, ਉਹ ਉੱਥੇ ਤੱਕ ਹੀ ਸੀਮਿਤ ਹੋਣਾ ਚਾਹੀਦਾ। ਕਦੇ ਵੀ ਪਰਸਨਲ ਰਿਲੇਸ਼ਨ, ਪਰਸਨਲ ਬੌਂਡਿੰਗਸ ਟੀਚਰ ਤੇ ਸਟੂਡੈਂਟ ਦੇ ਰਿਲੇਸ਼ਨ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਉਹ ਇੱਕ ਪੰਜਾਬੀ ਮੁਹਾਵਰਾ ਹੈ ਕਿ ਜੇ ਘੋੜਾ ਘਾਹ ਦੇ ਨਾਲ ਯਾਰੀ ਪਾਲੂਗਾ ਤਾਂ ਉਹ ਖਾਊਗਾ ਕੀ। ਤਾਂ ਇਹ ਮੁਹਾਵਰਾ ਇੱਥੇ ਬਹੁਤ ਸਹੀ ਤਰੀਕੇ ਨਾਲ ਢੁਕਦਾ ਕਿ ਕਦੇ ਵੀ ਟੀਚਰ ਤੇ ਸਟੂਡੈਂਟਸ ਦੇ ਵਿੱਚ ਫਾਰਮਲ ਰਿਲੇਸ਼ਨ ਤੋਂ ਇਲਾਵਾ ਕੋਈ ਹੋਰ ਰਿਲੇਸ਼ਨ ਨਹੀਂ ਹੋਣਾ ਚਾਹੀਦਾ।
ਤੁਸੀਂ ਉੱਥੇ ਪੜ੍ਹਨ ਲਈ ਗਏ ਹੋ, ਆਪਣਾ ਪੜ੍ਹੋ, ਪਰਖੋ ਤੇ ਘਰੇ ਵਾਪਸ ਆਓ। ਦੇਖੋ ਮੈਕਸਿਮਮ ਸਟੂਡੈਂਟਸ ਜਿਹੜੇ ਕੋਚਿੰਗ ਲੈਂਦੇ ਉਹਨਾਂ ਦੀ ਏਜ ਹੁੰਦੀ ਹੈ 20 ਤੋਂ ਲੈ ਕੇ 30 ਸਾਲ ਦੇ ਵਿੱਚ। ਐ ਪੀਕ ਤੇ ਜਵਾਨੀ, ਦਿਲ ਪੂਰਾ ਖੁੱਲਾ, ਦਿਮਾਗ ਦੇ ਵਿੱਚ ਗਰਮਜੋਸ਼ੀ, ਪੂਰੇ ਇਮੋਸ਼ਨਲ ਬੰਦੇ। ਦਿਮਾਗ ਅੱਧੇ ਕੁ ਤਾਂ ਵੈਸੇ ਹੀ ਬੰਦ ਹੁੰਦੇ ਆ ਜੋਸ਼ ਦੇ ਵਿੱਚ ਕਿ ਇਮੋਸ਼ਨਲ ਸਿਰ ਤੇ ਚੜੇ ਹੋਏ ਆ। ਬਹੁਤ ਛੇਤੀ ਛੋਟੀ ਮੋਟੀ ਚੀਜ਼ਾਂ 'ਚ ਹੀ ਆਪਣਾ ਰਿਸ਼ਤਾ ਬਣਾ ਲੈਂਦੇ ਆ, ਯਾਰੀ ਤਕੜੀ ਪਾ ਲੈਂਦੇ, ਪਾਉਂਦੇ ਵੀ ਸੱਚੀ ਸੁੱਚੀ ਆ। ਪਰ ਜਿਹਦੇ ਨਾਲ ਤੁਸੀਂ ਪਾ ਰਹੇ ਹੋ ਉਹ ਕੋਚਿੰਗ ਇੰਸਟੀਟਿਊਟ ਵਾਲੇ ਨੇ। ਉਹ ਟੀਚਰ ਹੋ ਸਕਦਾ ਪਤਾ ਨਹੀਂ ਕਿੰਨਾ ਕੁ ਪੁਰਾਣੇ ਸਮਿਆਂ ਦਾ ਹੰਡਿਆ ਵਰਤਿਆ ਹੋਵੇ, ਉਹ ਤੁਹਾਡੇ ਨਾਲ ਯਾਰੀ ਐਜ਼ ਅ ਦੋਸਤ ਪਾ ਰਿਹਾ ਕਿ ਨਹੀਂ ਪਾ ਰਿਹਾ ਇਹ ਤੁਹਾਨੂੰ ਕਦੀ ਪਤਾ ਨਹੀਂ ਲੱਗਣਾ। ਬਹੁਤ ਹਾਈ ਚਾਂਸਿਸ ਨੇ ਕਿ ਉਹ ਤੁਹਾਡੇ ਨਾਲ ਯਾਰੀ ਐਜ਼ ਅ ਟੀਚਰ, ਬਿਜ਼ਨਸਮੈਨ, ਐਜ਼ ਅ ਪ੍ਰੋਫਿਟ ਅਰਨਰ ਪਾਵੇ ਤੇ ਤੁਹਾਨੂੰ ਇਮੋਸ਼ਨੈਲਿਟੀ ਦੇ ਵਿੱਚ ਲੈ ਕੇ ਤੁਹਾਨੂੰ ਤੇ ਤੁਹਾਡੇ ਥਰੂ ਹੋਰ ਕਈ ਬੱਚਿਆਂ ਨੂੰ ਹੋਰ ਇਮੋਸ਼ਨਸ ਦੇ ਵਿੱਚ ਇੰਡਲਜ ਕਰ ਦੇਵੇ, ਆਪਣੀ ਇਮੇਜ ਬਿਲਡਿੰਗ ਵੱਲ ਧਿਆਨ ਦੇਣ ਲੱਗ ਜਾਵੇ ਕਿ ਤੁਸੀਂ ਐਕਚੁਅਲ ਮੁੱਦੇ ਤੋਂ ਹੀ ਭਟਕ ਜਾਵੋ ਤੇ ਤੁਸੀਂ ਹੋਰ ਬੜੀਆਂ ਚੀਜ਼ਾਂ ਤੋਂ ਇੰਪੈਕਟ ਹੋਣ ਲੱਗ ਜਾਵੋ ਜਿਹਦੇ ਤੇ ਇੰਪੈਕਟ ਹੋਣਾ ਬਣਦਾ ਨਹੀਂ ਆ। ਤੁਸੀਂ ਫालतू ਦਾ ਰਿਸ਼ਤਾ ਵੱਡਾ ਕਰ ਲਿਆ, ਹੁਣ ਤੁਹਾਨੂੰ ਉਹਦੀ ਛੋਟੀ ਮੋਟੀ ਗੱਲ ਵੀ ਇੰਪੈਕਟ ਕਰ ਰਹੀ ਹੈ, ਸ਼ਾਇਦ ਉਹ ਇੰਪੈਕਟ ਕਰਵਾਉਣਾ ਚਾਹ ਰਿਹਾ, ਬਟ ਇਹਦੇ ਸਭ ਦੇ ਵਿੱਚ ਨੁਕਸਾਨ ਕਿਹਦਾ ਹੋਣਾ? ਸਾਹਮਣੇ ਵਾਲਾ ਤਾਂ ਬਿਜ਼ਨਸਮੈਨ ਆ, ਉਹਨੇ ਤਾਂ ਕੋਚਿੰਗ ਇੰਡਸਟਰੀ ਦੇ ਵਿੱਚ ਹੀ ਰਹਿਣਾ ਸੀ, ਬੱਚੇ ਚਾਹੀਦੇ ਸੀ, ਫੀਸ ਚਾਹੀਦੀ ਸੀ, ਉਹ ਤੁਸੀਂ ਦੇ ਹੀ ਰਹੇ ਹੋ। ਭਾਵੇਂ ਤੁਸੀਂ ਪੜ੍ਹ ਰਹੇ ਹੋ, ਨਹੀਂ ਪੜ੍ਹ ਰਹੇ ਹੋ, ਭਾਵੇਂ ਤੁਸੀਂ ਰਿਲੇਸ਼ਨ ਬਣਾਇਆ, ਨਹੀਂ ਬਣਾਇਆ, ਤਾਂ ਅਗਲੇ ਨੇ ਨਹੀਂ ਰੋਕਣਾ, ਤੁਸੀਂ ਰੁਕਣਾ। ਤੁਸੀਂ ਕਦੇ ਵੀ ਫਾਰਮਲ ਰਿਲੇਸ਼ਨ ਦੀ ਹੱਦ ਪਾਰ ਨਹੀਂ ਕਰਨੀ, ਪਰਸਨਲ ਰਿਲੇਸ਼ਨ, ਪਰਸਨਲ ਬੌਂਡਿੰਗ 'ਚ ਨਹੀਂ ਆਉਣਾ। ਤੁਸੀਂ ਘਾਹ ਦੇ ਨਾਲ ਯਾਰੀ ਨਹੀਂ ਪਾਣੀ, ਘਾਹ ਤੁਸੀਂ ਖਾਣਾ ਹੈ। ਕਿਉਂਕਿ ਜੇ ਤੁਸੀਂ ਕੋਚਿੰਗ ਇੰਸਟੀਟਿਊਟ ਵਾਲੇ ਟੀਚਰ ਨਾਲ ਪਰਸਨਲ ਬੌਂਡਿੰਗ ਬਣਾ ਲਈ, ਬਹੁਤ ਸਾਰੇ ਰਿਐਲਿਟੀ ਚੈੱਕਸ, ਬਹੁਤ ਸਾਰੇ ਕ੍ਰੋਸ ਕੁਐਸਚਨਸ ਜੋ ਤੁਹਾਨੂੰ ਸਮੇਂ-ਸਮੇਂ ਤੇ ਫੀਲ ਹੋਣਗੇ ਕਿ ਯਾਰ ਆਹ ਕੁਐਸਚਨਸ ਮੈਂ ਪੁੱਟ ਕਰਨਾ ਚਾਹੁੰਦਾ, ਯਾਰ ਆਹ ਤਰੀਕਾ ਗਲਤ ਲੱਗ ਰਿਹਾ, ਆ ਇੱਦਾਂ ਲੱਗ ਰਿਹਾ, ਤੁਸੀਂ ਕਰ ਨਹੀਂ ਪਾਓਗੇ। ਤੁਹਾਨੂੰ ਇਮੋਸ਼ਨੈਲਿਟੀ ਮਾਰ ਜੂਗੀ, ਤੁਹਾਨੂੰ ਲੱਗੂਗਾ ਕਿ ਯਾਰ ਉਹ ਬੁਰਾ ਮੰਨ ਜਾਏਗਾ, ਤੁਹਾਨੂੰ ਫਿਰ ਛੱਡਣ ਲੱਗਿਆ ਵੀ ਦਿੱਕਤ ਹੋਊਗੀ ਕਿ ਯਾਰ ਮੈਂ ਜੇ ਛੱਡੂੰਗਾ ਤਾਂ ਮੈਂ ਕਿਤੇ ਧੋਖੇਬਾਜ਼ ਤਾਂ ਨਹੀਂ ਖਵਾਊਂਗਾ। ਇਸ ਫੀਲਿੰਗ 'ਚ ਤੁਹਾਡੇ 3 ਤੋਂ ਲੈ ਕੇ 4 ਸਾਲ ਖਰਾਬ ਹੋ ਜਾਣਗੇ। ਸਾਹਮਣੇ ਵਾਲੇ ਨੂੰ ਸਮਝ ਵੀ ਆ ਰਿਹਾ ਹੋਊਗਾ ਕਿ ਇਹ ਫੀਲਿੰਗਸ ਤੋਂ ਜੂਝ ਰਿਹਾ, ਪਰ ਉਹ ਕਿਉਂ ਕਹੂਗਾ? 3-4 ਸਾਲ ਮਤਲਬ ਕਿੰਨੇ ਮਹੀਨਿਆਂ ਦੀ ਫੀਸ ਹੋਗੀ? 12 ਗੁਣਾ 3 ਕਰ ਲਓ, ਤਾਂ ਇੰਨੇ ਮਹੀਨਿਆਂ ਦੀ ਫੀਸ ਅਗਲਾ ਛੱਡੂਗਾ। ਤੇ ਯਾਰ ਛੱਡਣੀ ਚਾਹੀਦੀ ਵੀ ਨਹੀਂ। ਅਗਲਾ ਬਿਜ਼ਨਸਮੈਨ, ਅਗਲਾ ਆਪਣੇ ਬਿਜ਼ਨਸ ਲਈ ਪੂਰਾ ਓਨੈਸਟ ਹੈ ਕਿ ਮੈਂ ਇਹਨੂੰ ਚਲਾ ਕੇ ਦਿਖਾਊਂਗਾ। ਪਰ ਇੱਥੇ ਗਲਤੀ ਤੁਹਾਡੀ ਆ, ਤੁਸੀਂ ਇਹ ਸਮਝ ਕੇ ਜਾਓ ਕਿ ਕੋਈ ਵੀ ਕੋਚਿੰਗ ਇੰਸਟੀਟਿਊਟ ਜੁਆਇਨ ਕਰੋ, ਮੰਨ ਲਓ ਜੇ ਗਲਤ ਵੀ ਹੋ ਗਿਆ, ਸਹੀ ਵੀ ਹੋ ਗਿਆ, ਪਰ ਫਾਰਮਲ ਰਿਲੇਸ਼ਨ ਟੀਚਰ ਸਟੂਡੈਂਟ ਤੋਂ ਵੱਧ, ਇਸ ਤੋਂ ਵੱਧ ਕੁਛ ਨਹੀਂ ਹੋਣਾ ਚਾਹੀਦਾ। ਪਰਸਨਲ ਬੌਂਡਿੰਗ ਕਦੇ ਨਹੀਂ ਵਧਾਣੀ ਤੇ ਆਪਣਾ ਪੜ੍ਹਾਈ ਕਰੋ ਚੁੱਪਚਾਪ, ਤੇ ਪੜ੍ਹਾਈ ਕਰਕੇ ਵਾਪਸ ਘਰੇ ਜਾਓ ਤੇ ਆਪਣਾ ਅੱਗੇ ਦੀ ਪਲੈਨਿੰਗ ਕਰੋ। ਤਾਂ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਪੁਆਇੰਟ ਵੱਲ। ਆ ਤੁਹਾਡੇ ਇੰਟਰਨੈਟ ਵਿੱਚ ਕੋਈ ਦਿੱਕਤ ਨਹੀਂ ਆ, ਜਿਹੜੀ ਵੀਡੀਓ ਤੁਹਾਨੂੰ ਹੈਂਗ ਹੋਈ ਲੱਗ ਰਹੀ ਹੈ ਇਹ ਮੇਰੀ ਸਾਈਡ ਤੋਂ ਹੀ ਕੋਈ ਗਲਿਚ ਆ। ਇਹ 15-20 ਸੈਕਿੰਡ 25 ਸੈਕਿੰਡ 'ਚ ਆਪੇ ਠੀਕ ਹੋ ਜਾਊਗਾ। ਤੁਸੀਂ ਪਲੀਜ਼ ਆਡੀਓ ਵੱਲ ਧਿਆਨ ਦਿਓ, ਤੁਸੀਂ ਪੁਆਇੰਟ ਧਿਆਨ ਨਾਲ ਸੁਣੋ। ਤਾਂ ਹੁਣ ਅਗਲਾ ਪੁਆਇੰਟ ਇਹ ਹੈ ਜੀ, ਅੱਜ ਕੱਲ੍ਹ ਕੋਚਿੰਗ ਇੰਸਟੀਟਿਊਟ ਮਾਰਕੀਟ ਵਿੱਚ ਇੱਕ ਨਵਾਂ ਸਕੈਮ ਲੈ ਕੇ ਆਏ ਆ। ਉਹ ਸਕੈਮ ਦਾ ਨਾਮ ਹੈ ਮੰਥਲੀ ਫੀਸ ਸਿਸਟਮ। ਤੇ ਜਦੋਂ ਤੁਸੀਂ ਇੱਕ ਕੋਚਿੰਗ ਇੰਸਟੀਟਿਊਟ 'ਚ ਐਡਮਿਸ਼ਨ ਲੈਣ ਜਾਓਗੇ ਤਾਂ ਉਹ ਇਹ ਮੰਥਲੀ ਫੀਸ ਸਿਸਟਮ ਨੂੰ ਪੈਂਦੇ ਸੱਟੇ ਇੰਨਾ ਕੁ ਫਲੋਂਟ ਕਰੂਗਾ ਕਿ ਤੁਹਾਡਾ ਬੱਚਿਆਂ ਦਾ ਧਿਆਨ ਹੀ ਨਹੀਂ ਜਾਣਾ ਕਿਸੇ ਹੋਰ ਕਮੀ ਪੇਸ਼ੀ ਵੱਲ, ਕਿਉਂਕਿ ਤੁਹਾਡੇ ਅੱਗੇ ਉਹਨੇ ਇੱਕ ਲੋਲੀਪੌਪ ਰੱਖਤਾ ਮੰਥਲੀ ਫੀਸ ਸਿਸਟਮ ਦਾ। ਇਹ ਵੀ ਇੱਕ ਤਰੀਕਾ ਬਾਕੀ ਨੈਗੇਟਿਵਿਟੀਜ਼ ਨੂੰ ਲੁਕਾਉਣ ਦਾ। ਤੇ ਉਹ ਮੰਥਲੀ ਫੀਸ ਸਿਸਟਮ 'ਚ ਵੀ ਤੁਹਾਡੇ ਤੇ ਇੰਨਾ ਕੁ ਸਾਂਝ ਜਤਾਉਣਗੇ, ਉਹ ਪਤਾ ਕੀ ਕਹਿਣਗੇ? ਉਹ ਕਹਿਣਗੇ ਜੀ ਇਹ ਮੰਥਲੀ ਫੀਸ ਸਿਸਟਮ ਦਾ ਅਸੀਂ ਬੱਚਿਆਂ ਲਈ ਲੈ ਕੇ ਆਏ ਆ, ਇਹਦੇ ਵਿੱਚ ਸਾਰਾ ਫਾਇਦਾ ਹੀ ਬੱਚਿਆਂ ਦਾ। ਉਹ ਤੁਸੀਂ ਪੁੱਛੋਗੇ ਕਿਵੇਂ? ਤਾਂ ਉਹ ਕਹਿਣਗੇ ਕਿ ਸੁਣੋ, ਕਿ ਇੱਕ ਤਾਂ ਤੁਹਾਨੂੰ ਇਕੱਠੀ ਫੀਸ ਨਹੀਂ ਦੇਣੀ ਪੈਣੀ, ਤੁਹਾਡੇ ਤੇ ਕੋਈ ਬਰਡਨ ਨਹੀਂ ਆਊਗਾ, ਹੈ ਨਾ, ਤੁਹਾਡੇ ਮੋਮ ਡੈਡ ਤੇ ਕੋਈ ਬਰਡਨ ਨਹੀਂ ਆਊਗਾ। ਤੇ ਦੂਸਰਾ, ਤੁਹਾਡਾ ਜਦੋਂ ਦਿਲ ਕਰੇ ਤੁਸੀਂ ਮੇਰਾ ਕੋਚਿੰਗ ਇੰਸਟੀਟਿਊਟ ਲੀਵ ਕਰ ਦਿਓ, ਤੁਹਾਡੇ ਤੇ ਕੋਈ ਬਾਊਂਡੇਸ਼ਨ ਨਹੀਂ ਕਿ ਤੁਸੀਂ ਫੀਸ ਪਹਿਲਾਂ ਜਮ੍ਹਾਂ ਕਰਵਾ ਰੱਖੀ ਆ। ਤਾਂ ਦੇਖੋ ਮੈਂ ਤੁਹਾਡਾ ਕਿੰਨਾ ਸੋਚ ਰਿਹਾ। ਬੱਚੇ ਵੀ ਸੋਚਣਗੇ ਕਿ ਵਾਕਈ ਯਾਰ ਇਹ ਤਾਂ ਪਹਿਲੀ ਵਾਰ ਸੁਣਿਆ। ਤਾਂ ਬੱਚੇ ਬਾਕੀ ਚੀਜ਼ਾਂ ਤੇ ਡਿਸਕਸ ਕਰਨਾ ਹੀ ਭੁੱਲ ਜਾਣਗੇ, ਬਾਕੀ ਚੀਜ਼ਾਂ ਲੁਕ ਜਾਣਗੀਆਂ। ਪਰ ਜੋ ਤੁਹਾਨੂੰ ਨਹੀਂ ਦੱਸਿਆ ਜਾਊਗਾ ਕਿ ਤੁਹਾਨੂੰ ਕਿਵੇਂ ਠੱਗਿਆ ਜਾਣਾ ਇਸ ਸਿਸਟਮ ਦੇ ਵਿੱਚ, ਉਹ ਤੁਸੀਂ ਹੁਣ ਮੇਰੇ ਤੋਂ ਸੁਣ ਲਓ। ਦੇਖੋ ਮੰਥਲੀ ਫੀਸ ਸਿਸਟਮ 2 ਟਾਈਪਸ ਦਾ ਹੁੰਦਾ। ਪਹਿਲੀ ਟਾਈਪ ਕੀ ਹੁੰਦੀ ਆ ਕਿ ਇੱਕ ਕੋਚਿੰਗ ਇੰਸਟੀਟਿਊਟ ਨੇ ਕਲੋਜ਼ਡ ਬੈਚ ਚਲਾ ਰੱਖਿਆ, ਮਤਲਬ ਬੈਚ ਦਾ ਸਟਾਰਟਿੰਗ ਟਾਈਮ ਫਿਕਸ ਆ, ਐਂਡਿੰਗ ਟਾਈਮ ਫਿਕਸ ਆ। ਫੋਰ ਐਗਜ਼ਾਮਪਲ 1 ਸਾਲ ਦਾ ਬੈਚ ਆ, ਮਤਲਬ ਕਿ 12 ਮਹੀਨਿਆਂ ਦਾ। ਇਸ ਜੂਨ ਨੂੰ ਸ਼ੁਰੂ ਹੋਣਾ, ਅਗਲੀ ਜੂਨ ਨੂੰ ਮੁੱਕਣਾ। ਟੋਟਲ ਫੀਸ ਉਹਨੇ ਤੁਹਾਨੂੰ ਪਹਿਲੇ ਦਿਨ ਦੱਸਤੀ ਕਿ ਜੀ 50,000 ਲੈਣੀ ਆ, ਪਰ ਤੁਹਾਨੂੰ ਮੰਥਲੀ ਫੀਸ ਸਿਸਟਮ ਦੀ ਪ੍ਰੋਵੀਜ਼ਨ ਦੇਤੀ ਵੀ 50,000 ਬਟਾ 12 ਕਰ ਲਓ ਤੇ ਮੰਥ ਦੇ ਹਿਸਾਬ ਨਾਲ ਫੀਸ ਦੇ ਦਿਓ। ਇਹ ਵਾਲੀ ਟਾਈਪ ਤਾਂ ਤੁਹਾਨੂੰ ਸੁਣਨ 'ਚ ਵੀ ਵਧੀਆ ਲੱਗ ਰਹੀ ਹੈ ਤੇ ਚਲੋ ਇਹ ਹੈ ਵੀ ਬੱਚਿਆਂ ਲਈ ਵਧੀਆ ਕਿ ਚਲੋ ਫਿਕਸ ਜਿਹੜੀ ਫੀਸ ਆ ਉਹ ਪਹਿਲਾਂ ਫਿਕਸ ਹੈ ਨਾ, ਵੀ 50,000 ਹੀ ਦੇਣੇ ਆ, ਉਹ ਮਹੀਨੇ ਕਰਕੇ ਦੇਣੇ ਆ। ਪਰ ਹੁਣ ਇਹਦੀ ਟਾਈਪ 2 ਕੀ ਆ? ਟਾਈਪ 2 ਹੈ ਓਪਨ ਬੈਚ ਸਿਸਟਮ। ਓਪਨ ਬੈਚ ਸਿਸਟਮ ਸਮਝ ਲਿਆ ਨਾ ਤੁਸੀਂ ਪਹਿਲਾਂ, ਕਿ ਜਿਹੜੇ ਬੈਚ ਦੀ ਨਾ ਕੋਈ ਸਟਾਰਟਿੰਗ ਡੇਟ ਆ ਨਾ ਕੋਈ ਐਂਡਿੰਗ ਡੇਟ ਆ। ਇੱਕ ਇੰਸਟੀਟਿਊਟ ਵਿੱਚ ਬਸ ਇੱਕੋ ਹੀ ਬੈਚ ਚੱਲ ਰਿਹਾ, ਉਹ ਧੁਰ ਤੋਂ ਹੀ ਚੱਲਦਾ ਆ ਰਿਹਾ। ਜਦੋਂ ਦਾ ਇੰਸਟੀਟਿਊਟ ਖੁੱਲਿਆ ਉਹਦੇ ਵਿੱਚ 4 ਸਾਲ ਪੁਰਾਣਾ ਬੱਚਾ ਵੀ ਆ, ਉਹਦੇ ਵਿੱਚ 5 ਸਾਲ ਪੁਰਾਣਾ ਬੱਚਾ ਵੀ ਆ, ਉਹਦੇ ਵਿੱਚ 2 ਸਾਲ ਪੁਰਾਣਾ, 6 ਮਹੀਨੇ ਪੁਰਾਣਾ, ਤੇ ਅੱਜ ਤੁਸੀਂ ਵੀ ਉਹਦੇ ਵਿੱਚ ਹੀ ਐਡਮਿਸ਼ਨ ਲੈਣ ਜਾ ਰਹੇ ਹੋ ਜੋ ਕਿ ਬਿਲਕੁਲ ਫਰੈਸ਼ਰ ਹੋ। ਤਾਂ ਉਹ ਬੈਚ ਦੀ ਨਾ ਸਟਾਰਟਿੰਗ ਡੇਟ ਫਿਕਸ ਆ ਨਾ ਐਂਡਿੰਗ ਡੇਟ ਫਿਕਸ ਆ। ਤਾਂ ਤੁਹਾਨੂੰ ਜਦੋਂ ਮੰਥਲੀ ਫੀਸ ਸਿਸਟਮ ਦਾ ਪੈਟਰਨ ਉਹ ਵਾਲਾ ਕੋਚਿੰਗ ਇੰਸਟੀਟਿਊਟ ਦੱਸੂਗਾ ਜਿੱਥੇ ਓਪਨ ਬੈਚ ਆ, ਤਾਂ ਤੁਸੀਂ ਇਹ ਮੰਨ ਕੇ ਚੱਲਿਓ ਕਿ ਜਦੋਂ ਐਂਡਿੰਗ ਡੇਟ ਹੀ ਫਿਕਸ ਹੈ ਨਹੀਂ, ਇਹ ਸਾਲੋ ਸਾਲ ਬੈਚ ਚੱਲੀ ਜਾਊਗਾ।
ਉਹ ਇੰਸਟੀਚਿਊਟ ਤੁਹਾਨੂੰ ਕਦੀ ਨਹੀਂ ਦੱਸੂਗਾ ਕਿ ਮੈਂ ਇੰਨੇ ਸਮੇਂ 'ਚ ਸਿਲੇਬਸ ਮੁਕਾ ਦੂੰਗਾ, ਮੈਂ ਇੰਨੇ ਸਮੇਂ ਦੇ ਵਿੱਚ ਤੁਹਾਨੂੰ ਪੂਰਾ ਰੋਡ ਮੈਪ ਦੇ ਦੂੰਗਾ, ਤੁਹਾਡਾ ਪੇਪਰ ਕਲੀਅਰ ਕਰਵਾ ਦੂੰਗਾ। ਤੇ ਨਾ ਹੀ ਉਹ ਇੰਸਟੀਚਿਊਟ ਤੁਹਾਨੂੰ ਟੋਟਲ ਫੀਸ ਦੱਸੂਗਾ, ਉਹ ਤੁਹਾਨੂੰ ਬਸ ਮੰਥਲੀ ਫੀਸ ਦੱਸੂਗਾ। ਪਤਾ ਕਿਉਂ? ਕਿਉਂਕਿ ਉਹ ਚਾਹੁੰਦਾ ਕਿ ਤੁਸੀਂ ਮੰਥਲੀ ਵਾਲੀ ਲੋਲੀਪੌਪ ਲੈ ਕੇ ਆ ਜਾਓ ਤੇ ਫਿਰ 1 ਸਾਲ 2 ਸਾਲ 3 ਸਾਲ 4 ਸਾਲ ਤੁਹਾਡੇ ਉਹ ਐਸੇ ਵਿਸ਼ੀਅਸ ਸਾਈਕਲ 'ਚ ਪਾਊਗਾ ਕਿ ਤੁਸੀਂ ਪੜ੍ਹਾਈ ਵੀ ਕਰਦੇ ਰਹੋਗੇ ਬਟ ਸਿਲੇਬਸ ਨਹੀਂ ਮੁੱਕਣਾ, ਕਿਉਂਕਿ ਮੈਂ ਸਾਰਾ ਸਮਝਾ ਚੁੱਕਿਆ ਕਿ ਕੁਛ ਇੰਸਟੀਚਿਊਟਸ ਕੋਲ ਰੋਡ ਮੈਪ ਹੁੰਦਾ ਹੀ ਨਹੀਂ ਆ। ਬਟ ਮਹੀਨੇ ਦੀ ਮਹੀਨੇ ਫੀਸ ਤਾਂ ਦੇਣੀ ਪਊਗੀ ਨਾ, ਤੇ ਟੋਟਲ ਫੀਸ ਉਹਨੇ ਪਹਿਲਾਂ ਦੱਸੀ ਨਹੀਂ ਸੀ, ਇਸ ਕਰਕੇ ਤੁਹਾਡੇ ਦਿਮਾਗ 'ਚ ਵੀ ਨਹੀਂ ਆਊਗਾ। ਤਾਂ ਜਦੋਂ ਕੋਈ ਕੋਚਿੰਗ ਇੰਸਟੀਚਿਊਟ ਐਦਾਂ ਨਾਲ ਪਾਲਾ ਪੈ ਜੇ ਜਿਹੜਾ ਕਹੇ ਜੀ ਮੰਥਲੀ ਫੀਸ ਸਿਸਟਮ ਆ, ਪਹਿਲਾਂ ਉਹਦੇ ਤੋਂ ਇੱਕੋ ਹੀ ਸਵਾਲ ਪੁੱਛਣਾ ਜੀ ਕਿੰਨੇ ਸਮੇਂ 'ਚ ਸਿਲੇਬਸ ਮੁਕਾਓਗੇ। ਮੰਨ ਲਓ ਉਹਦੇ ਕੋਲ ਇਹਦਾ ਜਵਾਬ ਨਹੀਂ, ਕੋਈ ਗੱਲ ਨਹੀਂ, ਤੁਸੀਂ ਇਹ ਪੁੱਛਣਾ ਜੀ ਟੋਟਲ ਫੀਸ ਤਾਂ ਦੱਸੋ, ਜਿਹੜਾ ਮੈਂ ਤੁਹਾਡੇ ਤੋਂ ਕੋਰਸ ਕਰਨਾ ਆ ਇਹਦੀ ਟੋਟਲ ਫੀਸ ਦੱਸੋ, ਮੈਂ ਫਿਰ ਮੰਥ ਦੇ ਹਿਸਾਬ ਨਾਲ ਦੇਖ ਲੂੰਗਾ ਕਿ ਮੈਂ ਦੇ ਪਾਊਂਗਾ ਕਿ ਨਹੀਂ। ਤਾਂ ਉਹ ਤੁਹਾਨੂੰ ਟੋਟਲ ਫੀਸ ਨਹੀਂ ਦੱਸ ਪਾਊਗਾ। ਕਿਉਂ? ਕਿਉਂਕਿ ਉਹਦੇ ਮਨ ਵਿੱਚ ਚੋਰ ਆ, ਉਹਨੂੰ ਪਤਾ ਮੇਰੇ 'ਚ ਕਮੀਆਂ, ਮੇਰਾ ਓਪਨ ਬੈਚ ਆ, ਨਾ ਮੇਰਾ ਸਿਲੇਬਸ ਅੱਜ ਤੱਕ ਕਦੀ ਖਤਮ ਹੋਇਆ ਤੇ ਨਾ ਅੱਗੇ ਖਤਮ ਹੋਣਾ, ਤੇ ਮੈਨੂੰ ਖੁਦ ਨੂੰ ਨਹੀਂ ਪਤਾ ਕਦੋਂ ਖਤਮ ਹੋਣਾ। ਮੈਂ ਟੋਟਲ ਫੀਸ ਕਿਵੇਂ ਦੱਸ ਸਕਦਾ? ਕਿਉਂਕਿ ਮੈਂ ਤਾਂ ਤੇਰੇ ਤੋਂ 4-5 ਸਾਲ ਵਸੂਲਨੇ ਨੇ ਪੈਸੇ, ਤੂੰ ਐਦਾਂ ਕਿੱਦਾਂ ਮੇਰੇ ਤੋਂ ਟੋਟਲ ਫੀਸ। ਤਾਂ ਜਿਹੜਾ ਕੋਚਿੰਗ ਇੰਸਟੀਚਿਊਟ ਮੰਥਲੀ ਫੀਸ ਦਾ ਲੋਲੀਪੌਪ ਓਪਨ ਬੈਚ ਸਿਸਟਮ ਦੇ ਨਾਲ ਦੇ ਰਿਹਾ ਨਾ, ਉਹਦੇ ਦੂਰੋਂ ਟੱਪ ਜਾਓ। ਉਹ 1 ਨੰਬਰ ਦਾ ਚਲਾਕ ਠੱਗ ਟੀਚਰ ਬਿਜ਼ਨਸਮੈਨ ਆਦਮੀ ਆ। ਕਿਉਂਕਿ ਇੰਨਾ ਤਾਂ ਹਰ ਕੋਈ ਜਾਣਦਾ ਕਿ ਪਹਿਲੇ ਦਿਨ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਕੋਰਸ ਦੀ ਫੀਸ ਕਿੰਨੀ ਆ ਤੇ ਇਹ ਕੋਰਸ ਕਿੰਨੇ ਸਮੇਂ 'ਚ ਮੁੱਕੂਗਾ। ਮੰਥਲੀ ਫੀਸ ਸਿਸਟਮ ਦੇ ਕੇ ਤੁਸੀਂ ਟਾਈਮ ਵੀ ਲੁਕੋ ਲਿਆ, ਟੋਟਲ ਫੀਸ ਵੀ ਲੁਕੋ ਲਈ। ਇਹ ਤੁਸੀਂ ਧੋਖਾ ਕੀਤਾ ਤੇ ਜਾਣਦੇ ਹੋਏ ਧੋਖਾ ਕੀਤਾ। ਤਾਂ ਤੁਸੀਂ ਐਦਾਂ ਦੇ ਕੋਚਿੰਗ ਇੰਸਟੀਚਿਊਟ ਤੋਂ ਬੱਚਿਆਂ ਨੇ ਬਚ ਕੇ ਰਹਿਣਾ। ਤੇ ਹੁਣ ਚੱਲਦੇ ਹਾਂ ਆਪਾਂ ਆਪਣੇ ਅਗਲੇ ਪੁਆਇੰਟ ਵੱਲ। ਤਾਂ ਇਸ ਸੀਰੀਜ਼ ਦੇ ਵਿੱਚ 10ਵਾਂ ਪੁਆਇੰਟ ਕੀ ਆ? ਦੇਖੋ, ਕਈ ਕੋਚਿੰਗ ਇੰਸਟੀਚਿਊਟਸ ਆਪਣੇ ਆਪ ਨੂੰ ਯੂਨੀਕ ਪ੍ਰੂਵ ਕਰਨ ਲਈ, ਮਾਰਕੀਟ ਵਿੱਚ ਕੁਝ ਨਵਾਂ ਦੇਣ ਲਈ, ਆਪਣੇ ਆਪ ਨੂੰ ਮੇਨ ਸਟਰੀਮ ਤੋਂ ਜਮਾਂ ਅਲੱਗ ਸ਼ੋਅ ਕਰਨ ਲਈ ਕਿ ਅਸੀਂ ਬਹੁਤ ਅਲੱਗ ਹਾਂ, ਸਾਨੂੰ ਟਰਾਈ ਕਰੋ, ਇੱਕ ਐਕਸਪੈਰੀਮੈਂਟ ਸ਼ੁਰੂ ਕਰ ਦਿੰਦੇ ਆ, ਅਲੱਗ ਹੀ ਤਰੀਕੇ ਨਾਲ ਪੜ੍ਹਾਈ ਕਰਾਉਂਦੇ ਆ। ਉਹ ਕਿਤਾਬਾਂ ਲਵਾਉਂਦੇ ਆ ਜੋ ਕਿਤਾਬਾਂ ਉਸ ਤਿਆਰੀ ਦੇ ਵਿੱਚ ਕਿਸੇ ਹੋਰ ਇੰਸਟੀਚਿਊਟਸ ਨੇ ਨਹੀਂ ਲਵਾਈਆਂ। ਦੇਖੋ, ਜੇ ਇੱਕ ਕੁਝ ਸਟੈਂਡਰਡਸ ਕਿਤਾਬਾਂ ਮਾਰਕੀਟ 'ਚ ਚੱਲ ਰਹੀਆਂ ਇੱਕ ਐਗਜ਼ਾਮ ਨੂੰ ਲੈ ਕੇ, ਕੋਈ ਗੱਲ ਕਰਕੇ ਹੀ ਚੱਲ ਰਹੀਆਂ, ਇਹ ਮੰਨ ਕੇ ਚੱਲੋ ਕਿ ਉਹ ਜੇ ਇੰਨੇ ਸਾਲਾਂ ਤੋਂ ਉਹਨਾਂ ਦਾ ਨਾਮ ਚੱਲ ਰਿਹਾ ਤਾਂ ਉਸ ਐਗਜ਼ਾਮਸ ਲਈ ਉਹ ਕਾਫੀ ਅੱਛੀਆਂ ਹੋਣਗੀਆਂ। ਪਰ ਆਪਣੇ ਆਪ ਨੂੰ ਯੂਨੀਕ ਪ੍ਰੂਵ ਕਰਨ ਲਈ, ਲੋਕਾਂ ਤੋਂ ਹਟ ਕੇ ਪ੍ਰੂਵ ਕਰਨ ਲਈ ਉਹ ਇੱਕ ਹੋਰ ਹੀ ਕਿਤਾਬ ਪੜ੍ਹਾਉਣ ਲੱਗ ਜਾਣਗੇ, ਮਲਟੀਪਲ ਕਿਤਾਬਾਂ ਪੜ੍ਹਾਉਣ ਲੱਗ ਜਾਣਗੇ। ਜਿਹੜੀ ਚੀਜ਼ ਦੀ ਡਿਟੇਲਿੰਗ ਜਿੰਨੀ ਚਾਹੀਦੀ ਹੈ ਉਸ ਤੋਂ ਬਹੁਤ ਅੱਤ ਵੱਧ ਦੇਣ ਲੱਗ ਜਾਣਗੇ ਤਾਂ ਕਿ ਬੱਚਿਆਂ ਨੂੰ ਮਜ਼ਾ ਆਵੇ ਤੇ ਉਹ ਇਸ ਇੰਸਟੀਚਿਊਟ ਨਾਲ ਜੁੜੇ ਰਹਿਣ। ਪਰ ਮੰਨ ਕੇ ਚੱਲਿਓ, ਹੈ ਤਾਂ ਇਹ ਇੱਕ ਐਕਸਪੈਰੀਮੈਂਟ ਹੀ ਨਾ, ਬਹੁਤ ਹੱਦ ਚਾਂਸ ਆ ਕਿ ਇਹ ਫੇਲ ਹੋ ਜਾਏਗਾ। ਪਰ ਇਸ ਐਕਸਪੈਰੀਮੈਂਟ ਦੇ ਫੇਲ ਹੋਏ ਦਾ ਨੁਕਸਾਨ ਕਿਹਨੂੰ ਹੋਊਗਾ? ਬੱਚੇ ਨੂੰ ਤੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ, ਜਿਨ੍ਹਾਂ ਦੇ ਪੈਸੇ ਤੇ ਸਾਲ ਬੱਚੇ ਦੇ ਕੀਮਤੀ ਵੇਸਟ ਹੋ ਜਾਣਗੇ। ਬੱਚਾ ਰੁਲ ਕੇ ਰਹਿ ਜਾਊਗਾ, ਇੰਨੇ ਸਾਲ ਖਰਾਬ ਕਰਕੇ ਪਤਾ ਨਹੀਂ ਉਹਦਾ ਕੀ ਬਣੂਗਾ ਤੇ ਕੀ ਨਹੀਂ ਬਣੂਗਾ। ਤੇ ਇਹ ਤਾਂ ਬਸ ਇੱਕ ਕਹਿ ਦੇਣਗੇ ਕਿ ਹਾਂਜੀ ਠੀਕ ਹੈ, ਸਾਡੇ ਤੋਂ ਗਲਤੀ ਹੋ ਗਈ, ਸਾਡਾ ਐਕਸਪੈਰੀਮੈਂਟ ਗਲਤ ਹੋ ਗਿਆ, ਅਸੀਂ ਤਾਂ ਤੁਹਾਡੇ ਬੱਚੇ ਦਾ ਚੰਗਾ ਹੀ ਚਾਹਿਆ ਸੀ। ਤਾਂ ਧਿਆਨ ਰੱਖੋ, ਜਿਹੜਾ ਇੰਸਟੀਚਿਊਟ ਮੇਨ ਸਟਰੀਮ ਤੋਂ ਜਿਹੜੀ ਚੀਜ਼ਾਂ ਚੱਲਦੀਆਂ ਆ ਰਹੀਆਂ ਕਾਫੀ ਸਮੇਂ ਤੋਂ ਉਹਦੇ ਤੋਂ ਕਾਫੀ ਜ਼ਿਆਦਾ ਡਿਵੀਏਟ ਕਰਦਾ, ਉਹਦੇ ਵੱਲ ਕਦੀ ਨਾ ਜਾਓ, ਕਦੀ ਨਾ ਜਾਓ। ਕਿਸੇ ਦੀ ਸਣਕ ਦਾ ਸ਼ਿਕਾਰ ਨਾ ਹੋ ਜਿਓ, ਲੈਬ ਰੈਟ ਨਾ ਬਣ ਕੇ ਰਹਿ ਜਿਓ। ਲੈਬ ਰੈਟ ਪਤਾ ਕੀ ਹੁੰਦਾ? ਜਦੋਂ ਤੁਸੀਂ ਫਿਲਮਾਂ 'ਚ ਦੇਖਿਆ ਹੋਣਾ ਹਾਲੀਵੁੱਡ 'ਚ ਕਿ ਲੈਬੋਰਟਰੀ ਦੇ ਵਿੱਚ ਚੂਹੇ ਰੱਖੇ ਹੁੰਦੇ ਉਹਨਾਂ ਨੇ, ਉਹਨਾਂ ਉੱਤੇ ਟੈਸਟਿੰਗ ਕਰਦੇ ਅਲੱਗ-ਅਲੱਗ ਦਵਾਈਆਂ ਨਾਲ। ਤਾਂ ਲੈਬ ਰੈਟ ਨਾ ਬਣ ਜਿਓ, ਕਿਉਂਕਿ ਲੈਬ ਰੈਟ ਦੇ ਵਿੱਚ ਜਦੋਂ ਐਕਸਪੈਰੀਮੈਂਟ ਫੇਲ ਹੁੰਦਾ ਤਾਂ ਸਾਇੰਟਿਸਟ ਦਾ ਕੁਝ ਨਹੀਂ ਜਾਂਦਾ, ਰੈਟ ਦੀ ਐਸੀ ਤੈਸੀ ਹੁੰਦੀ ਆ। ਤਾਂ ਐਦਾਂ ਦੇ ਬੰਦਿਆਂ ਦੀ ਸਣਕ ਤੋਂ, ਐਦਾਂ ਦੇ ਕੋਚਿੰਗ ਇੰਸਟੀਚਿਊਟ ਦੇ ਟੀਚਰਾਂ ਦੀ ਸਣਕ ਤੋਂ ਆਪਦੇ ਆਪ ਨੂੰ ਬਚਾ ਕੇ ਰੱਖੋ। ਮੇਨ ਸਟਰੀਮ ਹੀ ਹਮੇਸ਼ਾ ਠੀਕ ਹੁੰਦਾ ਹੈ। YouTube ਤੇ ਟੋਪਰਸ ਦੇ ਇੰਟਰਵਿਊ ਦੇਖੋ ਜਿਹੜੇ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ, ਥੋੜੇ ਬਹੁਤ ਪੇਡ ਹੋ ਸਕਦੇ ਆ, ਸਾਰੇ ਗਲਤ ਨਹੀਂ ਹੁੰਦੇ। ਜੇ ਸਾਰਾ ਸੱਚ ਨਹੀਂ ਤਾਂ ਸਾਰਾ ਝੂਠ ਵੀ ਨਹੀਂ, ਤੇ ਜੇ ਉਹ ਝੂਠ ਨੇ ਤਾਂ ਕੀ ਗਰੰਟੀ ਆ ਕਿ ਆਹ ਵਾਲਾ ਇੰਸਟੀਚਿਊਟ ਝੂਠ ਨਹੀਂ। ਤਾਂ ਜਦੋਂ ਹੈ ਹੀ ਸਾਰਾ ਕੁਝ ਅਨਪ੍ਰੈਡਿਕਟੇਬਲ, ਰੱਬ ਦਾ ਨਾਮ ਹੀ ਸਿਰਫ ਸੱਚਾ, ਤਾਂ ਐਟਲੀਸਟ ਲੌਜਿਕਸ ਆਪਣੇ ਪਰਫੈਕਟ ਰੱਖੋ। ਤੇ ਜਿਹੜਾ ਮੇਨ ਸਟਰੀਮ ਤੋਂ ਬਾਹਲਾ ਡਿਵੀਏਟ ਕਰੇ ਬਈ ਉਹਨੂੰ ਟਰਾਈ ਨਾ ਕਰੋ, ਉਹਨੂੰ ਕਹੇ ਤੂੰ ਪਹਿਲਾਂ ਸਕਸੈਸਫੁਲ ਹੋ ਲੈ। ਜਿਨ੍ਹਾਂ ਦੀ ਕਿਸਮਤ ਮਾੜੀ ਆ ਉਹ ਤੈਨੂੰ ਟਰਾਈ ਕਰ ਲੈਣਗੇ, ਅਸੀਂ ਤਾਂ ਨਹੀਂ ਕਰਦੇ। ਸਾਨੂੰ ਇਹ ਪੁਆਇੰਟ ਪਤਾ ਲੱਗ ਗਿਆ, ਅਸੀਂ ਇਹ ਵੀਡੀਓ ਦੇਖ ਲਈ ਆ, ਤੂੰ ਮੇਨ ਸਟਰੀਮ ਤੋਂ ਬਹੁਤ ਅਲੱਗ ਆ, ਤੈਨੂੰ ਅਸੀਂ ਨਹੀਂ ਟਰਾਈ ਕਰਦੇ। ਹਾਂ, ਇੱਕ ਵਾਰੀ ਕਾਮਯਾਬ ਹੋ ਲੈ, ਜੇ ਤੇਰੇ 'ਚ ਕੁਝ ਹੋਇਆ, ਤੂੰ ਕਾਮਯਾਬ ਇੰਨੇ ਸਾਲਾਂ ਤੋਂ ਜੇ ਕਾਮਯਾਬ ਹੁੰਦਾ ਤਾਂ ਹੋ ਜਾਂਦਾ, ਤਾਂ ਬਈ ਫਿਰ ਤੈਨੂੰ ਬਾਅਦ 'ਚੋਂ ਪਰਖਾਂਗੇ। ਤਾਂ ਇਹ ਪੁਆਇੰਟ ਭੁੱਲਿਓ ਨਾ, ਮੇਨ ਸਟਰੀਮ ਹਮੇਸ਼ਾ ਠੀਕ ਹੁੰਦਾ ਹੈ। ਥੋੜ੍ਹਾ ਬਹੁਤ ਅਪ ਡਾਊਨ ਕਰ ਲਓ, ਮਾੜਾ ਮੋਟਾ ਚੇਂਜ ਕਰ ਲਓ, ਬਿਲਕੁਲ ਯੂ ਟਰਨ ਨਾ ਲੈ ਲਿਓ। ਇੰਨਾ ਸਮਾਂ ਇੱਕ ਜਵਾਨ ਬੱਚੇ ਕੋਲ ਤਿਆਰੀ ਦੌਰਾਨ ਨਹੀਂ ਹੁੰਦਾ, ਐਕਸਪੈਰੀਮੈਂਟ ਨਹੀਂ ਕਰੀਦੇ ਹੁੰਦੇ। ਐਕਸਪੈਰੀਮੈਂਟ ਕਰਕੇ ਮੇਨ ਸਟਰੀਮ ਵਾਲੇ ਤਰੀਕੇ ਬਣੇ ਆ। ਕਿੰਨੇ ਕਿਹਾ ਮੇਨ ਸਟਰੀਮ ਮਾੜਾ? ਦਿਮਾਗ ਵਿੱਚ ਇਹ ਫਿੱਟ ਕੀਤਾ ਜਾਂਦਾ ਕਿ ਆ ਮੇਨ ਸਟਰੀਮ ਇਹ ਤਾਂ ਸਾਰੇ ਹੀ ਕਰ ਰਹੇ ਆ। ਅਰੇ ਸਾਰੇ ਕਿੱਥੇ ਕਰ ਰਹੇ ਆ? ਮੰਨ ਲਓ ਜੇ ਕੋਈ 50,000 ਬੱਚੇ ਪੇਪਰ ਦਿੰਦੇ ਆ, ਵਿੱਚੋਂ ਕੋਈ 200 ਬੱਚਾ ਹੀ ਸਿਲੈਕਟ ਹੁੰਦਾ, ਤਾਂ ਮੰਨ ਕੇ ਹੀ ਚੱਲੋ ਕਿ ਸਿਰਫ 200 ਬੱਚੇ ਹੀ ਸਹੀ ਤਰੀਕੇ ਨਾਲ ਮੇਨ ਸਟਰੀਮ ਵਾਲਾ ਰਸਤਾ ਫੋਲੋ ਕਰ ਪਾ ਰਹੇ ਆ। ਤਾਂ ਤੁਸੀਂ ਵੀ ਉਹੀ ਜੇ ਫੋਲੋ ਕਰੋਗੇ ਤਾਂ ਸਕਸੈਸਫੁਲ ਹੋ ਜਾਓਗੇ। ਕੀ ਦਿੱਕਤ ਆ? ਤਾਂ ਸਾਰਾ ਐਫਰਟ ਇਹ ਰਸਤੇ ਤੇ ਹੀ ਲਾਓ, ਜ਼ਿਆਦਾ ਡਿਵੀਏਟ ਨਾ ਹੋ।
ਤਾਂ ਹੁਣ ਚੱਲਦੇ ਹਾਂ ਆਪਾਂ ਆਪਣੇ ਅਗਲੇ ਪੁਆਇੰਟ ਵੱਲ। ਤਾਂ ਇਸ ਸੀਰੀਜ਼ ਦੇ ਵਿੱਚ 11ਵਾਂ ਪੁਆਇੰਟ ਕੀ ਆ ਕਿ ਮੰਨ ਲਓ ਤੁਸੀਂ ਹੁਣ ਤੱਕ ਕੋਚਿੰਗ ਇੰਸਟੀਚਿਊਟ ਜੁਆਇਨ ਕਰਕੇ ਬੈਠੇ ਹੋ ਤੇ ਤੁਹਾਨੂੰ ਇਹ ਪੂਰੀ ਫੀਲ ਆ ਚੁੱਕੀ ਹੈ ਕਿ ਯਾਰ ਮੈਂ ਗਲਤ ਕੋਚਿੰਗ ਇੰਸਟੀਚਿਊਟ ਜੁਆਇਨ ਕਰ ਲਿਆ। ਤੁਹਾਡਾ ਦਿਲ ਬਹੁਤ ਨਿਰਾਸ਼ ਹੈ ਕਿ ਯਾਰ ਮੈਂ ਤਾਂ 4-5 ਸਾਲ ਖਰਾਬ ਕਰ ਲਏ ਯਾਰ, ਹੁਣ ਮੈਨੂੰ ਅਕਲ ਆਈ ਆ, ਮੈਨੂੰ ਹੁਣ ਫੀਲ ਆ ਰਹੀ ਹੈ ਕਿ ਮੈਂ ਤਾਂ ਪਹਿਲੇ ਦਿਨ ਤੋਂ ਹੀ ਚੇਂਜ ਕਰ ਲੈਣਾ ਚਾਹੀਦਾ ਸੀ। ਤਾਂ ਕਦੇ ਵੀ ਹੋਪਲੈਸ ਨਹੀਂ ਹੋਣਾ। ਜਦੋਂ ਅਕਲ ਆ ਜੇ ਉਦੋਂ ਹੀ ਠੀਕ ਆ, ਪਰ ਹਮੇਸ਼ਾ ਹੌਸਲਾ ਰੱਖੋ। ਮੈਂ ਕਈ ਬੱਚਿਆਂ ਦੇ ਮੂੰਹੋਂ ਇਹ ਸੁਣਿਆ ਕਿ ਯਾਰ 3 ਸਾਲ ਤੋਂ ਅਸੀਂ ਇੱਕ ਇੰਸਟੀਚਿਊਟ ਦੇ ਵਿੱਚ ਸੀਗੇ, ਅੱਜ ਸਾਨੂੰ ਪਤਾ ਲੱਗਿਆ ਕਿ ਯਾਰ ਇਹ ਬੰਦਾ ਪੜ੍ਹਾਉਂਦਾ ਠੀਕ ਆ ਬਟ ਇਹਦੇ ਕੋਲ ਕੋਈ ਐਗਜ਼ਾਮ ਲਈ ਸਟ੍ਰੈਟਜੀ ਹੈ ਨਹੀਂ, ਇਹ ਤੋਂ ਪੇਪਰ ਨਹੀਂ ਕਲੀਅਰ ਕਰਾ ਹੋਣਾ, ਨੌਲੇਜ ਬਹੁਤ ਸੋਹਣੀ ਦੇ ਰਿਹਾ, ਨੌਲੇਜ ਵਧਾ ਰਿਹਾ, ਤਾਂ ਹੁਣ ਛੱਡਣ ਦਾ ਵੀ ਜੀ ਨਹੀਂ ਕਰਦਾ। ਇੱਕ ਰਿਲੇਸ਼ਨ ਬਣ ਚੁੱਕਿਆ ਤੇ ਇੱਕ ਐਡਿਕਟਿਵ, ਮੈਂ ਦੱਸਿਆ ਸੀ ਨਾ, ਮੇਰਾ ਇੱਕ ਨਵਾਂ ਲੈਕਚਰ ਆਊਗਾ ਇਸ ਤੋਂ ਬਾਅਦ, ਨੌਲੇਜ ਐਡਿਕਟਿਵ ਹੁੰਦੀ ਆ। ਨੌਲੇਜ ਲੈਣਾ ਮਾੜੀ ਗੱਲ ਨਹੀਂ ਆ, ਪਰ ਜਿਹੜੇ ਪਰਪਸ ਲਈ ਤੁਸੀਂ ਨੌਲੇਜ ਲੈ ਰਹੇ ਹੋ ਉਨੀ ਨੌਲੇਜ ਇੱਕ ਵਾਰੀ ਲੈਣਾ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਜਦੋਂ ਵਿਹਲੇ ਹੋ ਜਾਓਗੇ ਨੌਲੇਜ ਜਿੰਨੀ ਮਰਜ਼ੀ ਲੈ ਜਾਓ, ਨੌਲੇਜ ਦੀ ਬਹੁਤ ਰਿਸਪੈਕਟ ਆ, ਉਹਨਾਂ ਕਰਕੇ ਹੀ ਤਾਂ ਤੁਰੇ ਫਿਰਦੇ ਆ ਸਾਰੇ ਜਣੇ। ਤਾਂ ਨੌਲੇਜ ਮਾੜੀ ਨਹੀਂ ਆ, ਬਟ ਕਈ ਵਾਰੀ ਇੱਕ ਕੋਚਿੰਗ ਇੰਸਟੀਚਿਊਟ ਆਪਣਾ ਪਰਪਸ ਭੁੱਲ ਜਾਂਦਾ, ਨੌਲੇਜ ਇੰਨੀ ਖੁੱਲੀ ਦੇਣ ਲੱਗ ਜਾਂਦਾ ਤਾਂ ਉਹ ਪਰਪਸ ਚਾਹ ਕੇ ਵੀ ਅਪਣਾ ਨਹੀਂ ਪਾਉਂਦਾ। ਤਾਂ ਜੇ ਅੱਜ ਤੁਹਾਨੂੰ ਇਹ ਫੀਲ ਆ ਚੁੱਕੀ ਆ, ਇੱਕ ਗੱਲ ਮੇਰੀ ਪੱਲੇ ਬੰਨ੍ਹ ਲਓ, ਤਜਰਬੇ ਨਾਲ ਕਹਿ ਰਿਹਾ ਆਪਣੇ ਤੇ ਹੋਰ ਵੀ ਕਈਆਂ ਦੇ, ਕਿ ਕਦੇ ਵੀ ਕਿਸੇ ਚੀਜ਼ ਦੀ ਮਾਰਕੀਟ 'ਚ ਕਮੀ ਨਹੀਂ ਆਉਂਦੀ। ਇਹ ਸਿਰਫ ਤੁਹਾਡੇ ਮਨ ਦੀ ਨੈਰੋ ਮਾਈਂਡਡਨੈਸ ਆ ਕਿ ਤੁਹਾਨੂੰ ਇਹ ਲੱਗ ਰਿਹਾ ਕਿ ਇਹਦੇ ਬਿਨਾਂ ਮੈਂ ਕੀ ਕਰੂੰਗਾ। ਬਾਜ਼ਾਰ 'ਚ ਆ ਕੇ ਦੇਖੋ, ਭਰਮਾਰ ਹੈ ਹਰ ਚੀਜ਼ ਦੀ, ਤੁਹਾਨੂੰ ਤੁਹਾਡੀ ਕੰਮ ਦੀਆਂ 36 ਚੀਜ਼ਾਂ ਮਿਲ ਜਾਣਗੀਆਂ, ਤੁਹਾਡੇ ਤੋਂ ਚੋਇਸ ਨਹੀਂ ਕਰ ਹੋਣੀ। ਤਾਂ ਬੋਲਡ ਡਿਸੀਜਨ ਲਓ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੀ ਗਲਤੀ ਮੰਨੋ ਕਿ ਮੈਨੂੰ ਰੱਬਾ ਆ ਫੀਲ ਆ ਰਹੀ ਆ, ਹੁਣ ਮੈਂ ਆ ਡਿਸੀਜਨ ਲੈਣ ਲੱਗਿਆ, ਮੈਨੂੰ ਅੱਗੇ ਸਹੀ ਗਾਈਡ ਕਰੀ। ਪ੍ਰੋਮਿਸ ਕਰਦਾ ਰੱਬ ਤੁਹਾਨੂੰ ਇਕੱਲਾ ਨਹੀਂ ਛੱਡੂਗਾ, ਤੁਹਾਨੂੰ ਸਿੱਧੇ ਰਸਤੇ ਤੇ ਪਾਊਗਾ ਤੇ ਤੁਸੀਂ ਸਾਰਾ ਕੁਝ ਅਚੀਵ ਵਾਪਸ ਕਰ ਲਓਗੇ। ਟੈਨਸ਼ਨ ਨਹੀਂ ਲੈਣੀ, ਹੋਪਲੈਸ ਕਦੀ ਵੀ ਨਹੀਂ ਹੋਣਾ ਇਸ ਫੀਲਡ ਦੇ ਵਿੱਚ। ਦੇਖੋ ਇਹ ਗੈਂਬਲ ਆ, ਜ਼ਿੰਦਗੀ ਗੈਂਬਲ ਆ, ਕੋਚਿੰਗ ਵੀ ਇੱਕ ਗੈਂਬਲ ਆ। ਹੋ ਗਿਆ ਦੇਖੀ ਜਾਊਗੀ ਕਿੱਡੀ ਕੁ ਗੱਲ ਆ। ਜੋ ਗਲਤੀ ਹੋ ਗਈ ਉਹਨੂੰ ਜੇ ਸਮਝ ਆ ਗਈ ਨਾ, ਜਦੋਂ ਉਹਨੂੰ ਵਧਣ ਨਾ ਦਿਓ, ਉੱਥੇ ਬੋਲਡ ਐਕਸ਼ਨ ਲਓ। ਡਰ ਲੱਗ ਰਿਹਾ ਹੈ ਨਾ ਕਿ ਯਾਰ ਇਹ ਕੋਚਿੰਗ ਇੰਸਟੀਚਿਊਟ ਤੋਂ ਬਿਨਾਂ ਮੈਂ ਕਿੱਥੇ ਜਾਊਂਗਾ, ਮੈਂ ਤਾਂ ਕੁਝ ਪਤਾ ਹੀ ਨਹੀਂ ਆ, ਮੈਨੂੰ ਨਾ ਦਿੱਲੀ ਦਾ ਪਤਾ ਨਾ ਕੁਝ। ਇੱਕ ਵਾਰ ਛੱਡ ਕੇ ਆਓ, YouTube ਹੈ, ਦੋਸਤ ਕੋਈ ਨਾ ਕੋਈ ਲੱਭ ਜਾਣਗੇ, ਸਾਰੀ ਨੌਲੇਜ ਮਿਲ ਜੂਗੀ। ਕਿਸੇ ਨੂੰ ਵੀ ਮਾਂ ਦੀ ਕੁੱਖ ਚੋਂ ਨਹੀਂ ਪਤਾ ਲੱਗਦਾ ਕੁਝ ਵੀ, ਬਾਹਰ ਆ ਕੇ ਧੱਕੇ ਧੁੱਕੇ ਖਾ ਕੇ ਸਭ ਪਤਾ ਲੱਗ ਜਾਂਦਾ। ਬੇਫਿਕਰ ਹੋ ਕੇ ਡਿਸੀਜਨ ਲਿਓ, ਪਰ ਲਿਓ ਜ਼ਰੂਰ, ਹੋਰ ਸਮਾਂ ਨਾ ਲਾਇਓ। ਤਾਂ ਇਹ ਪੁਆਇੰਟ ਦੀ ਸਿਰਫ ਇੰਨੀ ਕੀ ਰੈਲੀਵੈਂਸ ਹੈ ਕਿ ਨੈਵਰ ਬੀ ਹੋਪਲੈਸ। ਪੈਸਾ ਦੇ ਕੇ, ਫੀਸ ਦੇ ਕੇ ਤੁਸੀਂ ਜਿੱਥੇ ਜਾਓਗੇ ਤੁਹਾਨੂੰ ਵਧੀਆ ਪੜ੍ਹਾਉਣਗੇ ਤੇ ਵਧੀਆ ਜਗ੍ਹਾਵਾਂ ਤੁਹਾਨੂੰ ਲੱਭ ਹੀ ਪੈਣਗੀਆਂ। ਦੇਖੋ ਜਦੋਂ ਤੁਸੀਂ ਇੱਥੇ ਵੀ ਨਹੀਂ ਆਏ ਸੀ, ਤੁਹਾਨੂੰ ਇਸ ਬਾਰੇ ਵੀ ਨਹੀਂ ਪਤਾ ਸੀ ਨਾ, ਇੱਥੇ ਆ ਕੇ ਇਸ ਬਾਰੇ ਪਤਾ ਲੱਗਿਆ ਨਾ, ਉਵੇਂ ਐਦਾਂ ਦੀ ਹੋਰ ਕਈ ਚੀਜ਼ਾਂ ਹੋਣਗੀਆਂ। ਹੁਣ ਤਾਂ ਨਾਲੇ ਤੁਹਾਡਾ ਤਜਰਬਾ ਜ਼ਿਆਦਾ, ਗਲਤੀ ਕਰ ਚੁੱਕੇ ਹੋ, ਹੁਣ ਤੁਸੀਂ ਜੋ ਲੱਭੋਗੇ ਵਧੀਆ ਹੀ ਲੱਭੋਗੇ, ਜਾਂ ਫਿਰ ਜੋ ਵੀ ਕਰੋਗੇ ਵਧੀਆ ਹੀ ਕਰੋਗੇ। ਤੇ ਗਲਤੀ ਫਟਾਫਟ ਸੁਧਾਰਿਓ। ਹੋਪਲੈਸ ਕਦੀ ਨਹੀਂ ਹੋਣਾ, ਡਰਨਾ ਕਦੀ ਨਹੀਂ, ਡਿਪਰੈਸ਼ਨ 'ਚ ਕਦੀ ਨਹੀਂ ਆਉਣਾ। ਹੋ ਜਾਂਦਾ, ਸਭ ਨਾਲ ਹੋ ਜਾਂਦਾ। ਇਸੇ ਹੀ ਪੁਆਇੰਟ ਨਾਲ ਮੈਂ ਕਰਦਾ ਆਪਣੀ ਵੀਡੀਓ ਖਤਮ। ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ। ਕਮੈਂਟਾਂ ਵਿੱਚ ਮੈਨੂੰ ਜ਼ਰੂਰ ਆਪਣਾ ਫੀਡਬੈਕ ਦਿਓ। ਐਦਾਂ ਦੀ ਹੋਰ ਪ੍ਰੋਡਕਟਿਵ ਵੀਡੀਓਜ਼ ਮੈਂ ਟਾਈਮ ਟੂ ਟਾਈਮ ਲੈਂਦਾ ਹੀ ਆਊਂਗਾ। ਨਵੇਂ ਸਰਪ੍ਰਾਈਜ਼ਸ ਔਨ ਦੀ ਵੇ ਆ, ਮੈਂ ਕਾਫੀ ਪਲੇਲਿਸਟਾਂ ਸ਼ੁਰੂ ਕਰਨੀਆਂ, ਤੁਸੀਂ ਮੇਰੇ ਨਾਲ ਜ਼ਰੂਰ ਜੁੜੋ। ਮੈਨੂੰ YouTube ਚੈਨਲ ਕਰਨ ਗੁੰਬਰ ਅਬੋਹਰ ਤੇ ਸਬਸਕ੍ਰਾਈਬ ਕਰੋ। ਮੇਰਾ ਇੰਸਟਾਗ੍ਰਾਮ ਪੇਜ ਵੀ ਕਰਨ ਗੁੰਬਰ ਅਬੋਹਰ ਨਾਮ ਤੇ ਆ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਫੋਲੋ ਕਰੋ। ਤੇ ਹੁਣ ਮੈਨੂੰ ਦਿਓ ਇਜਾਜ਼ਤ। ਮੈਨੂੰ ਇੰਨਾ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।